ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਵਾਰ ਫੇਰ ਇੱਕ ਨਵੇਂ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਬੀ ਯੋਰ ਓਨ ਡਾਕਟਰ, ਆਪਣਾ ਡਾਕਟਰ ਆਪ ਬਣੋ। ਅੱਜ ਐਪੀਸੋਡ ਨੰਬਰ 12। ਅਸੀਂ ਇਸ ਐਪੀਸੋਡ ਦੇ ਵਿੱਚ ਇੱਕ ਅਜਿਹੀ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਕਿ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਲੰਘੇ ਦਿਨੀ ਡਾਕਟਰ ਬਧੇਸ਼ ਪਾਂਡੇ, ਡਾਕਟਰ ਅਮਰ ਸਿੰਘ ਆਜ਼ਾਦ, ਇਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਕਿ ਜਿੰਨੀ ਵੀ ਸਾਡੀ ਪੜ੍ਹਾਈ ਹੈ ਅਤੇ ਜਿੰਨਾ ਵੀ ਸਾਡੀ ਸਮਝ ਹੈ ਹੁਣ ਤੱਕ ਦੀ, ਸ਼ੂਗਰ ਦੀ ਬਿਮਾਰੀ ਜਿਹੜੀ ਆ ਉਹਨਾਂ ਦੇ ਵਿੱਚ ਸਭ ਤੋਂ ਖਤਰਨਾਕ, ਆਪਣੀ ਜ਼ਿੰਦਗੀ ਦੇ ਵਿੱਚ ਇਸ ਤੋਂ ਖਤਰਨਾਕ ਬਿਮਾਰੀ ਨਹੀਂ ਦੇਖੀ। ਕਿਉਂ ਇਹ ਇਸ ਲਫ਼ਜ਼ ਇੰਨੇ ਕਹਿਣੇ ਪਏ ਇਹਨਾਂ ਨੂੰ, ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਦੇ ਮੂੰਹੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਬਹੁਤ ਵੱਡੀ ਗੱਲ ਕਹੀ ਹੈ ਕਿ ਸ਼ੂਗਰ ਜਿਹੜੀ ਆ ਉਹ ਉਸ ਤੋਂ ਖਤਰਨਾਕ ਬਿਮਾਰੀ ਜਿਹੜੀ ਆ ਉਹ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ। ਤੁਸੀਂ MD ਮੈਡੀਸਨ ਹੋ, MD ਪੈਡੀਆਟ੍ਰਿਕਸ ਹੋ, ਨੈਚੁਰੋਪੈਥੀ ਦੇ ਵਿੱਚ ਵੀ ਤੁਸੀਂ ਬਹੁਤ ਵੱਡੀ ਮਹਾਰਤ ਰੱਖਦੇ ਹੋ। ਇਹ ਇੰਨੀ ਵੱਡੀ ਸਟੇਟਮੈਂਟ? ਬਿਲਕੁਲ ਸਹੀ ਹੈ ਸਟੇਟਮੈਂਟ। ਉਸ ਤੋਂ ਵੀ ਕਈ ਸਾਰੀਆਂ ਸਟੇਟਮੈਂਟਸ ਜਿਹੜੀਆਂ ਬਣਦੀਆਂ ਨੇ, 2-3 ਸਟੇਟਮੈਂਟਸ ਹੋਰ ਦੇ ਨਾਲ ਜੁੜੀਆਂ ਹੋਈਆਂ ਨੇ। ਇੱਕ ਸਟੇਟਮੈਂਟ ਇਹ ਹੈ ਕਿ ਸ਼ੂਗਰ ਦੀ ਬਿਮਾਰੀ ਦੋ 'ਚ ਡਿਵਾਈਡ ਕਰ ਲੈਣਾ ਚਾਹੀਦਾ ਤੁਹਾਨੂੰ। ਇੱਕ ਤਾਂ ਉਹ ਮਰੀਜ਼ ਨੇ ਜਿਹੜੇ ਜਿਨ੍ਹਾਂ ਦੇ ਉੱਪਰ ਸ਼ੂਗਰ ਦੀ ਚੇਪੀ ਲੱਗ ਚੁੱਕੀ ਹੈ, ਕਿ ਇਹ ਸ਼ੂਗਰ ਦੇ ਮਰੀਜ਼ ਨੇ। ਪਰ ਜਿੰਨੇ ਸ਼ੂਗਰ ਦੇ ਮਰੀਜ਼ਾਂ ਉੱਪਰ ਚੇਪੀ ਲੱਗ ਚੁੱਕੀ ਹੈ ਉਸ ਤੋਂ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਉਹ ਸ਼ੂਗਰ ਦੇ ਮਰੀਜ਼ ਨੇ, ਮਰੀਜ਼ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਚੇਪੀ ਨਹੀਂ ਲੱਗੀ ਅਜੇ, ਬਿੱਲਾ ਨਹੀਂ ਲੱਗਿਆ, ਲੇਕਿਨ ਉਹ ਉਸੇ ਰਾਹ ਪਏ ਹੋਏ ਹੈ ਜਿੱਥੋਂ ਜਾ ਕੇ ਅਲਟੀਮੇਟਲੀ ਉਹਨਾਂ ਨੇ ਸ਼ੂਗਰ 'ਚ ਲੈਂਡ ਕਰ ਜਾਣਾ, ਸ਼ੂਗਰ ਦੀ ਚੇਪੀ ਲੱਗ ਜਾਣੀ ਉਹਨਾਂ 'ਤੇ। ਕਿਉਂਕਿ ਅਸਲ ਵਿੱਚ ਜਿਹੜੀ ਬਿਮਾਰੀ ਹੈ ਉਹ ਸ਼ੂਗਰ ਦੀ ਬਿਮਾਰੀ ਨਹੀਂ ਹੈ, ਉਹ ਸ਼ੂਗਰ ਪੈਦਾ ਕਰਨ ਵਾਲੇ ਖਾਣਿਆਂ ਦੀ ਬਿਮਾਰੀ ਹੈ। ਇਹ ਖਾਣੇ ਗਲਤ ਨੇ, ਭੋਜਨ ਰੋਂਗ ਹੈ, ਜਾਂ ਲਾਈਫ ਸਟਾਈਲ ਦੀਆਂ ਕੁਛ ਗੱਲਾਂ ਰੋਂਗ ਨੇ। ਮੇਨਲੀ ਭੋਜਨ, ਕੁਛ ਗੱਲਾਂ ਜੀਵਨ ਜਾਂਚ ਦੀਆਂ, ਆਰਟ ਆਫ ਲਿਵਿੰਗ। ਜੋ ਸਾਡਾ ਆਰਟ ਆਫ ਲਿਵਿੰਗ, ਸਾਡਾ ਰਵਾਇਤੀ ਸੀਗਾ, ਜਿਹੜਾ ਸਾਡੇ ਬਜ਼ੁਰਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਅਸੀਂ ਸਿੱਖਦੇ ਸੀਗੇ, ਉਹ ਇੱਕ ਨਵੀਂ ਵੱਖਰੀ ਕਿਸਮ ਦਾ ਜਿਹੜਾ ਜੀਵਨ ਸੀਗਾ, ਜਿਹਦੇ ਅੰਦਰ ਮਸ਼ੱਕਤ ਬਹੁਤ ਜ਼ਿਆਦਾ ਸੀ, ਜਿਸ 'ਚ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਸੀ, ਜਿਸ 'ਚ ਭੱਜ ਦੌੜ ਜਿਹੜੀ ਸੀਗੀ, ਫਿਜ਼ੀਕਲ ਜਿਹੜੇ ਕੰਮ ਸੀਗੇ ਜਿਹੜੇ ਉੱਦਾਂ ਦੇ ਸੀਗੇ ਕਿ ਉਹ ਜਿਹੜੇ ਖਾਣੇ ਊਚ ਨੀਚ ਜਿਹੜੀ ਸਾਰੀ ਚੱਲ ਜਾਂਦਾ ਸੀ ਸਰੀਰ। ਅੱਜ ਜੀਵਨ ਹੋਰ ਤਰ੍ਹਾਂ ਦਾ ਹੋ ਗਿਆ ਬਿਲਕੁਲ ਹੀ। ਅੱਜ ਜੀਵਨ ਦੇ ਵਿੱਚ ਸਖਤ ਕੰਮ ਨਹੀਂ ਹੈ। ਜਿਹੜੇ ਲੋਕਾਂ ਨੇ ਤਾਂ ਸਖਤ ਕੰਮ ਨੂੰ ਸਖਤ ਵਰਜਿਸ਼ ਨਾਲ ਰਿਪਲੇਸ ਕਰ ਲਿਆ, ਉਹ ਤਾਂ ਬਚਾਅ ਹੋ ਗਿਆ ਉਹਨਾਂ ਦਾ। ਲੇਕਿਨ ਜਿਨ੍ਹਾਂ ਲੋਕਾਂ ਨੇ ਨਹੀਂ ਕੀਤਾ ਅਤੇ ਉਹ ਉਸ ਗੱਲ ਪ੍ਰਤੀ ਚੇਤਨ ਨਹੀਂ ਹੈ ਕਿ ਸਰੀਰ ਨੂੰ ਅਗਰ ਤੰਦਰੁਸਤ ਰੱਖਣਾ ਹੈ ਤਾਂ ਮਸ਼ੱਕਤ ਅਤੇ ਖਾਣਾ, ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਹੈ। ਕਿ ਜਾਂ ਤਾਂ ਸਖਤ ਮਸ਼ੱਕਤ ਹੋਵੇ, ਜਾਂ ਵਰਜਿਸ਼ ਹੋਵੇ, ਜਾਂ ਕੋਈ ਖੇਡ ਗੇਮ ਹੋਵੇ, ਅਤੇ ਉਹਦੇ ਨਾਲ ਹੀ ਖਾਣਾ ਦਰੁਸਤ ਹੋਵੇ, ਠੀਕ ਹੋਵੇ, ਰਾਈਟ ਫੂਡ ਹੋਵੇ। ਸੋ ਜਦੋਂ ਇਹ ਦੋਨੋਂ ਚੀਜ਼ਾਂ ਨਹੀਂ ਹੁੰਦੀਆਂ ਤਾਂ ਅਸੀਂ ਸ਼ੂਗਰ ਦੇ ਰਾਹ ਪੈ ਜਾਂਦੇ ਹਾਂ। ਅਤੇ ਉਸ ਇਕੱਲਾ ਸ਼ੂਗਰ ਦਾ ਰਾਹ ਨਹੀਂ ਹੁੰਦਾ, ਉਹਨਾਂ ਲੋਕਾਂ ਦੇ ਉੱਪਰ ਜਿਨ੍ਹਾਂ ਉੱਪਰ ਸ਼ੂਗਰ ਦਾ ਬਿੱਲਾ ਨਹੀਂ ਵੀ ਲੱਗਿਆ ਅਜੇ, ਲੇਕਿਨ ਉਹਨਾਂ ਦੇ ਵਿੱਚ ਸ਼ੂਗਰ ਦੀ ਪੀਕ ਵੱਜਦੀ ਹੈ ਗਲਤ ਖਾਣਿਆਂ ਕਰਕੇ, ਜਾਂ ਜਿਹੜੀ ਹੈ ਸਿਟਿੰਗ ਲਾਈਫ ਸਟਾਈਲ ਹੈ, ਜਿਹੜਾ ਨੋਨ ਸੈਡੈਂਟਰੀ ਲਾਈਫ ਸਟਾਈਲ ਜਿਹਨੂੰ ਆਪਾਂ ਕਹਿੰਦੇ ਅੰਗਰੇਜ਼ੀ 'ਚ, ਕਿ ਜਿਨ੍ਹਾਂ ਦਾ ਦੀ ਜ਼ਿੰਦਗੀ 'ਚ ਨਾ ਤਾਂ ਭਾਰੀ ਕੰਮ ਹੈ ਅਤੇ ਨਾ ਕੋਈ ਵਰਜਿਸ਼ ਹੈ। ਆਰਾਮਪ੍ਰਸਤ ਜ਼ਿੰਦਗੀ। ਹਾਂ, ਕਹਿ ਲਓ, ਆਰਾਮ ਕਹਿ ਸਕਦੇ ਆਪਾਂ, ਆਰਾਮਪ੍ਰਸਤ ਜ਼ਿੰਦਗੀ ਵੀ। ਸੋ ਇਸ ਕਰਕੇ ਜਿਹੜਾ ਮਤਲਬ ਇਹਦਾ ਮਤਲਬ ਹੈ ਡਾਇਬੀਟੋਜੈਨਿਕ ਫੂਡ ਅਤੇ ਡਾਇਬੀਟੋਜੈਨਿਕ ਲਾਈਫ ਸਟਾਈਲ, ਉਹ ਲਾਈਫ ਸਟਾਈਲ, ਉਹ ਖਾਣਾ ਜਿਹੜਾ ਸ਼ੂਗਰ ਪੈਦਾ ਕਰਦਾ। ਉਹਦੇ 'ਚੋਂ ਕੁਛ ਕੁ ਮਰੀਜ਼ਾਂ ਦੇ ਉੱਪਰ ਸ਼ੂਗਰ ਦਾ ਚੇਪੀ ਲੱਗੀ ਹੋਈ ਹੈ ਕਿਉਂਕਿ ਡਾਕਟਰ ਕੋਲ ਗਏ, ਡਾਕਟਰ ਨੇ ਕਹਿ ਦਿੱਤਾ ਵੀ ਤੈਨੂੰ ਸ਼ੂਗਰ ਹੈ। ਲੇਕਿਨ ਉਹਦੇ 'ਚੋਂ ਕਈ ਗੁਣਾ ਜ਼ਿਆਦਾ ਉਹ ਮਰੀਜ਼ ਨੇ ਜਿਹਨੂੰ ਪ੍ਰੀ ਡਾਇਬਟੀਜ਼ ਵੀ ਕਹਿ ਦਿੰਦੇ ਆ, ਲੇਬਲ ਕਰ ਦਿੰਦੇ ਆ, ਜਾਂ ਪ੍ਰੀ ਡਾਇਬਟੀਜ਼ ਨਹੀਂ ਵੀ ਲੇਬਲ ਕਰਦੇ ਤਾਂ ਵੀ ਜਿਨ੍ਹਾਂ ਲੋਕਾਂ ਦੇ ਅੰਦਰ ਸ਼ੂਗਰ ਦੀਆਂ ਪੀਕਸ ਆਉਂਦੀਆਂ ਨੇ, ਉਹਨਾਂ ਦੇ ਖਾਣਿਆਂ ਦੀ ਨੇਚਰ ਇੱਦਾਂ ਦੀ ਹੈ, ਉਹਨਾਂ ਦੇ ਖਾਣੇ ਦਾ ਜਿਹੜਾ ਉਹਦੇ ਅੰਦਰ ਜਿਹੜਾ ਸਿੰਪਲ ਕਾਰਬਸ ਬਹੁਤ ਜ਼ਿਆਦਾ ਨੇ, ਉਹਨਾਂ ਦੇ ਅੰਦਰ ਸ਼ੂਗਰ ਦੀ ਅਪ ਡਾਊਨ ਹੁੰਦੀ ਰਹਿੰਦੀ ਆ। ਉਹ ਬਿਮਾਰੀਆਂ ਦੀ ਜੜ ਬਣਦਾ। ਅੱਜ ਇਹ ਪ੍ਰੂਵ ਹੋ ਚੁੱਕਿਆ ਕਿ ਜਿਹਨੂੰ ਬਾਰ-ਬਾਰ ਜ਼ੁਕਾਮ ਹੁੰਦਾ ਤੋਂ ਲੈ ਕੇ, ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕ, ਇਹ ਜੜ ਹੈ ਬਿਮਾਰੀਆਂ ਦੀ। ਸ਼ੂਗਰ ਦੀ ਪੀਕ ਮਗਰ ਇਨਸੂਲਿਨ ਦੀ ਪੀਕ, ਸ਼ੂਗਰ ਦੀ ਪੀਕ ਮਗਰ ਇਨਸੂਲਿਨ ਦੀ ਪੀਕ। ਬੜੀ ਖਤਰਨਾਕ ਗੱਲ ਕਹੀ ਤੁਸੀਂ ਵੀ ਜਿਹਨੂੰ ਬਾਰ-ਬਾਰ ਜ਼ੁਕਾਮ ਹੁੰਦਾ ਉਹ ਅੱਗੇ ਚੱਲ ਕੇ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ, ਉਹ ਸ਼ੂਗਰ ਹੋ ਸਕਦੀ ਉਹਨੂੰ। ਨਹੀਂ, ਉਹਦਾ ਵੀ ਕਾਰਨ ਉਹੀ ਹੈ ਕਿ ਉਹਦਾ ਮਤਲਬ ਉਹਦੀ ਇਮਿਊਨਿਟੀ ਜਿਹੜੀ ਘਟ ਰਹੀ ਹੈ। ਉਹ ਕਿਉਂ ਘਟ ਰਹੀ ਹੈ? ਕਿਉਂਕਿ ਉਹਦੇ ਅੰਦਰ ਸ਼ੂਗਰ ਦੀਆਂ ਪੀਕਸ ਨੇ।
ਮਤਲਬ ਉਹੀ ਗੱਲ ਹੋ ਗਈ ਵੀ ਉਹਦੇ ਅੰਦਰ ਸ਼ੂਗਰ ਵੱਧ ਰਹੀ ਹੈ ਤਾਂ ਕਰਕੇ ਉਹ ਜ਼ੁਕਾਮ ਹੋ ਰਿਹਾ ਉਹਨੂੰ ਬਾਰ-ਬਾਰ। ਬਿਲਕੁਲ ਅਸੀਂ ਸਾਡੇ ਖਾਣੇ ਇਦਾਂ ਦੇ ਨੇ ਕਿ ਸਾਡੇ ਕਿਉਂਕਿ ਜਿਹੜੀ ਮੇਨ ਗੱਲ ਹੈ ਨਾ, ਜਿਹੜੀ ਆਪਾਂ ਗੱਲ ਜੇ ਸ਼ੁਰੂ ਕਰਨੀ ਹੈ ਸ਼ੂਗਰ ਦੀ ਤਾਂ ਉੱਥੋਂ ਹੀ ਕਰਨੀ ਚਾਹੀਦੀ ਹੈ ਕਿ ਸਾਡੇ ਆਧਾਰ ਕੀ ਹੈ, ਉਹਦਾ ਇੱਕ ਬੇਸਿਕ ਜਿਹਾ ਫੰਡਾ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਪਰ ਫਿਰ ਰਿਪੀਟ ਕਰ ਦਿੰਦੇ ਹਾਂ ਉਹਨੂੰ ਥੋੜ੍ਹੇ ਸਮੇਂ 'ਚ ਹੀ, ਕਿ ਸਾਡੇ ਖੂਨ ਦੇ ਅੰਦਰ ਜਿਹੜਾ 100 ਮਿਲੀਗ੍ਰਾਮ ਦੀ ਅਸੀਂ ਰੀਡਿੰਗ ਕਹਿੰਦੇ ਹਾਂ, 100 ਮਿਲੀਗ੍ਰਾਮ ਪਰ ਡੈਸੀਲੀਟਰ, ਯਾਨੀ ਕਿ ਹਰ 10 ਮਿਲੀਲੀਟਰ ਬਲੱਡ ਦੇ ਵਿੱਚ 100 ਮਿਲੀਗ੍ਰਾਮ ਦੀ ਸ਼ੂਗਰ ਚਾਹੀਦੀ ਹਰ ਟਾਈਮ ਸਾਡੇ ਜਿਉਂਦੇ ਰਹਿਣ ਲਈ ਅਤੇ ਸਾਰਾ ਕੰਮਕਾਰ ਕਰਨ ਲਈ। ਕਿਉਂਕਿ ਸ਼ੂਗਰ ਜਿਹੜੀ ਹੈ, ਸ਼ੂਗਰ ਦੇ ਸਿਰ 'ਤੇ ਹੀ ਸਾਡਾ ਸਰੀਰ ਜਿਉਂਦਾ ਹੈ। ਜੇ ਸਾਡੇ ਸਰੀਰ ਸ਼ੂਗਰ ਨਾ ਹੋਵੇ ਤਾਂ ਅਸੀਂ ਚੱਲ ਨਹੀਂ ਸਕਦੇ। ਸ਼ੂਗਰ ਸਾਡਾ ਈਂਧਨ ਹੈ, ਜਿੱਦਾਂ ਕਾਰ 'ਚ ਪੈਟਰੋਲ ਮੁੱਕ ਜੇ, ਡੀਜ਼ਲ ਮੁੱਕ ਜੇ, ਉੱਥੇ ਦੇ ਉੱਥੇ ਖੜ੍ਹ ਜਾਂਦੀ ਕਾਰ, ਉੱਦਾਂ ਹੀ ਜੇ ਸਾਡੇ ਸਰੀਰ ਸ਼ੂਗਰ ਮੁੱਕ ਜਾਵੇ ਤਾਂ ਸਾਡਾ ਸਰੀਰ ਉੱਥੇ ਹੀ ਖੜ੍ਹ ਜਾਊਗਾ ਅਤੇ ਮਰ ਜਾਏਗਾ, ਮੌਤ। ਹਾਂ ਬਿਲਕੁਲ, ਉਹਦੇ ਬਿਨਾਂ ਊਰਜਾ ਬਣਨ ਦਾ ਆਧਾਰ ਹੀ ਗਲੂਕੋਸ ਹੈ। ਸੋ ਗਲੂਕੋਸ ਕਿੰਨੀ ਚਾਹੀਦੀ ਹੈ ਅਸੀਂ ਕਹਿੰਦੇ 100 ਮਿਲੀਗ੍ਰਾਮ ਸਾਡੀ ਨਾਰਮਲ ਫਿਗਰ ਹੈ, 100 ਮਿਲੀਗ੍ਰਾਮ ਪਰ ਡੈਸੀਲੀਟਰ, ਯਾਨੀ ਕਿ 10 ਮਿਲੀਲੀਟਰ ਬਲੱਡ 'ਚ 100 ਮਿਲੀਗ੍ਰਾਮ ਸ਼ੂਗਰ ਚਾਹੀਦੀ ਹੈ। 1 ਲੀਟਰ 'ਚ ਕਿੰਨੀ ਹੋਈ? 1 ਗ੍ਰਾਮ। ਅਤੇ 5 ਲੀਟਰ ਖੂਨ ਹੈ ਸਰੀਰ 'ਚ, 5 ਗ੍ਰਾਮ, 1 ਚਮਚਾ, ਯਾਨੀ ਕਿ 1 ਚਮਚਾ ਸ਼ੂਗਰ ਸਿਰਫ ਸਾਡੇ ਖੂਨ 'ਚ ਐਟ ਏ ਟਾਈਮ ਚਾਹੀਦੀ ਹੈ, ਲੇਕਿਨ 24 ਘੰਟੇ ਚਾਹੀਦੀ ਹੈ। 24 ਘੰਟੇ ਚਾਹੀਦੀ ਹੈ। ਜਦੋਂ ਅਸੀਂ ਤੇਜ਼ ਕੰਮ ਕਰ ਰਹੇ ਹਾਂ, ਕੋਈ ਫਿਜ਼ੀਕਲ ਮਸ਼ੱਕਤ ਵਾਲਾ ਕੰਮ ਕਰ ਲਿਆ, ਉਦੋਂ ਜ਼ਿਆਦਾ ਤੇਜ਼ੀ ਨਾਲ ਉਹ ਬਦਲ ਜਾਂਦੀ ਹੈ, ਅਤੇ ਜਦੋਂ ਅਸੀਂ ਸਲੋ ਕੰਮ ਕਰ ਰਹੇ ਹਾਂ, ਸਲੋ ਬਦਲ ਜਾਂਦੀ ਹੈ। ਲੇਕਿਨ ਸਰੀਰ ਦੀ ਖੂਨ ਦੀ ਸਮਰੱਥਾ ਨਹੀਂ ਹੈ ਕਿ ਇਸ ਤੋਂ ਵੱਧ ਸ਼ੂਗਰ ਜਿਹੜੀ ਬਹੁਤ ਜ਼ਿਆਦਾ ਕੈਰੀ ਕਰ ਸਕੇ। ਕਿੰਨੀ ਸਮਰੱਥਾ ਉਹਦੀ? ਵੱਧ ਤੋਂ ਵੱਧ ਦੁੱਗਣੀ ਜਾਂ 2.5 ਗੁਣਾ, 200 ਮਿਲੀਗ੍ਰਾਮ ਤੱਕ, 250 ਮਿਲੀਗ੍ਰਾਮ ਤੱਕ ਹੱਦ। ਸਰੀਰ ਕਹਿੰਦਾ ਹੈ ਕਿ ਮੈਂ ਇਸ ਬਰਡਨ ਨੂੰ ਝੱਲ ਲੂੰਗਾ ਬਿਨਾਂ ਸਰੀਰ ਨੂੰ ਨੁਕਸਾਨ ਪਹੁੰਚਾਏ। 200 ਮਿਲੀਗ੍ਰਾਮ ਤੱਕ ਜਾਂ 250 ਮਿਲੀਗ੍ਰਾਮ ਤੱਕ ਵੱਡਾ ਨੁਕਸਾਨ ਨਹੀਂ ਹੁੰਦਾ, ਨੁਕਸਾਨ ਹੁੰਦਾ ਲੇਕਿਨ ਬਹੁਤ ਲੋ ਲੈਵਲ ਦਾ। ਲੇਕਿਨ ਜੇ 250 ਮਿਲੀਗ੍ਰਾਮ ਦੇ ਉੱਪਰ ਚਲੇ ਜਾਂਦੇ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਫਿਰ। ਅਤੇ ਉਹ ਵੱਡੇ ਨੁਕਸਾਨ ਨੂੰ ਰੋਕਣ ਲਈ, ਕਿਉਂਕਿ ਸਾਡੇ ਖਾਣੇ ਇੱਦਾਂ ਦੇ ਨੇ, ਉਹ ਅਕਸਰ ਦਿਨ 'ਚ ਅਸੀਂ 2 ਵਾਰੀ 3 ਵਾਰੀ ਇਹੋ ਜਿਹਾ ਖਾਣਾ ਖਾ ਲੈਂਦੇ ਹਾਂ ਜਿਹਦੇ ਨਾਲ ਇੱਕ ਵਾਰੀ ਪੀਕ ਵੱਜਦੀ ਹੈ। ਜਦੋਂ ਪੀਕ ਵੱਜਦੀ ਹੈ ਤਾਂ ਸਰੀਰ 'ਚ ਭਾਜੜਾਂ ਪੈ ਜਾਂਦੀਆਂ ਨੇ ਵੀ ਇਹ ਖਤਰਨਾਕ ਲੈਵਲ ਹੈ, ਇਹ ਨੁਕਸਾਨ ਦੇ ਨਾਲ ਜਦੋਂ ਪੀਕ ਵੱਜਦੀ ਤਾਂ ਨਾਲ ਦੀ ਨਾਲ ਜਿਹੜੀ ਸਰੀਰ ਨੂੰ ਇਨਸੂਲਿਨ ਮਾਰਦਾ, ਸ਼ੂਗਰ ਨੂੰ ਤਾਂ ਨਹੀਂ ਵਧਣ ਦਿੰਦਾ ਉਹ, ਲੇਕਿਨ ਇਹਦਾ ਮੈਂ ਸ਼ੂਗਰ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਸ਼ੂਗਰ ਹੈ ਹੀ ਜ਼ਿਆਦਾ। ਜਦੋਂ ਸ਼ੂਗਰ ਜ਼ਿਆਦਾ ਹੈ, ਹੁਣ ਸ਼ੂਗਰ ਵਧਣ ਦੀ ਜਦੋਂ ਕੋਸ਼ਿਸ਼ ਕਰਦੀ ਹੈ ਤਾਂ ਸਰੀਰ ਮਗਰੇ ਇਨਸੂਲਿਨ ਪਾ ਕੇ ਉਹਨੂੰ ਥੱਲੇ ਖਿੱਚ ਲੈਂਦਾ। ਸਰੀਰ ਕੋਲ ਇਨਸੂਲਿਨ ਨਾਂ ਦਾ ਜਿਹੜਾ ਸਬਸਟੈਂਸ ਹੈ, ਉਹ ਸ਼ੂਗਰ ਨੂੰ ਵਰਤਣ ਵਾਸਤੇ ਇੱਕ ਉਹਦਾ ਹਥਿਆਰ ਹੈ, ਉਹਦਾ ਕੈਰੀਅਰ ਹੈ, ਉਹ ਸੈੱਲ ਦੀ ਚਾਬੀ ਆ। ਉਹ ਕਿ ਸੈੱਲ ਦੇ ਵਿੱਚ ਅਗਰ ਐਂਟਰ ਕਰਨਾ ਹੈ ਤਾਂ ਇਨਸੂਲਿਨ ਦੀ ਚਾਬੀ ਲੱਗੇਗੀ ਤਾਂ ਐਂਟਰ ਹੋਏਗੀ। ਉਹ ਇਨਸੂਲਿਨ ਜਦੋਂ ਹੀ ਸ਼ੂਗਰ ਜ਼ਿਆਦਾ ਆ ਜਾਂਦੀ ਹੈ ਤਾਂ ਸੈੱਲ 'ਚ ਜ਼ਿਆਦਾ ਵੜਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਨਸੂਲਿਨ ਜਿਹੜੀ ਹੈ ਜ਼ਿਆਦਾ ਬਣਦੀ ਹੈ ਤਾਂ ਉਹਨੂੰ ਰੋਕ ਲੈਂਦੀ ਹੈ। ਫਿਰ ਉਹ ਸੈੱਲ ਜਿਹੜਾ ਹੈ ਉਹ ਰੋਕਦੀ ਕਿੱਦਾਂ? ਅੱਗੇ ਆਪਾਂ ਆਵਾਂਗੇ ਕਿ ਉਹ ਸ਼ੂਗਰ ਫਿਰ ਉਹਨੂੰ ਇਨਸੂਲਿਨ ਕੀ ਕਰਦੀ ਫਿਰ ਉਹਨੂੰ। ਜੇ ਬਾਰ-ਬਾਰ ਇਨਸੂਲਿਨ ਵੀ ਲੈ ਕੇ ਸ਼ੂਗਰ ਨੂੰ ਜਾਈ ਜਾਏਗਾ ਤਾਂ ਸੈੱਲ ਵੀ ਦਰਵਾਜ਼ਾ ਬੰਦ ਕਰ ਲੇਗਾ ਵੀ ਮੈਂ ਨਹੀਂ ਖੋਲਦਾ ਹੁਣ। ਹਾਂ, ਉਸੇ ਨੂੰ ਇਨਸੂਲਿਨ ਰੈਜ਼ਿਸਟੈਂਸ ਕਹਿੰਦੇ ਆ ਨਾ। ਸੈੱਲ ਕੀ ਕਰਦਾ ਹੈ, ਇਹ ਦੂਸਰਾ ਡਿਫੈਂਸ ਮੈਕੈਨਿਜ਼ਮ ਉਹਦਾ, ਕਿ ਸੈੱਲ ਤਾਂ ਇਨਸੂਲਿਨ ਪ੍ਰਤੀ ਰੈਜ਼ਿਸਟੈਂਸ ਹੋ ਜਾਂਦਾ ਹੈ, ਲੇਕਿਨ ਉਹੀ ਇਨਸੂਲਿਨ ਜਿਹੜੀ ਹੈ ਉਹ ਸ਼ੂਗਰ ਨੂੰ ਕਿਸੇ ਹੋਰ ਸਬਸਟੈਂਸ 'ਚ ਕਨਵਰਟ ਕਰ ਦਿੰਦੀ ਹੈ, ਜਾਂ ਤਾਂ ਨਵੇਂ ਸੈੱਲ ਕਿਤੇ ਹੋਰ ਬਣਾ ਦੇਗੀ ਜਿਹੜੀ ਕਿ ਰਸੌਲੀਆਂ ਦੀ ਸ਼ਕਲ 'ਚ ਆ ਜਾਏਗੀ, ਕੈਂਸਰ ਦੀ ਸ਼ਕਲ 'ਚ ਆ ਜਾਏਗੀ, ਜਾਂ ਬੰਦਾ ਫੈਟ ਸੈੱਲ ਬਣ ਜਾਣਗੇ ਅਤੇ ਮੋਟਾਪਾ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਕੈਂਸਰ ਦਾ ਕਾਰਨ ਵੀ ਜਿਹੜਾ ਸ਼ੂਗਰ ਬਣਦਾ? ਬਿਲਕੁਲ ਕੈਂਸਰ ਦਾ ਕਾਰਨ ਤਾਂ ਵੈਲ ਨੋਨ ਗੱਲ ਹੈ ਕਿ ਜਿਹੜੀਆਂ ਹਾਈ ਪੀਕਸ ਨੇ, ਜਿਹੜੀਆਂ ਸ਼ੂਗਰ ਦੀਆਂ ਤੇ ਇਨਸੂਲਿਨ ਦੀਆਂ ਪੀਕਸ ਨੇ, ਉਹ ਕੈਂਸਰ ਦਾ ਕਾਰਨ ਕਿਤੇ ਨਾ ਕਿਤੇ ਬਣਦੀਆਂ ਨੇ। ਬਹੁਤ ਸਾਰੇ ਕਾਰਨ ਨੇ ਕੈਂਸਰ ਦੇ, ਜੋ ਇੱਕ ਕਾਰਨ, ਬਹੁਤ ਵੱਡਾ ਕਾਰਨ ਇਹ ਹੈ। ਸੋ ਇਸ ਕਰਕੇ ਆਪਾਂ ਨੂੰ ਇਹ ਆਧਾਰ ਸਮਝਣਾ ਚਾਹੀਦਾ ਹੈ ਕਿ ਸਾਨੂੰ ਉਹ ਖਾਣੇ ਹੈ ਜਿਹਦੇ 'ਚ ਸਾਡੀ ਸ਼ੂਗਰ ਦੀ ਪੀਕ 100 ਦੀ ਬਜਾਏ ਵੱਧ ਤੋਂ ਵੱਧ 200 ਤੱਕ ਜਾਵੇ, ਬਸ। ਡਾਕਟਰ ਸਾਹਿਬ, ਮੈਂ ਤੁਹਾਨੂੰ ਮਾਫ ਕਰਨਾ, ਇੱਥੇ ਰੁਕਾਂਗਾ। ਬੜਾ ਇੰਪੋਰਟੈਂਟ ਗੱਲ ਹੈਗੀ ਹੈ। ਤੁਸੀਂ ਇਹ ਦੱਸਿਆ ਵੀ ਉਹਨੂੰ ਆਪਾਂ ਕਿਸੇ ਹੋਰ ਚੀਜ਼ ਦੇ ਵਿੱਚ ਕਨਵਰਟ ਕਰਨਾ। ਆਪਾਂ ਪਹਿਲਾਂ ਵੀ 1-2 ਜਗ੍ਹਾ ਦੇ ਉੱਤੇ ਡਿਸਕਸ ਕੀਤਾ ਸੀਗਾ ਕਿ ਸ਼ੂਗਰ ਜਿਹੜੀ ਹੈ ਉਹ ਜਦੋਂ ਵੱਧ ਜਾਂਦੀ ਹੈ ਬੋਡੀ ਦੇ ਅੰਦਰ ਤਾਂ ਉਹ ਫੈਟ ਦੇ ਵਿੱਚ ਕਨਵਰਟ ਹੋ ਕੇ ਅਤੇ ਜਿਹੜੀ ਉਹ ਕਈ ਜਗ੍ਹਾ ਦੇ ਉੱਤੇ ਫੈਲ ਜਾਂਦੀ ਹੈ ਬੋਡੀ ਦੇ ਵਿੱਚ। ਕਿ ਫੈਟ ਦੇ ਵਿੱਚ ਵੀ ਸੈੱਲ ਹੁੰਦੇ ਨੇ ਕਿ ਜਿਹੜੇ ਉਹ ਮਤਲਬ ਉਹ ਅੱਗੇ ਚੱਲ ਕੇ ਖਰਾਬੀਆਂ ਪੈਦਾ ਕਰਦੇ? ਨਹੀਂ, ਫੈਟ ਦੇ ਵਿੱਚ ਸੈੱਲ ਨਹੀਂ ਹੁੰਦੇ। ਫੈਟ ਸਟੋਰ ਕਰਨ ਲਈ ਬੋਡੀ ਸੈੱਲ ਕ੍ਰੀਏਟ ਕਰ ਲੈਂਦੀ ਆ, ਉਹਨੂੰ ਫੈਟ ਸੈੱਲ ਕਹਿੰਦੇ ਆ। ਉਹੀ ਮੈਂ ਕਹਿ ਰਿਹਾ, ਸੈੱਲ ਤਾਂ ਹੁੰਦੇ ਨੇ ਨਾ, ਅਤੇ ਉਹੀ ਸੈੱਲ ਫਿਰ ਅੱਗੇ ਕੈਂਸਰ ਦਾ ਕਾਰਨ। ਉਹ ਸੈੱਲ ਜਿਹੜੇ ਨੇ ਉਹਦੇ ਨਾਲ ਬੋਡੀ ਦੇ ਨਾਲ ਉਹਦਾ ਬਲੱਡ ਸਪਲਾਈ ਰਹਿੰਦੀ ਹੈ ਜਾਂ ਨਹੀਂ ਰਹਿੰਦੀ? ਉਹਦੇ ਨਹੀਂ, ਬਲੱਡ ਸਪਲਾਈ ਰਹਿੰਦੀ ਹੈ, ਥੋੜ੍ਹੀ ਜਿਹੀ ਬਲੱਡ ਸਪਲਾਈ ਹੁੰਦੀ ਹੈ, ਬਹੁਤ ਥੋੜ੍ਹੀ,
ਫੈਟ ਸੈੱਲ ਦੀ ਬਲੱਡ ਸਪਲਾਈ ਬਹੁਤ ਜ਼ਿਆਦਾ ਰੱਖਣ ਦੀ ਲੋੜ ਨਹੀਂ ਨਾ। ਫੈਟ ਸੈੱਲ ਤਾਂ ਕੀ ਹੈ, ਫੈਸਟ ਹੈ, ਉੱਦਾਂ ਜਿੱਦਾਂ ਅਸੀਂ ਸਟੋਰ 'ਚ ਕੋਈ ਚੀਜ਼ ਸਾਂਭਤੀ ਵੀ ਆਪਾਂ ਨੂੰ ਜਦੋਂ ਲੋੜ ਪਊਗੀ ਕੱਢ ਲਾਂਗੇ। ਤਾਂ ਫੈਟ ਸੈੱਲ ਨੂੰ ਸਰੀਰ ਬਲੱਡ ਸਪਲਾਈ ਨਹੀਂ ਦਿੰਦਾ, ਕਿਉਂਕਿ ਉਹ ਬਲੱਡ ਸਪਲਾਈ ਕਾਹਦੇ ਲਈ ਦੇਣੀ ਉਹਨੂੰ, ਤਾਂ ਕੰਮ ਕੋਈ ਕਰਨਾ ਨਹੀਂ ਉਹਨਾਂ ਨੇ, ਉਹ ਵਿਹਲੇ ਬੈਠਣਾ, ਉਹ ਤਾਂ ਡੀਕਣਾ ਉਹਨਾਂ ਨੇ ਵੀ ਜਦੋਂ ਸਾਡੀ ਲੋੜ ਪਊਗੀ ਅਸੀਂ, ਉਹ ਰਿਜ਼ਰਵ ਹੈ, ਉਹ ਰਿਜ਼ਰਵ ਫੌਜ ਹੈ, ਉਹ ਤਾਂ ਰਿਜ਼ਰਵ ਫੂਡ ਹੈ ਇੱਕ ਕਿਸਮ ਦਾ ਬਾਡੀ ਕੋਲੇ, ਵੀ ਕੱਲ੍ਹ ਨੂੰ ਜੇ ਇਸ ਬੰਦੇ ਨੂੰ ਨਾ ਮਿਲਿਆ 1 ਦਿਨ 2 ਦਿਨ 4 ਦਿਨ ਤਾਂ ਇਹਨੂੰ ਮਰਨ ਨਹੀਂ ਦਿੰਦੇ। ਇਹ ਕੁਦਰਤ ਨੇ ਇੱਕ ਮੈਕੈਨਿਜ਼ਮ ਬਣਾਇਆ ਸੀਗਾ, ਜਦੋਂ ਮਨੁੱਖ ਜਿਹੜਾ ਸੀ ਇਨਸਿਕਿਉਰ ਸੀ ਫੂਡ ਦੇ ਪੱਖ ਤੋਂ, ਵੀ ਉਹਨੂੰ ਮਿਲ ਗਿਆ ਤਾਂ ਉਹਨੇ ਦੱਬ ਕੇ ਖਾ ਲੈਣਾ, ਨਹੀਂ ਮਿਲਿਆ ਤਾਂ ਪਤਾ ਨਹੀਂ 2 ਦਿਨ ਨਾ ਮਿਲੇ 4 ਦਿਨ ਨਾ ਮਿਲੇ। ਉਹ ਕੋਈ ਸ਼ਿਕਾਰ ਖੇਡਦਾ ਸੀ, ਸ਼ਿਕਾਰੀ ਸੀਗਾ ਜਾਂ ਜੰਗਲਾਂ 'ਚ ਰਹਿੰਦਾ ਸੀਗਾ ਮਨੁੱਖ, ਕਦੀ ਖਾਣਾ ਮਿਲ ਗਿਆ, ਕਦੀ ਨਾ ਮਿਲਿਆ, ਕਦੀ ਕਿੰਨਾ ਮਿਲਿਆ, ਕਦੀ ਕਿੰਨਾ ਮਿਲਿਆ, ਤਾਂ ਉਹ ਬਾਡੀ ਸਟੋਰ ਕਰਕੇ ਰੱਖਦੀ ਸੀਗੀ ਫੈਟ ਦੀ ਸ਼ਕਲ 'ਚ, ਤਾਂ ਕਿ ਜੇ ਕਦੇ ਨਹੀਂ ਵੀ ਮਿਲਦਾ ਤਾਂ ਵੀ ਇਹਦਾ ਮਤਲਬ ਨਹੀਂ ਵੀ ਇਹ ਬੰਦਾ ਹੀ ਖੜ ਜਾਵੇ, ਉਹ ਬੰਦਾ ਨਹੀਂ ਖੜਦਾ। ਤੁਸੀਂ ਨਾ ਵੀ ਖਾਣਾ ਖਾਓ, ਤੁਹਾਨੂੰ ਇੱਕ ਵਾਰੀ ਭੁੱਖ ਲੱਗੇ, ਹੁਣ ਵੀ ਤੁਸੀਂ ਕਦੇ ਤਜਰਬਾ ਕਰ ਲਿਓ, ਤੁਸੀਂ ਜਦੋਂ ਤੁਹਾਨੂੰ ਭੁੱਖ ਖਾਣ ਦਾ ਟਾਈਮ ਹੋ ਗਿਆ ਤਾਂ ਤੁਸੀਂ ਜੇ ਸਰੀਰ ਨੂੰ ਮੈਸੇਜ ਦੇਤਾ ਵੀ ਮੈਂ ਨਹੀਂ ਖਾਣਾ, ਤਾਂ ਸਰੀਰ ਵੀ ਸੋ ਭੁੱਖ ਲੱਗੀ ਰਹੇਗੀ, ਤੁਹਾਨੂੰ ਸਰੀਰ ਭੁੱਖ ਮਾਰ ਦੇਗਾ ਅਤੇ ਕੰਮ ਫਿਰ ਚੱਲਦਾ ਸ਼ੁਰੂ ਹੋ ਜਾਏਗਾ, ਕੰਮ ਚੱਲੀ ਜਾਏਗਾ, ਕੰਮ ਨਹੀਂ ਰੁਕਦਾ ਤੁਹਾਡਾ। ਕਿਉਂ? ਕਿਉਂਕਿ ਤੁਹਾਡੇ ਕੋਲ ਫੈਟ ਪਿਆ। ਸੋ ਫੈਟ ਸੈੱਲ ਇੱਕ ਰਿਜ਼ਰਵ ਸੈੱਲ ਨੇ, ਇਸ ਕਰਕੇ ਉਹਨਾਂ ਦੀ ਬਲੱਡ ਸਪਲਾਈ ਨਹੀਂ ਹੁੰਦੀ। ਜਿਹੜੇ ਫੈਟ ਸੈੱਲ ਉਹ ਉਸੇ ਪ੍ਰੋਸੈਸ 'ਚ ਹੀ ਫੈਟ ਸੈੱਲ ਤੋਂ ਇਲਾਵਾ ਵੀ ਕੁਝ ਸੈੱਲ ਬਣ ਜਾਂਦੇ ਆ, ਜਿਵੇਂ ਗਿਲਟੀਆਂ ਬਣ ਗਈਆਂ ਸਰੀਰ 'ਚ, ਕੋਈ ਜਿਹੜਾ ਹੈ ਕੈਂਸਰ ਬਣ ਗਿਆ, ਕੋਈ ਫਾਈਬਰਾਇਡ ਬਣ ਗਿਆ, ਕੁਛ ਇੱਦਾਂ ਦੇ ਕੁਛ ਚੀਜ਼ਾਂ ਸਰੀਰ 'ਚ ਤੁਸੀਂ ਦੇਖਿਆ ਹੁਣ ਗੱਠਾਂ ਬਣ ਜਾਂਦੀਆਂ ਸਰੀਰ 'ਚ ਬਹੁਤ ਲੋਕਾਂ ਦੇ, ਉਹ ਕਿਤੇ ਨਾ ਕਿਤੇ ਮੈਕੈਨਿਜ਼ਮ ਉਹ ਵੀ ਉੱਦਾਂ ਦਾ ਹੀ ਹੈ ਕਿ ਜਿਹਦੇ ਅੰਦਰ ਕਿ ਜਿਹੜਾ ਇਨਸੂਲਿਨ ਕਿਤੇ ਨਾ ਕਿਤੇ ਰੋਲ ਪਲੇ ਕਰਦਾ ਹੋਏਗਾ ਜ਼ਰੂਰ ਉਹ, ਕਿਉਂਕਿ ਅਦਰਵਾਈਜ਼ ਜਦੋਂ ਤੁਸੀਂ ਅਸੀਂ ਡਾਈਟ ਦਿੰਦੇ ਹਾਂ ਤਾਂ ਉਹੀ ਗੱਠਾਂ ਡਿਜ਼ੋਲਵ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਉਹੀ ਗੱਠਾਂ ਜਿਹੜੀਆਂ ਨੇ ਘੁਲਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਰੋਲ ਉਸ ਚੀਜ਼ ਦਾ ਹੈਗਾ ਜਿਹੜੀ ਚੀਜ਼ ਪੀਕ ਮਾਰ ਰਹੀ ਹੈ। ਸੋ ਇਸ ਕਰਕੇ ਸ਼ੂਗਰ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਹੈ ਕਿ ਸਾਨੂੰ 100 ਮਿਲੀਗ੍ਰਾਮ ਚਾਹੀਦੀ ਹੈ ਹਰ ਵੇਲੇ। 100 ਮਿਲੀਗ੍ਰਾਮ ਤੋਂ ਜਦੋਂ ਘਟਦੀ ਹੈ ਤਾਂ ਸਾਨੂੰ ਸਾਡਾ ਸਰੀਰ ਥੋੜ੍ਹਾ ਸੁਸਤੀ ਮੰਨਦਾ, ਕੰਮ ਕਰਨ ਤੋਂ ਜਵਾਬ ਦਿੰਦਾ, ਫਿਰ ਥੋੜ੍ਹੀ ਦੇਰ ਬਾਅਦ ਸੈੱਲ ਉਹਨੂੰ ਮੈਸੇਜ ਚਲਾ ਜਾਂਦਾ ਹੈ, ਜਿਹੜਾ ਰਿਜ਼ਰਵ ਪਿਆ ਹੁੰਦਾ, ਪਹਿਲਾਂ ਲਿਵਰ ਵਾਲਾ ਰਿਜ਼ਰਵ ਹੁੰਦਾ, ਥੋੜ੍ਹਾ ਜਿਹਾ ਰਿਜ਼ਰਵ ਲਿਵਰ ਕੋਲ ਆ, ਉਹ ਐਮਰਜੈਂਸੀ ਵਾਸਤੇ ਹੁੰਦਾ, ਕਿ ਸਰੀਰ ਜਿਹੜਾ ਐਮਰਜੈਂਸੀ ਵਾਸਤੇ ਉਹਨੇ ਲਿਵਰ ਨੂੰ ਸਟੋਰ ਦਿੱਤਾ ਹੋਇਆ। ਜੇ ਤੁਹਾਨੂੰ ਫੌਰੀ ਮੰਨ ਲਓ ਲੋੜ ਪੈ ਗਈ, ਤੁਸੀਂ ਕਿਸੇ ਬੰਦੇ ਨਾਲ ਲੜ ਪਏ, ਤੁਹਾਨੂੰ ਭੱਜਣਾ ਪੈ ਗਿਆ, ਤੁਹਾਨੂੰ ਕੋਈ ਐਸਾ ਕੰਮ ਆ ਗਿਆ ਜੀ ਤੁਹਾਨੂੰ ਇੱਕਦਮ ਤੁਹਾਨੂੰ ਹਾਰਟ ਰੇਟ ਵੀ ਜ਼ਿਆਦਾ ਚਾਹੀਦਾ ਹੈ, ਸਾਹ ਵੀ ਜ਼ਿਆਦਾ ਚਾਹੀਦਾ, ਹਰ ਚੀਜ਼ ਜ਼ਿਆਦਾ ਚਾਹੀਦੀ ਹੈ, ਤਾਂ ਉਹ ਸਰੀਰ ਫਿਰ ਲਿਵਰ ਨੂੰ ਮੈਸੇਜ ਦਿੰਦਾ ਵੀ ਤੂੰ ਕੱਢ। ਲੇਕਿਨ ਉਹ ਲਿਵਰ ਵਾਲਾ ਜਿਹੜਾ ਸਟੋਰ ਹੈ ਉਹ ਸਰੀਰ ਨੂੰ ਜਦੋਂ ਐਮਰਜੈਂਸੀ ਮੈਸੇਜ ਆਏਗਾ ਤਾਂ ਹੀ ਦੇਗਾ, ਉੱਦਾਂ ਨਹੀਂ ਦਿੰਦਾ। ਉਹਨੇ ਰੱਖੇ ਐਮਰਜੈਂਸੀ ਵਾਸਤੇ ਹੋਇਆ। ਤੁਹਾਡੇ 'ਤੇ ਕੋਈ ਭੀੜ ਪੈ ਗਈ, ਜਦੋਂ ਤੁਹਾਨੂੰ ਵੱਧ ਗਲੂਕੋਜ਼ ਦੀ ਲੋੜ ਹੈ, ਤਾਂ ਸਰੀਰ ਉਹਨੂੰ ਇੱਕਦਮ ਜਿਵੇਂ ਕਹਿੰਦੇ ਬਸਟ ਮਾਰਦਾ ਉਹਦਾ, ਬਿੱਲਾ ਚੱਕ ਤੂੰ ਕੰਮ ਆਪਣਾ ਕਰ। ਉਹ ਕਿੰਨਾ ਚਿਰ ਚੱਲਦਾ? ਘੰਟਾ 2 ਘੰਟੇ 4 ਘੰਟੇ ਬਸ, ਫਿਰ ਬੰਦਾ ਐਗਜ਼ੌਸਟ ਹੋ ਜਾਂਦਾ ਅਤੇ ਅਲਟੀਮੇਟਲੀ ਬੇਹੋਸ਼ ਹੋ ਕੇ ਗਿਰ ਜਾਂਦਾ। ਫਿਰ ਜੋ ਨਹੀਂ ਹਟੇਗਾ ਉਹ ਅਲਟੀਮੇਟਲੀ ਗਿਰ ਜਾਏਗਾ, ਤਾਂ ਹੀ ਤਾਂ ਫੇਂਟ ਹੋ ਜਾਂਦੇ ਬੰਦੇ। ਉਹ ਇਸੇ ਕਰਕੇ ਫੇਂਟ ਹੁੰਦੇ ਕਿ ਰਿਜ਼ਰਵ ਦਾ ਖਤਮ ਹੋ ਗਿਆ, ਰਿਜ਼ਰਵ ਖਤਮ ਹੋਣ 'ਤੇ ਉਹ ਜਿਹੜਾ ਸੀਗਾ ਉਹ ਬੰਦਾ ਫਿਰ ਬੇਹੋਸ਼ ਹੋ ਕੇ ਗਿਰ ਗਿਆ। ਬੇਹੋਸ਼ ਵੀ ਕੁਦਰਤ ਇਸ ਕਰਕੇ ਕਰਦੀ ਕਿ ਬੰਦਾ ਮਰੀ ਨਾ ਜਾਵੇ ਸਿੱਧਾ ਕਿਤੇ। ਬੇਹੋਸ਼ ਹੁੰਦਾ ਤਾਂ ਬੰਦਾ ਲੇਟ ਜਾਂਦਾ, ਲੇਟ ਕੇ ਫਿਰ ਉਹ ਬਿਲਕੁਲ ਉਹਦੀ ਜਿਹੜੀ ਡਿਮਾਂਡ ਹੈ ਬਾਡੀ ਦੀ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਫਿਰ ਬੰਦਾ ਉਹ ਕਾਫੀ ਲੰਬਾ ਸਮਾਂ ਜਿਹੜਾ ਚੱਲਦਾ ਰਹਿੰਦਾ। ਸੋ ਇਹ ਵਰਤਾਰਾ ਜਿਹੜਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਲੋੜ ਕੀ ਹੈ ਸ਼ੂਗਰ ਤੋਂ ਬਚਣ ਦੀ ਲੰਬੇ ਸਮੇਂ 'ਚ, ਕਿ ਸਾਡੇ ਖਾਣੇ ਇੱਦਾਂ ਦੇ ਹੋਣ ਜਿਹਦੇ 'ਚ ਕਿ ਸ਼ੂਗਰ ਹੌਲੀ ਹੌਲੀ ਰਿਲੀਜ਼ ਹੋਵੇ, ਯਾਨੀ ਕਿ ਜਿਹਨੂੰ ਕਹਿੰਦੇ ਸਿੰਪਲ ਕਾਰਬਸ ਜਿਹੜੇ ਨੇ, ਚੀਨੀ ਵਾਲੀਆਂ ਚੀਜ਼ਾਂ, ਕੋਲਡ ਡਰਿੰਕਸ, ਪੇਸਟਰੀਆਂ, ਮਿਠਾਈਆਂ, ਕੋਈ ਚਿੱਟੇ ਚੌਲ ਜਾਂ ਬ੍ਰੈਡਸ, ਇਹ ਸਾਰੀਆਂ 'ਚ ਕੀ ਨੇ ਜਿਹਨਾਂ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਉਹ ਬਹੁਤ ਜ਼ਿਆਦਾ ਹਾਈ ਹੈ, ਔਰ ਜਿਹੜਾ ਉਹ ਬਹੁਤ ਤੇਜ਼ੀ ਨਾਲ ਉਹ ਗਲੂਕੋਜ਼ ਕਨਵਰਟ ਹੋ ਜਾਂਦੀਆਂ ਨੇ। ਇਹ ਖਾਣੇ ਨਾ ਖਾ ਕੇ ਅਸੀਂ ਉੱਦਾਂ ਦੇ ਖਾਣੇ ਖਾਈਏ ਜਿਹੜੇ ਹੌਲੀ ਸ਼ੂਗਰ ਰਿਲੀਜ਼ ਹੋਵੇ, ਅਤੇ ਸਾਡਾ ਜਿਹੜਾ ਵੱਧ ਤੋਂ ਵੱਧ ਲੈਵਲ 200 ਜਾਂ PP ਆਪਾਂ ਕਹਿੰਦੇ PP ਪੋਸਟ ਪ੍ਰੈਂਡੀਅਲ, ਯਾਨੀ ਕਿ 2 ਘੰਟੇ ਬਾਅਦ ਤਾਂ ਉਹ 200 ਦੇ ਲਗਭਗ ਰਹੇ, 200 ਤੋਂ ਕ੍ਰਾਸ ਨਾ ਕਰੇ। ਜਦੋਂ 200 ਤੋਂ ਕ੍ਰਾਸ ਕਰੇਗਾ ਅਰਜੀ ਤੌਰ 'ਤੇ ਵੀ, ਤਾਂ ਵੀ ਸਰੀਰ ਦੇ ਅੰਦਰ ਇੱਕ ਐਮਰਜੈਂਸੀ ਅਲਾਰਮ ਡਿਕਲੇਅਰ ਹੋ ਜਾਂਦਾ। 250 'ਤੇ ਜਾ ਕੇ ਐਮਰਜੈਂਸੀ ਅਲਾਰਮ ਡਿਕਲੇਅਰ ਹੋਣਾ ਸ਼ੁਰੂ ਹੋ ਜਾਂਦਾ ਕਿ ਇਸ ਤੋਂ ਉੱਪਰ ਨਹੀਂ ਵਧਣੀ ਚਾਹੀਦੀ, ਹੁਣ ਵਧੇਗੀ ਤਾਂ ਸਰੀਰ ਨੂੰ ਨੁਕਸਾਨ ਹੋਏਗਾ। ਫਿਰ ਇਨਸੂਲਿਨ ਆ ਜਾਂਦੀ ਹੈ, ਫਿਰ ਇਨਸੂਲਿਨ ਬਸਟ ਮਾਰਦੀ ਹੈ ਬਾਡੀ, ਉਹਨੂੰ ਥੱਲੇ ਖਿੱਚ ਲੈਂਦੀ ਰੀਡਿੰਗ ਨੂੰ, ਬਲੱਡ 'ਚੋਂ ਕੱਢ ਦਿੰਦੀ ਹੈ, ਬਲੱਡ 'ਚੋਂ ਕੱਢ ਕੇ ਫਿਰ ਉਹਨੂੰ ਕਿਤੇ ਨਾ ਕਿਤੇ ਜਮਾ ਦਿੰਦੀ ਹੈ, ਚਾਹੇ ਫੈਟ ਸੈੱਲ 'ਚ ਜਮਾ ਦਿਓ, ਚਾਹੇ ਨਾੜਾਂ 'ਚ ਜਮਾ ਦਿਓ, ਚਾਹੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸ਼ਕਲ 'ਚ ਉਹਨੂੰ ਬਿਲੇ ਲਾਉਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਉਹ ਕਿਤੇ ਲਿਵਰ ਕੋਲ ਜਿੰਨਾ ਕੁ ਸਟੋਰ ਦੀ ਸਮਰਥ ਹੈਗੀ, ਲਿਵਰ ਨੂੰ ਕਹਿੰਦੀ ਤੂੰ ਸਟੋਰ ਕਰ, ਤਾਂ ਸਾਰਾ ਕੁਝ ਫਿਰ ਕਰਕੇ ਫਿਰ ਬਾਡੀ ਨੂੰ ਰੀਡਿੰਗ ਨੂੰ ਫਿਰ ਵੀ ਉਹ ਵੀ ਫੇਲ ਹੋ ਜਾਂਦਾ,
ਤਾਂ ਫਿਰ ਬਾਡੀ ਦੀ ਲੈਵਲ ਜਾਂਦਾ 400 500 ਤੇ ਜਾ ਕੇ ਫਿਰ ਉਹ ਨੁਕਸਾਨ ਹੁੰਦਾ। ਜਿਹੜਾ ਫੈਟੀ ਲੀਵਰ ਹੈ ਉਹ ਵੀ ਲੀਵਰ ਕੋਲ ਸਟੋਰ ਵਾਲਾ ਸਿਸਟਮ ਹੀ ਹੈ। ਫੈਟੀ ਲੀਵਰ ਦੇ ਕਾਰਨ ਜਿਹੜੇ ਨੇ ਉਹ ਕਈ ਹੋ ਸਕਦੇ ਆ। ਇੱਕ ਕਾਰਨ ਇਹ ਸਭ ਤੋਂ ਵੱਡਾ ਕਾਰਨ ਇਹੀ ਜਾਪਦਾ ਜਿਹੜੀਆਂ ਪੀਕਸ ਵਾਲਾ। ਉਸ ਤੋਂ ਦੂਜਾ 2 ਨੰਬਰ ਤੇ ਕਾਰਨ ਲਿਵਰ ਦਾ ਥੋੜ੍ਹਾ ਡਿਫਰੈਂਟ ਹੋ ਸਕਦਾ ਕਿ ਉਹ ਜਿਹੜੇ ਸੈੱਲ ਨੇ ਡੈਮੇਜ ਹੋ ਜਾਂਦੇ ਆ ਲਿਵਰ ਦੇ। ਜਦੋਂ ਡੈਮੇਜ ਸੈੱਲ ਹੋਣਗੇ ਤਾਂ ਸੈੱਲ ਸ਼ਰਿੰਕ ਕਰ ਜਾਂਦੇ ਆ, ਉਹਦੇ ਵਿਚਾਲੇ ਸਪੇਸ ਬਣ ਜਾਂਦੀ ਹੈ। ਜਦੋਂ ਕੋਈ ਜ਼ਹਿਰੀਲੀ ਚੀਜ਼ ਜਿਹੜੀ ਹੈ ਲਿਵਰ ਨੂੰ ਡੈਮੇਜ ਕਰ ਰਹੀ ਹੈ, ਉਹ ਲਿਵਰ ਦਾ ਸੈੱਲ ਸ਼ਰਿੰਕ ਕਰ ਗਿਆ। ਪਹਿਲਾਂ ਤਾਂ ਉਹਦੀ ਥਾਂ ਹੈ ਨਹੀਂ ਸੀ, ਹੁਣ ਉਹਦੀ ਥਾਂ ਬਣ ਗਈ, ਤਾਂ ਉਹ ਫਿਰ ਕੁਦਰਤ ਉੱਥੇ ਵੀ ਫੈਟ ਜਮਾਉਣਾ ਸ਼ੁਰੂ ਕਰ ਦਿੰਦੀ ਹੈ। ਸੋ ਦੂਸਰਾ ਕਾਰਨ ਇਹ ਵੀ ਹੋ ਸਕਦਾ, ਹਾਈ ਪੀਕਸ ਵੀ ਹੋ ਸਕਦੀਆਂ ਨੇ ਕਾਰਨ। ਦੂਸਰਾ ਕਾਰਨ ਇਹ ਹੋ ਸਕਦਾ ਕਿ ਲਿਵਰ ਡੈਮੇਜ ਹੋ ਰਿਹਾ ਕਿਸੇ ਨਾ ਕਿਸੇ ਕਾਰਨ ਕਰਕੇ, ਜਿਵੇਂ ਅਲਕੋਹਲ ਵਾਲੇ ਬੰਦੇ ਆ, ਤਾਂ ਉਹ ਕਿਤੇ ਨਾ ਕਿਤੇ ਉਹਦਾ ਲਿਵਰ ਜੋ ਡੈਮੇਜ ਹੁੰਦਾ ਤਾਂ ਉਹ ਜਦੋਂ ਜਿਹੜੀ ਖਾਲੀ ਸਪੇਸ ਡਿਕਲੇਅਰ ਹੋ ਜਾਏਗੀ ਉੱਥੇ ਉਹ ਸੈੱਲ ਦੇ ਛੋਟਾ ਹੋਣ ਨਾਲ ਉੱਥੇ ਜਾ ਕੇ ਫੈਟ ਜੰਮੇਗਾ। ਤੇ ਬੜੇ ਵਿਸਥਾਰ ਦੇ ਨਾਲ ਤੁਸੀਂ ਦੱਸਿਆ ਵੀ ਕਿਸ ਢੰਗ ਦੇ ਨਾਲ ਜਿਹੜਾ ਬਾਡੀ ਦੇ ਅੰਦਰ ਜਿਹੜਾ ਉਹ ਜਦੋਂ ਸ਼ੂਗਰ ਦੀ ਪੀਕ ਵੱਜਦੀ ਹੈ, ਇਨਸੂਲਿਨ ਆਉਂਦੀ ਹੈ, ਇਨਸੂਲਿਨ ਜਾਂਦੀ ਹੈ। ਜੇ ਆਪਾਂ ਇਹਨੂੰ ਹੋਰ ਥੋੜ੍ਹਾ ਜਿਹਾ ਸੌਖਾ ਕਰਕੇ ਜੇ ਆਪਾਂ ਸਮਝਾਈਏ ਕਿਸੇ ਨੂੰ, ਤਾਂ ਜੋ ਮੈਨੂੰ ਤੁਹਾਡੇ ਨਾਲ ਰਹਿ ਕੇ ਮੈਨੂੰ ਸਮਝ ਆਈ ਹੈ ਕਿ ਬਾਡੀ ਦੇ ਅੰਦਰ ਸ਼ੂਗਰ ਆਈ, ਮੈਸੇਜ ਗਿਆ ਦਿਮਾਗ ਵੱਲੋਂ ਕਿ ਪੈਂਕਰੀਆਜ਼ ਨੂੰ ਵੀ ਸ਼ੂਗਰ ਆ ਗਈ, ਚਲੋ ਇਨਸੂਲਿਨ ਭੇਜੋ। ਇਨਸੂਲਿਨ ਕੈਰੀਅਰ ਹੈ, ਜਾ ਕੇ ਗਿਆ ਸ਼ੂਗਰ ਕੋਲੇ, ਜਾ ਕੇ ਉਹਨੇ ਕਹਿਤਾ ਵੀ ਬੈਠੋ ਜੀ, ਆ ਜਾਓ ਚਲੀਏ। ਸੈੱਲ ਕੋਲ ਗਿਆ, ਪ੍ਰਸ਼ਾਦਾ ਜੀ ਜਿਵੇਂ ਵੰਡਿਆ ਜਾਂਦਾ ਲੰਗਰ ਦੇ ਵਿੱਚ, ਸੈੱਲ ਕਹਿੰਦੇ ਸਾਨੂੰ ਚਾਹੀਦਾ ਨਹੀਂ, ਪਹਿਲਾਂ ਹੀ ਹੈਗਾ ਸਾਡੇ ਕੋਲ। ਅਤੇ ਉਦੋਂ ਬਾਅਦ ਫਿਰ ਅੱਗੇ ਚੱਲ ਕੇ ਉਹ ਵੰਡ ਸ਼ੁਰੂ ਹੁੰਦੀ ਆ ਵੀ ਬਾਹਰ ਕੱਢੋ ਉਹਨੂੰ, ਬਾਹਰ ਕੱਢੋ। ਜਦ ਨੂੰ ਉਹ ਬਾਹਰ ਕੱਢਣ ਦਾ ਪ੍ਰੋਸੈਸ ਚੱਲ ਰਿਹਾ ਹੁੰਦਾ ਅਤੇ ਅਸੀਂ ਹੋਰ ਖਾ ਜਾਂਦੇ ਹਾਂ। ਫਿਰ ਪ੍ਰਸ਼ਾਦਾ ਜੀ, ਫਿਰ ਸਾਰਾ ਪ੍ਰੋਸੈਸ, ਫਿਰ ਨਹੀਂ ਚਾਹੀਦਾ, ਫਿਰ ਬਾਹਰ ਕੱਢੋ। ਉਹ ਕਿੰਨਾ ਕੁ ਬਾਹਰ ਕੱਢੇਗਾ, ਇੱਥੇ ਹੀ ਬਿਮਾਰੀਆਂ ਸ਼ੁਰੂ ਹੁੰਦੀਆਂ। ਬਿਲਕੁਲ ਜਿਹੜਾ ਸਾਰਾ ਐਕਸੈਸ ਸ਼ੂਗਰ ਅਸੀਂ ਲੈ ਲੈਂਦੇ ਹਾਂ। ਅਤੇ ਦੂਜਾ ਤਰੀਕਾ ਹੁੰਦਾ ਉਹਨੂੰ ਕਰਨ ਦਾ, ਘਟਾਉਣ ਦਾ, ਕਿ ਕੰਮ ਕਰੋ, ਹੈਵੀ ਐਕਸਰਸਾਈਜ਼ ਕਰੋ, ਹੈਵੀ ਕੰਮ ਕਰੋ। ਉਹ ਫਿਰ ਉਹ ਕਰੋਗੇ ਤਾਂ ਫਿਰ ਬਾਡੀ ਦੀ ਰਿਕੁਆਇਰਮੈਂਟ ਵੱਧ ਜਾਂਦੀ ਹੈ ਇੱਕਦਮ, ਫਿਰ ਬਾਡੀ ਯੂਜ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਰ ਉਹ ਜਿਹੜਾ ਬੰਦਾ ਮਸ਼ੱਕਤ ਕਰਨ ਵਾਲਾ ਉਹ ਫਿਰ ਕਿਉਂਕਿ ਪੁਰਾਣੇ ਜ਼ਮਾਨੇ ਦੀ ਮਸ਼ੱਕਤ ਇੱਦਾਂ ਦੀ ਸੀ ਨਾ ਕਿ ਮਸ਼ੱਕਤ ਜ਼ਿਆਦਾ ਹੁੰਦੀ ਸੀ ਅਤੇ ਬੰਦਾ ਉਦੋਂ ਹੀ ਹਟਦਾ ਸੀ ਜਦੋਂ ਥੱਕ ਟੁੱਟ ਜਾਂਦਾ ਸੀ। ਥੱਕਣ ਟੁੱਟਣ ਦਾ ਮਤਲਬ ਕੀ ਹੁੰਦਾ ਕਿ ਹੁਣ ਖਤਮ ਹੋ ਗਿਆ ਸਟੈਮਿਨਾ ਅਤੇ ਹੁਣ ਬੰਦ ਕਰੋ। ਤਾਂ ਉਸ ਕਰਕੇ ਉਹ ਨੌਬਤ ਆਉਂਦੀ ਨਹੀਂ ਸੀ। ਤੁਸੀਂ ਸੁਣਿਆ ਹੋਣਾ ਵੀ ਪੁਰਾਣੇ ਲੋਕ ਥਾਲੀਆਂ 'ਚ ਰੱਖ ਕੇ ਲੱਡੂ ਖਾਂਦੇ ਸੀ, ਜਲੇਬੀਆਂ ਖਾ ਜਾਂਦੇ ਸੀ। ਤਾਂ ਉਹ ਆਪ ਦੇਖਿਆ ਡਾਕਟਰ ਸਾਹਿਬ, ਇੱਕ ਵਿਆਹ 'ਚ ਗਿਆ ਮੈਂ, ਇੱਕ ਬੰਦਾ ਮਸ਼ੱਕਤ ਕਰਨ ਵਾਲਾ ਸੀਗਾ, ਕੋਈ ਲੇਬਰ ਵਾਲਾ ਬੰਦਾ ਸੀ। ਉਹ ਪਹਿਲਾਂ ਨਾ ਡੋਂਗਿਆਂ 'ਚ ਪਾ ਕੇ, ਚੀਨੀ ਦੇ ਡੋਂਗਿਆਂ 'ਚ ਪਾ ਕੇ ਉਹਦੇ ਵਿਆਹ ਸ਼ਾਦੀਆਂ ਦੇ ਵਿੱਚ ਰੱਖ ਦਿੰਦੇ ਹੁੰਦੇ ਸੀ ਉਹਦੇ 'ਚ। ਅਤੇ ਉਹ ਬੰਦੇ ਨੇ ਚੀਨੀ ਦਾ ਡੋਂਗਾ ਹੀ ਭਰਿਆ ਹੋਇਆ ਗੁਲਾਬ ਜਾਮਣਾ ਦਾ ਚੁੱਕਿਆ, ਥੱਲੇ ਰੱਖ ਕੇ ਸਾਰਾ ਹੀ ਖਾ ਗਿਆ। ਬਿਲਕੁਲ ਖਾ ਜਾਂਦੇ ਸੀ ਉਦੋਂ। ਉਹ ਇਸ ਕਰਕੇ ਹਜਮ ਹੁਜਮ ਕਰ ਜਾਂਦੇ ਸੀਗੇ ਕਿ ਜੋ ਉਹਨਾਂ ਦੀ ਜਿਹੜੀ ਕੰਮ ਕਰਨ ਦਾ ਉਹਦਾ ਸਰੀਰ ਦੀ ਬਣਤਰ ਜਿਹੜੀ ਸੀਗੀ ਉਹ ਇੱਦਾਂ ਦੀ ਹੋ ਜਾਂਦੀ ਸੀ ਕਿ ਉਹ ਸਰੀਰ ਉਹਨਾਂ ਦਾ ਫਿਰ ਕੰਮ ਦੇ ਹਿਸਾਬ ਨਾਲ ਢਲ ਜਾਂਦਾ ਸੀ। ਅਤੇ ਮੁੜ ਕੇ ਜਾ ਕੇ ਉੱਦਾਂ ਹੀ ਫਿਰ ਕੰਮ ਕਰ ਲਿਆ ਉਹਨਾਂ ਨੇ, ਅਤੇ ਫਿਰ ਉਹ ਫਿਰ ਯੂਜ਼ ਹੋ ਜਾਂਦਾ ਸੀ। ਅਤੇ ਜਿਹੜੇ ਉਹਦੇ ਸਟੋਰ ਹੁੰਦੇ ਹੀ ਨਹੀਂ ਸੀਗੇ, ਬਾਕੀ ਦੇ ਖਾਲੀ ਹੁੰਦੇ ਸੀ ਸਾਰੇ ਸਟੋਰ। ਤਾਂ ਸਰੀਰ ਕੋਲ ਸਮਰੱਥਾ ਹੁੰਦੀ ਸੀ ਵੀ ਸਟੋਰ ਖਾਲੀ ਪਏ, ਚੱਲ ਕੋਈ ਗੱਲ ਨਹੀਂ, ਐਕਸਟਰਾ ਆ ਵੀ ਗਿਆ, ਇਹਨੂੰ ਸਟੋਰ ਕਰ ਲਓ, ਹੁਣ ਸਟੋਰ ਕਰ ਲਓ, ਮੁੜ ਕੇ ਜਦੋਂ ਕੰਮ ਕਰੂਗਾ ਫਿਰ ਉਦੋਂ ਆਪਾਂ ਦੇ ਦਾਂਗੇ। ਅਤੇ ਇਸ ਕਰਕੇ ਕੰਮ ਅਤੇ ਸ਼ੂਗਰ ਵਾਲੇ ਖਾਣੇ, ਇਹਨਾਂ ਦਾ ਬੈਲੈਂਸ ਜਿਹੜਾ ਕਿਤੇ ਨਾ ਕਿਤੇ ਅਸੀਂ ਵਿਗਾੜ ਲਿਆ। ਉਹ ਬੈਲੈਂਸ ਹੀ ਜਿਹੜਾ ਉਹ ਸ਼ੂਗਰ ਦੀ ਬਿਮਾਰੀ ਦੀ ਜੜ੍ਹ ਬਣ ਰਿਹਾ। ਸ਼ੂਗਰ ਦੀ ਬਿਮਾਰੀ ਦੀ ਜੜ੍ਹ ਬਣ ਰਿਹਾ। ਹੁਣ ਆਪਾਂ ਆਈਏ ਕਿ ਸ਼ੂਗਰ ਜਦੋਂ ਬਾਡੀ ਦੇ ਅੰਦਰ ਆ ਗਈ, ਬੰਦਾ ਹਟ ਨਹੀਂ ਰਿਹਾ। ਬੰਦੇ ਨੂੰ ਹਟ ਇਸ ਕਰਕੇ ਨਹੀਂ ਰਿਹਾ ਕਿਉਂਕਿ ਉਹ ਆਪਣੀ ਹੱਠ 'ਤੇ ਬੈਠਾ ਵੀ ਮੈਂ ਤਾਂ ਕੁਝ ਗਲਤ ਕਰ ਨਹੀਂ ਰਿਹਾ, ਨਾ ਸਮਝੀ ਕਹਿ ਲਓ, ਜਾਂ ਫਿਰ ਉਹ ਉਸ ਜੀਭ ਦੇ ਸਵਾਦ ਨੂੰ ਛੱਡਣਾ ਨਹੀਂ ਚਾਹ ਰਿਹਾ। ਦੋਨੋਂ ਚੀਜ਼ਾਂ ਹੋ ਸਕਦੀਆਂ ਨੇ। ਉਹ ਛੱਡ ਨਹੀਂ ਰਿਹਾ, ਲਗਾਤਾਰ ਸ਼ੂਗਰ ਦੀ ਪੀਕ ਆ ਰਹੀ ਹੈ, ਇਨਸੂਲਿਨ ਆ ਰਹੀ ਹੈ। ਹੁਣ ਇਹ ਦੱਸੋ ਕਿ ਇਕੱਲੀ ਸ਼ੂਗਰ ਹੀ ਖਰਾਬ ਕਰਦੀ ਹੈ ਕਿ ਇਨਸੂਲਿਨ ਵੀ ਖਰਾਬ ਕਰਦਾ? ਨਹੀਂ, ਇਨਸੂਲਿਨ ਵੀ ਇਹ ਦੋਨੋਂ ਜਿਹੜੇ ਰਲ ਕੇ ਬਹੁਤ ਖਰਾਬ ਕਰਦੇ ਆ, ਹਾਈ ਸ਼ੂਗਰ ਅਤੇ ਹਾਈ ਇਨਸੂਲਿਨ। ਹੁਣ ਤੱਕ ਤਾਂ ਇਹ ਗੱਲ ਕੀਤੀ ਜਾ ਰਹੀ ਹੈ ਨਾ ਵੀ ਸ਼ੂਗਰ ਖਰਾਬ ਕਰਦੀ ਹੈ। ਨਹੀਂ, ਤੁਸੀਂ ਜਿਹੜਾ ਇਹ ਗੱਲ ਜਿਹੜੀ ਮਿੱਥ ਬਣੀ ਹੋਈ ਹੈ ਕਿ ਸ਼ੂਗਰ ਦਾ ਮਤਲਬ ਇਨਸੂਲਿਨ ਦੀ ਘਾਟ। ਸ਼ੂਗਰ 2 ਤਰ੍ਹਾਂ ਦੀ ਹੈ, ਇੱਕ ਨੂੰ ਟਾਈਪ 1 ਕਿਹਾ ਜਾਂਦਾ, ਇੱਕ ਟਾਈਪ 2 ਹੈ। ਟਾਈਪ 1 ਉਹ ਜਿਹੜੀ ਬੱਚਿਆਂ 'ਚ ਹੁੰਦੀ ਹੈ ਜਾਂ ਬਹੁਤ ਯੰਗ 'ਚ ਹੁੰਦੀ ਹੈ, ਉਹਦੇ 'ਚ ਪੈਂਕਰੀਆਸ ਡੈਮੇਜ ਹੁੰਦਾ, ਉਹ 'ਚ ਇਨਸੂਲਿਨ ਨਹੀਂ ਬਣਦੀ ਜਾਂ ਘੱਟ ਬਣਦੀ ਹੈ। ਇਸ ਕਰਕੇ ਸ਼ੂਗਰ ਦੀ ਰੀਡਿੰਗ ਹਾਈ ਹੋ ਜਾਂਦੀ ਹੈ ਕਿ ਸ਼ੂਗਰ ਕੀ ਇਨਸੂਲਿਨ ਹੀ ਹੈ ਨਹੀਂ। ਇਨਸੂਲਿਨ ਨਹੀਂ ਹੈ ਤਾਂ ਸ਼ੂਗਰ ਨੂੰ ਵਰਤਣ ਦਾ ਸਾਧਨ ਨਹੀਂ ਹੈ। ਉਹ ਖੂਨ 'ਚ ਫਿਰ ਜਾਂਦੀ ਹੈ, ਅੱਗੇ ਸਰੀਰ ਵਰਤ ਨਹੀਂ ਰਿਹਾ, ਬੰਦਾ ਕਮਜ਼ੋਰ ਹੈ, ਕੰਮ ਨਹੀਂ ਕਰ ਪਾ ਰਿਹਾ, ਸੁਸਤ ਹੈ, ਹਰ ਕੰਮ ਉਹਦਾ ਸਲੋ ਹੈ। ਲੇਕਿਨ ਸਰੀਰ ਨੂੰ ਜਿਹੜੀ ਖੂਨ 'ਚ ਜਿਹੜੀ ਹੈ 400 500 600 ਫਿਰਦੀ ਹੈ। ਤਾਂ ਉਹ ਕਿਉਂ ਹੈ? ਕਿਉਂਕਿ ਇਨਸੂਲਿਨ ਨਹੀਂ ਬਣ ਰਹੀ। ਉਹ ਹੈ ਟਾਈਪ 1। ਟਾਈਪ 1 ਸ਼ੂਗਰ ਜਿਹੜੀ ਬਿਲਕੁਲ ਡਿਫਰੈਂਟ ਹੈ। ਜਿਹੜੀ ਟਾਈਪ 1 ਸ਼ੂਗਰ ਹੈ ਪਹਿਲਾਂ ਤਾਂ ਬਹੁਤ ਹੀ ਘੱਟ ਹੁੰਦੀ ਸੀ, ਲੇਕਿਨ ਅਜੇ ਵੀ ਬਹੁਤ ਘੱਟ ਹੈ, ਲੇਕਿਨ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੁਣ।
ਪਹਿਲਾਂ ਬੜੀ ਰੇਅਰ ਹੁੰਦੀ ਸੀ। ਜਦੋਂ ਮੈਂ MBBS ਕਰਕੇ ਨਿਕਲਿਆ 40-50 ਸਾਲ ਪਹਿਲਾਂ, ਤਾਂ ਉਦੋਂ ਸ਼ੂਗਰ ਟਾਈਪ 1 ਤਾਂ ਸ਼ੂਗਰ ਬਹੁਤ ਹੀ ਘੱਟ ਸੁਣਦੇ ਸੀ। ਕਦੇ ਵਿਰਲਾ ਬੱਚਾ ਆਉਂਦਾ ਹੁੰਦਾ ਸਾਡੇ ਕੋਲੇ ਵੀ ਇਹ ਟਾਈਪ 1 ਸ਼ੂਗਰ ਦਾ। ਤਾਂ ਹੁਣ ਜਿਹੜਾ ਉਹ ਹਨੇਰੀ ਆਈ ਪਈ ਉਹਦੀ ਵੀ। ਲੇਕਿਨ ਇਹਦੇ ਪਿੱਛੇ ਕੀ ਕਾਰਨ ਹੈ? ਕਿਉਂਕਿ ਪੈਂਕਰੀਆਸ ਕਿਉਂ ਨਹੀਂ ਬਣਾਉਂਦਾ? ਕੀ ਕਾਰਨ ਹੁੰਦਾ ਇਹਦੇ? ਉਹ ਟਾਈਪ 1 ਜਿਹੜੀ ਡਾਇਬਟੀਜ਼ ਹੈ ਉਹ ਤਾਂ ਆਟੋ ਇਮਿਊਨ ਹੈ, ਆਟੋ ਇਮਿਊਨ ਡਿਸਆਰਡਰ ਹੈ। ਉਹਦੀ ਆਪਾਂ ਗੱਲ ਥੋੜ੍ਹੀ ਅੱਡ ਹੀ ਕਰਾਂਗੇ ਮੇਰੇ ਖਿਆਲ 'ਚ। ਆਟੋ ਇਮਿਊਨ ਡਿਸਆਰਡਰ ਜਿਹੜੇ ਹੁੰਦੇ ਨੇ ਉਹ ਇੱਕ ਡਿਫਰੈਂਟ ਚੀਜ਼ ਹੈ, ਜਿਹਦੇ 'ਚ ਕਿ ਸਾਡਾ ਆਪਣੇ ਸਰੀਰ ਦੀ ਇਮਿਊਨਿਟੀ ਤੁਹਾਡੀ ਆਪਣੀ ਬਾਡੀ ਨੂੰ ਡੈਮੇਜ ਕਰ ਦਿੰਦੀ ਹੈ। ਅਤੇ ਜੇ ਪੈਂਕਰੀਆਸ ਡੈਮੇਜ ਹੋ ਗਿਆ, ਆਟੋਇਮਿਊਨ ਡਿਸਆਰਡਰ ਜਿਹੜੇ ਨੇ ਇੱਦਾਂ ਦੇ ਬਹੁਤ ਸਾਰੇ ਡਿਸਆਰਡਰ ਨੇ ਜਿਹੜੇ ਆਰਗਨ ਸਪੈਸੀਫਿਕ ਨੇ, ਯਾਨੀ ਕਿ ਇੱਕ ਆਰਗਨ ਜ਼ਿਆਦਾ ਡੈਮੇਜ ਹੁੰਦਾ, ਬਾਕੀਆਂ 'ਤੇ ਵੀ ਆਫਕੋਰਸ ਆਟੋਇਮਿਊਨਿਟੀ ਦਾ ਅਸਰ ਹੁੰਦਾ। ਲੇਕਿਨ ਜਿਵੇਂ ਪੈਂਕਰੀਆਸ 'ਤੇ ਅਗਰ ਡੋਮੀਨੇਟਲੀ ਜਦੋਂ ਅਸਰ ਹੋ ਜਾਂਦਾ ਤਾਂ ਉਹ ਟਾਈਪ 1 ਡਾਇਬਟੀਜ਼ ਬਣ ਜਾਂਦੀ, ਯਾਨੀ ਕਿ ਪੈਂਕਰੀਆਸ ਹੀ ਡੈਮੇਜ ਹੋ ਗਿਆ। ਹੁਣ ਪੈਂਕਰੀਆਸ ਨੂੰ ਉਸ ਡੈਮੇਜ ਨੂੰ ਕਿਵੇਂ ਰੋਕਣਾ, ਉਹ ਇੱਕ ਡਿਫਰੈਂਟ ਇਸ਼ੂ ਹੈ ਜਿਹੜਾ ਮੈਂ ਆਟੋਇਮਿਊਨਿਟੀ ਨਾਲ ਜੁੜਿਆ ਹੋਇਆ। ਅਤੇ ਆਟੋਇਮਿਊਨਿਟੀ ਵਾਲੀ ਗੱਲ ਜ਼ਿਆਦਾ ਆਪਾਂ ਉੱਧਰ ਕਰ ਲਾਂਗੇ। ਇਹਦੇ 'ਚ ਆਪਾਂ ਜਿਹੜੀ ਗੱਲ ਕਰਦੇ ਹਾਂ ਟਾਈਪ 2 ਦੀ, ਟਾਈਪ 2 ਜਿਹੜੀ ਹੈ ਇਹ ਟਾਈਪ 2 ਸ਼ੂਗਰ ਜਿਹੜੀ ਹੈ ਇਹ ਹੈਗੀ ਹੈ ਐਕਸੈਸ ਸ਼ੂਗਰ ਦਾ ਮਸਲਾ। ਇਹਦੇ ਇੰਸੂਲਿਨ ਵੀ ਜ਼ਿਆਦਾ ਬਣਦੀ ਹੈ। ਜੇ ਅਸੀਂ ਇੱਥੇ ਦਾ ਇੰਸੂਲਿਨ ਟੈਸਟ ਕਰਾਉਣ ਦਾ ਰਿਵਾਜ ਨਹੀਂ ਹੈ, ਲੇਕਿਨ ਵੈਸਟਰਨ ਕੰਟਰੀ ਦੇ ਅੰਦਰ ਇੰਸੂਲਿਨ ਵੀ ਟੈਸਟ ਕਰਾਈ ਜਾਂਦੀ ਹੈ, ਇੰਸੂਲਿਨ ਲੈਵਲਸ। ਇਹਦਾ ਮਤਲਬ ਹੈ ਜਿਹੜਾ ਟਾਈਪ 2 ਡਾਇਬਟੀਜ਼ ਹੈ ਉਹ 'ਚ ਸ਼ੂਗਰ ਵੀ ਜ਼ਿਆਦਾ ਹੋਏਗੀ ਅਤੇ ਇੰਸੂਲਿਨ ਵੀ ਜ਼ਿਆਦਾ ਹੋਏਗੀ। ਇੰਸੂਲਿਨ ਇਹ ਵੀ ਹੋ ਸਕਦਾ ਵੀ ਸ਼ੂਗਰ ਨਾਲੋਂ ਵੱਧ ਇੰਸੂਲਿਨ ਆ ਰਹੀ ਹੋ? ਹਾਂ, ਇਹ ਵੀ ਹੋ ਸਕਦਾ, ਬਿਲਕੁਲ ਹੋ ਸਕਦਾ। ਜਾਂ ਡਿਫਰੈਂਟ ਪੈਟਰਨਸ ਬਣਦੇ ਹੋਣਗੇ ਜ਼ਰੂਰ ਇਹ ਕਿ ਕਿਸੇ 'ਚ ਇੰਸੂਲਿਨ ਬਾਅਦ 'ਚ ਕੀ ਹੁੰਦਾ ਕਿ ਈਵਨ ਟਾਈਪ 2 ਵੀ ਟਾਈਪ 1 'ਚ ਕਨਵਰਟ ਹੋ ਜਾਂਦੀ ਹੈ। ਉਹ ਕਿਉਂ ਹੋ ਜਾਂਦੀ ਹੈ ਕਿ ਹੌਲੀ ਹੌਲੀ ਉਹੀ ਸ਼ੂਗਰ ਜਿਹੜੀ ਹਾਈ ਸ਼ੂਗਰ ਹੈ ਉਹ ਪੈਂਕਰੀਆਸ ਨੂੰ ਵੀ ਡੈਮੇਜ ਕਰਨ ਲੱਗ ਜਾਂਦੀ ਹੈ। ਫੀਡਬੈਕ ਹੋ ਗਿਆ ਨਾ, ਕਿ ਉਹਨੂੰ ਮੈਸੇਜ ਜਾਣ ਲੱਗ ਗਿਆ ਕਿ ਤੁਸੀਂ ਇੰਸੂਲਿਨ ਜ਼ਿਆਦਾ ਬਣਾਓ, ਜੋ ਜ਼ਿਆਦਾ ਬਣਾਓ, ਕਿਸੇ ਤੋਂ ਮੰਗੀ ਜਾਓ ਬੰਦਾ ਉਹ ਪੈਂਕਰੀਆਸ ਐਗਜ਼ਾਸਟ ਹੋ ਜਾਂਦਾ, ਉਹ ਫਿਰ ਬਣਾਉਣਾ ਹਥਿਆਰ ਛੱਡ ਜਾਂਦਾ। ਉੱਥੇ ਆ ਕੇ ਫਿਰ ਉਹ ਅਲਟੀਮੇਟਲੀ ਤੁਸੀਂ ਦੇਖਿਆ ਹੋਣਾ ਕਿ ਉਹ ਫਿਰ ਟੀਕੇ ਲੱਗਣ ਲੱਗੇ। ਲੋਕ ਕਹਿੰਦੇ ਵੀ ਹੁਣ ਪਹਿਲਾਂ ਕੋਈ ਦਵਾਈਆਂ ਨਾਲ ਕੰਟਰੋਲ ਹੋ ਰਹੀ ਸੀ, ਫਿਰ ਹੁਣ ਟੀਕੇ ਲੱਗਣ ਲੱਗ ਗਏ। ਉਹ ਕਿਉਂ ਲੱਗਣ ਲੱਗ ਗਏ? ਕਿਉਂਕਿ ਇੰਸੂਲਿਨ ਦੀ ਪੈਂਕਰੀਆਸ ਦੀ ਪਿਆ ਹੋ ਗਈ। ਪੈਂਕਰੀਆਸ ਸੈੱਲ ਦੀ ਸਟੈਮਿਨਾ ਨਾ, ਸਮਰੱਥਾ, ਨਿੱਕਾ ਜਿਹਾ ਪੈਂਕਰੀਆਸ ਹੈ। ਪੈਂਕਰੀਆਸ ਕਿੱਡਾ ਕੁ ਹੈ? ਜਿਹੜੀ ਕੋਡ ਕਿਰਲੀ ਹੁੰਦੀ ਹੈ, ਕੋਡ ਕਿਰਲੀ ਦੀ ਸ਼ਕਲ ਵਰਗਾ ਹੀ ਹੁੰਦਾ ਉਹ। ਹਾਂ, ਇੱਦਾਂ ਹੀ ਹੁੰਦਾ ਬਿਲਕੁਲ ਐਗਜ਼ੈਕਟਲੀ। ਕੋਡ ਕਿਰਲੀ ਦੀ ਸ਼ਕਲ ਹੁੰਦੀ ਹੈ, ਉਹਦਾ ਹੈੱਡ ਹੁੰਦਾ ਹੈ, ਫਿਰ ਉਹਦੀ ਬਾਡੀ ਹੁੰਦੀ ਹੈ, ਫਿਰ ਉਹਦੀ ਟੇਲ ਹੁੰਦੀ ਹੈ। ਬਿਲਕੁਲ ਪੈਂਕਰੀਆਸ ਕੋਡ ਕਿਰਲੀ ਦੀ ਸ਼ਕਲ ਦਾ ਹੁੰਦਾ। ਤਾਂ ਕੋਡ ਕਿਰਲੀ ਜਿੱਡਾ ਸਾਡਾ ਪੈਂਕਰੀਆਸ ਹੈ ਅਤੇ ਉੱਡਾ ਇੱਕ ਪੈਂਕਰੀਆਸ ਨੇ ਐਡੀ ਵੱਡੀ ਬਾਡੀ ਸੰਭਾਲਣੀ ਹੈ। ਤਾਂ ਉਹ ਜਦੋਂ ਬਾਡੀ ਨੂੰ ਸੰਭਾਲਦਾ ਸਾਲ 2 ਸਾਲ 4 ਸਾਲ 5 ਸਾਲ 10 ਸਾਲ 'ਚ ਉਹਦੀ ਭਿਆਂ ਹੋ ਜਾਂਦੀ ਹੈ। ਫਿਰ ਉਹ ਆ ਕੇ ਟਾਈਪ 1 ਕਨਵਰਟ ਹੋ ਜਾਂਦਾ। ਤਾਂ ਉਹ ਟਾਈਪ 1 ਡਿਫਰੈਂਟ ਟਾਈਪ ਹੈ ਜਿਹੜੀ ਹੈ ਅਡਲਟ ਵਾਲੀ। ਅਤੇ ਬਾਅਦ 'ਚ ਪਹਿਲਾਂ ਗੋਲੀਆਂ 'ਤੇ ਸੀਗਾ ਬੰਦਾ, ਬਾਅਦ 'ਚ ਉਹਦੇ 'ਚ ਆ ਗਿਆ। ਜਿਹੜੀ ਟਾਈਪ 1 ਸ਼ੁਰੂ ਤੋਂ ਹੀ ਹੈ, ਜਿਹੜੀ ਕਿ ਬੱਚਿਆਂ ਅਤੇ ਯੰਗ ਅਡਲਟਸ 'ਚ ਹੁੰਦੀ ਹੈ, ਉਹਦੇ 'ਚ ਗੋਲੀਆਂ ਅਸਰ ਹੀ ਨਹੀਂ ਕਰਦੀਆਂ, ਕਿਉਂਕਿ ਇੰਸੂਲਿਨ ਦਾ ਤਾਂ ਮਸਲਾ ਹੀ ਨਹੀਂ ਹੈ। ਉਹ ਤਾਂ ਮਸਲਾ ਜਿਹੜਾ ਜਾਂ ਬਹੁਤ ਘੱਟ ਅਸਰ ਕਰਦੀਆਂ ਨੇ। ਉਹਦੀ ਕੁਛ ਕੁ ਦਵਾਈਆਂ ਹੈਗੀਆਂ ਜਿਹੜੀ ਥੋੜ੍ਹਾ ਬਹੁਤ ਅਸਰ ਕਰਦੀਆਂ ਨੇ, ਲੇਕਿਨ ਬਾਈ ਐਂਡ ਲਾਰਜ ਇੰਸੂਲਿਨ 'ਤੇ ਡਿਪੈਂਡੈਂਟ ਹੁੰਦਾ। ਇੰਸੂਲਿਨ ਵੀ ਚੈੱਕ ਹੋ ਜਾਂਦੀ ਵੀ ਘੱਟ ਬਣ ਰਹੀ ਹੈ ਜਾਂ ਵੱਧ ਬਣ ਰਹੀ ਹੈ? ਹਾਂ, ਇੰਸੂਲਿਨ ਲੈਵਲ ਚੈੱਕ ਹੁੰਦੇ ਆ। ਇੰਸੂਲਿਨ ਲੈਵਲ ਬਿਲਕੁਲ ਇੰਸੂਲਿਨ ਲੈਵਲ ਚੈੱਕ ਕਰਦੇ ਆ। ਉਹਨੂੰ ਕਹਿੰਦੇ ਬਲੱਡ ਇੰਸੂਲਿਨ ਲੈਵਲਸ। ਸੀਰਮ ਵਿੱਚ ਇੰਸੂਲਿਨ ਹੈ ਕਿੰਨੀ ਹੈ, ਉਹ ਕਰਾਉਣੀ ਚਾਹੀਦੀ ਹੈ, ਆਈਡੀਅਲੀ ਕਰਾਉਣੀ ਚਾਹੀਦੀ ਹੈ। ਕੋਈ ਤੁਹਾਨੂੰ ਐਗਜ਼ੈਕਟ ਪਤਾ ਲੱਗ ਜਾਏਗਾ ਕਿ ਇੰਸੂਲਿਨ ਘੱਟ ਬਣਨ ਦਾ ਮਸਲਾ ਕਿੰਨਾ ਕੁ ਹੈ ਅਤੇ ਇੰਸੂਲਿਨ ਵੱਧ ਬਣਨ ਦਾ ਮਸਲਾ ਕਿੰਨਾ ਹੈ। ਇਕੱਲੀ ਸ਼ੂਗਰ ਹੀ ਨਹੀਂ ਟੈਸਟ ਕਰਾਉਣੀ ਚਾਹੀਦੀ, ਇੰਸੂਲਿਨ ਲੈਵਲ ਵੀ ਚੈੱਕ ਕਰਾਉਣਾ ਚਾਹੀਦਾ ਜਦੋਂ ਵੀ ਕਰਾਵੇ। ਬਿਲਕੁਲ ਇੰਸੂਲਿਨ ਲੈਵਲ ਟੈਸਟ ਵੀ ਉਹ ਥੋੜ੍ਹਾ ਮਹਿੰਗਾ, ਇਸ ਕਰਕੇ ਲੋਕ ਆਮ ਤੌਰ 'ਤੇ ਕਰਾਉਂਦੇ ਨਹੀਂ ਹੈ ਅਤੇ ਸਰ ਜਾਂਦਾ ਉਹਦੇ ਕਰਾਏ ਬਿਨਾਂ। ਇਸ ਕਰਕੇ ਜਿਹੜਾ ਹੈ ਇਹ ਮਸਲਾ ਜਿਹੜਾ ਹੈ ਇੰਸੂਲਿਨ ਦਾ, ਇਹ ਉਹਦੇ ਨਾਲ ਜੁੜਿਆ ਹੋਇਆ। ਇੰਸੂਲਿਨ ਟੈਸਟ ਹੋ ਜਾਏ ਤਾਂ ਵਧੀਆ ਗੱਲ ਹੈ। ਅਤੇ ਇਹ 2 ਤਰ੍ਹਾਂ ਦੀ ਸ਼ੂਗਰ ਜਿਹੜੀ ਹੈ ਬੜੀ ਸਪਸ਼ਟ ਡਿਫਰੈਂਸ਼ੀਏਟ ਕਰਨੀ ਚਾਹੀਦੀ, ਟਾਈਪ 1 ਟਾਈਪ 2। ਟਾਈਪ 1 ਨੂੰ ਕਹਿੰਦੇ IDDM, ਇੰਸੂਲਿਨ ਡਿਪੈਂਡੈਂਟ ਡਾਇਬਟੀਜ਼ ਮੈਲਾਈਟਸ, IDDM। ਜਿਹੜੀ ਉਹਨੂੰ ਕਹਿੰਦੇ ਨੇ NIDDM, ਨੋਨ ਇੰਸੂਲਿਨ ਡਿਪੈਂਡੈਂਟ ਡਾਇਬਟੀਜ਼ ਮੈਲਾਈਟਸ, ਉਹ ਅਡਲਟ ਵਾਲੀ ਹੈ। ਤਾਂ ਅਡਲਟ ਵਾਲੀ ਜਿਹੜੀ ਡਾਇਬਟੀਜ਼ ਹੈ ਇਹ ਬਹੁਤ ਜ਼ਿਆਦਾ ਹੈ। ਜਿਹੜੀ ਬਹੁਤੀ ਅਸੀਂ ਡਾਇਬਟੀਜ਼ ਦੀ ਗੱਲ ਕਰਦੇ ਹਾਂ ਉਹ NIDDM ਹੈ, ਅਡਲਟਸ ਵਾਲੀ ਹੈ। ਜਿਹੜੀ ਬੱਚਿਆਂ ਵਾਲੀ ਹੈਗੀ ਹੈ ਜਾਂ ਯੰਗ ਅਡਲਟਸ ਵਾਲੀ ਹੈ, ਉਹ ਬਹੁਤ ਉਹਦੇ ਮੁਕਾਬਲੇ ਥੋੜ੍ਹੀ ਹੈ, ਲੇਕਿਨ ਪਿਛਲੇ 50 ਸਾਲਾਂ 'ਚ ਵਧੀ ਵੀ ਬਹੁਤ ਹੈ। ਜਿਵੇਂ NIDDM ਵਧੀ ਹੈ ਬਹੁਤ ਜ਼ਿਆਦਾ, ਇੱਦਾਂ ਹੀ IDDM ਵੀ ਵਧੀ ਹੈ। ਤਾਂ ਦੋਨੋਂ ਸ਼ੂਗਰ ਜਿਹੜੀਆਂ ਨੇ ਇਸ ਵੇਲੇ ਉਹ ਬਹੁਤ ਜ਼ਿਆਦਾ ਲੋਕ ਉਹਨਾਂ ਦੀ ਮਾਰ 'ਚ ਆ ਰਹੇ ਹੈ। ਔਰ ਬਹੁਤ ਜ਼ਿਆਦਾ ਮਾਰ 'ਚ ਹੀ ਨਹੀਂ ਆ ਰਹੇ, ਉਹਦੇ ਕਰਕੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੈ। ਉਹਦੇ ਕਰਕੇ ਸ਼ੂਗਰ ਜਿਹੜੀ ਹੈ, ਜਦੋਂ ਜਿਹੜਾ ਬੰਦਾ ਸ਼ੂਗਰ ਦਾ ਮਰੀਜ਼ ਬਣ ਜਾਂਦਾ ਫਿਰ ਉਹ BP ਦਾ ਵੀ ਮਰੀਜ਼ ਬਣਦਾ, ਉਹ ਕੋਲੈਸਟਰੋਲ ਵੀ ਵੱਧ ਘੱਟ ਹੋ ਜਾਂਦੀ ਹੈ, ਉਹਦਾ ਹਾਰਟ ਵੀ ਡੈਮੇਜ ਹੋ ਜਾਂਦਾ, ਫਿਰ ਉਹਦੀਆਂ ਲੱਤਾਂ ਜਿਹੜੀਆਂ ਨੇ ਉਹਦੀ ਬਲੱਡ ਸਪਲਾਈ ਘਟਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਨਿਊਰੋਪੈਥੀ ਹੋ ਜਾਂਦੀ ਹੈ, ਪੈਰ ਦੇ ਅੰਦਰ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ, ਕਿਤੇ ਪੈਰ ਕਿਉਂਕਿ ਪੈਰ ਸੁੰਨ ਰਹਿਣੇ ਸ਼ੁਰੂ ਹੋ ਜਾਂਦੇ ਆ,
ਫਿਰ ਪੈਨਿਸਿਲਿਨ ਰਹਿ ਗਿਆ ਤੇ ਸੱਟ ਫਿੱਟ ਲੱਗੀ, ਜ਼ਖਮ ਹੋਇਆ, ਉਹ ਠੀਕ ਨਹੀਂ ਹੋਣਾ, ਤਾਂ ਉਹਦੇ 'ਚ ਪੈਰ ਗਲਣਾ ਸੜਨਾ ਸ਼ੁਰੂ ਹੋ ਜਾਂਦਾ। ਤਾਂ ਤੁਸੀਂ ਹੈਰਾਨ ਹੋਗੇ ਕਿ ਲੱਖਾਂ ਲੋਕ ਜਿਹੜੇ ਨੇ ਹਰ ਸਾਲ ਉਹਦੀਆਂ ਲੱਤਾਂ ਕੱਟੀਆਂ ਜਾ ਰਹੀਆਂ ਨੇ, ਲੱਖਾਂ ਲੋਕ ਉਹਦੇ ਕਰਕੇ ਅੰਨੇ ਹੋ ਰਹੇ ਆ, ਉਹਦੇ ਕਰਕੇ ਅੱਖਾਂ ਦੇ ਉੱਪਰ ਅਸਰ ਹੋ ਜਾਂਦਾ ਪਿੱਛੇ ਪਰਦੇ ਦੇ, ਉਹ ਲੱਖਾਂ ਲੋਕ ਅੰਨੇ ਹੋ ਰਹੇ ਆ, ਲੱਖਾਂ ਲੋਕ ਜਿਹੜੇ ਨੇ ਉਹ ਕਿਡਨੀ ਡੈਮੇਜ ਹੋ ਰਹੀ ਹੈ, ਲੱਖਾਂ ਲੋਕਾਂ ਨੂੰ ਹਾਰਟ ਅਟੈਕ ਜਲਦੀ ਹੋ ਰਿਹਾ, ਬਲੱਡ ਵੈਸਲ ਡਿਜ਼ੀਜ਼ ਵੀ ਜਲਦੀ ਹੁੰਦੀ ਹੈ। ਤਾਂ ਬ੍ਰੇਨ ਦੇ ਵਿੱਚ ਜਿਹੜਾ ਹੁਣ ਜਿਹੜੇ ਸ਼ੂਗਰ ਵਾਲੇ ਮਰੀਜ਼ ਨੇ ਹੌਲੀ ਹੌਲੀ ਉਹਨਾਂ ਦਾ ਬ੍ਰੇਨ ਕੰਮ ਕਰਨਾ ਘੱਟ ਜਾਂਦਾ, ਮੈਮਰੀ ਸ਼ਾਰਟ ਹੋ ਗਈ, ਉਹਦਾ ਕੰਮ ਨਹੀਂ ਕਰ ਪਾ ਰਹੇ, ਉਹਨਾਂ ਦੀ ਜਿਹੜੀ ਕੌਨਸਨਟ੍ਰੇਸ਼ਨ ਹੈ, ਉਹਨਾਂ ਦੀ ਕੈਪੈਸਿਟੀ ਕੰਮ ਕਰਨ ਦੀ ਘੱਟ ਰਹੀ ਹੈ। ਤਾਂ ਹਰ ਅੰਗ ਨੂੰ ਸ਼ੂਗਰ ਇੱਕ ਇਹੋ ਜਿਹੀ ਜਿਹੜੀ ਸਿਉਂਕ ਹੈ, ਉਹ ਹਰ ਅੰਗ ਨੂੰ ਚਟਮ ਕਰ ਜਾਂਦੀ ਹੈ। ਉਹਦੇ ਅੰਦਰ ਜਿਹੜੀ ਹੈ ਜਿੱਦਾਂ ਸਿਉਂਕ ਹੈ, ਦੀਮਕ ਹੈ, ਹੌਲੀ ਹੌਲੀ ਉਹ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੈ। ਮਗਰੋਂ ਪਤਾ ਲੱਗਦਾ ਵੀ ਜਿਹੜੀ ਚੁਗਾਠ ਹੈ ਉਹ ਤਾਂ ਹੱਥ 'ਚ ਹੀ ਆ ਗਈ, ਜੇ ਹੱਥ ਲਾਓ ਤਾਂ ਉਹ ਖੋਖਲੀ ਅੰਦਰੋਂ, ਇੱਦਾਂ ਸਰੀਰ ਖੋਖਲਾ ਕਰ ਦਿੰਦੀ ਹੈ। ਅਤੇ ਉਹਦੇ ਨਾਲ ਫਿਰ ਜਿਹੜੀਆਂ ਜਿੱਦਾਂ ਅੱਗੇ ਡੀਲ ਕੀਤਾ ਜਾਂਦਾ ਉਹ ਦਵਾਈਆਂ ਨਾਲ ਅਤੇ ਹੋਰਾਂ ਨਾਲ, ਉਹ ਆਪਣੇ ਆਪ 'ਚ ਇੱਕ ਮਸਲਾ ਹੈ। ਅਤੇ ਉਹਦੇ ਸਾਈਡ ਇਫੈਕਟਸ ਆਉਣੇ ਸ਼ੁਰੂ ਹੋ ਜਾਂਦੇ ਨਾਲ, ਕੁਛ ਹੋਰ ਬਿਮਾਰੀਆਂ ਦਵਾਈਆਂ ਕਰਕੇ ਪੈਦਾ ਹੋ ਜਾਂਦੀਆਂ ਨੇ, ਕੁਛ ਬਿਮਾਰੀਆਂ ਦਵਾਈਆਂ ਕਰਕੇ ਪੈਦਾ ਹੋ ਜਾਂਦੀਆਂ ਨੇ। ਤਾਂ ਇਹ ਸਾਰਾ ਮਸਲਾ ਉਲਝ ਕੇ ਜਿਹੜੇ ਸ਼ੂਗਰ ਦੇ ਮਰੀਜ਼ ਆਮ ਤੌਰ 'ਤੇ ਹਰ ਸਾਲ ਨਵੀਂ ਤੋਂ नवी उलझन 'ਚ ਜਾਂਦੇ ਆ। तो आज मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली और हमारे पास 250 डॉक्टर्स की टीम, हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयां शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਜਿਹੜੀ ਆਪਾਂ ਇਹ ਮੂਵਮੈਂਟ ਸ਼ੁਰੂ ਕੀਤੀ ਹੈ, ਆਪਾਂ ਇਹਦੇ 'ਚ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਹਦਾ ਇਸ ਜਿਹੜਾ ਕੋਈ ਚੱਕਰ ਹੈ ਇਹਨੂੰ ਕਿਤੇ ਤੋੜੀਏ, ਤੇ ਉਸ ਤੋੜਨ ਲਈ ਆਪਾਂ ਜਿਹੜੀ ਗੱਲ ਜਿਹੜੀ ਆ ਉਹ ਮੂਵਮੈਂਟ ਲਾਂਚ ਕਰ ਰਹੇ ਹਾਂ
ਕਿ ਆਪਾਂ ਕੀ ਕਿਹੜੇ ਢੰਗ ਨੇ ਜਿਹਦੇ ਨਾਲ ਅਸੀਂ ਇਸ ਕੋ ਚੱਕਰ 'ਚੋਂ ਆਪਣੇ ਸਮਾਜ ਨੂੰ ਐਜ਼ ਏ ਸਮਾਜ ਵੱਡੇ ਪੱਧਰ ਤੇ ਕੱਢ ਸਕੀਏ। ਇੰਡੀਵਿਜੂਅਲ ਮਰੀਜ਼ਾਂ ਦਾ ਇਲਾਜ ਕਰਨਾ ਇੱਕ ਗੱਲ ਹੈ, ਲੇਕਿਨ ਸਮਾਜ ਨੂੰ ਉਹ ਹਥਿਆਰ ਦੇਣਾ, ਉਹ ਨੌਲੇਜ ਦੇਣਾ, ਉਹ ਗਿਆਨ ਦੇਣਾ ਕਿ ਇਸ ਕੋ ਚੱਕਰ ਨੂੰ ਤੋੜਿਆ ਕਿਵੇਂ ਜਾਵੇ, ਤਾਂ ਉਹਦੀ ਆਪਾਂ ਜਿਹੜੀ ਗੱਲ ਹੈ ਜਿਹੜੀ ਉਹ ਕਰ ਰਹੇ ਹਾਂ। ਡਾਕਟਰ ਸਾਹਿਬ, ਟਾਈਪ 1 ਸ਼ੂਗਰ ਜ਼ਿਆਦਾ ਖਤਰਨਾਕ ਹੈ ਜਾਂ ਟਾਈਪ 2? ਇਹ ਤਾਂ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਹਿਲੀ ਗੱਲ ਇਹ ਹੈ ਕਿ ਸ਼ੂਗਰ ਵਧੀ ਜ਼ਿਆਦਾ ਖਤਰਨਾਕ ਹੈ ਜਾਂ ਸ਼ੂਗਰ ਘਟੀ ਜ਼ਿਆਦਾ ਖਤਰਨਾਕ? ਦੇਖੋ, ਸ਼ੂਗਰ ਵਧੀ ਤਾਂ ਲੰਬੇ ਸਮੇਂ 'ਚ ਖਤਰਨਾਕ ਹੈ ਹੀ ਹੈ, ਲੰਬੇ ਸਮੇਂ 'ਚ। ਲੇਕਿਨ ਸ਼ੂਗਰ ਘਟੀ ਨਾਲ ਵੀ ਸ਼ੂਗਰ ਘਟੀ ਜ਼ਿਆਦਾ ਆਮ ਤੌਰ 'ਤੇ NIDDM ਜਿਹੜੀ ਅਡਲਟ ਵਾਲੀ ਡਾਇਬਟੀਜ਼ ਹੈ, ਉਹ 'ਚ ਜਿਹੜੀ ਸਮੱਸਿਆ ਇਸ ਕਰਕੇ ਨਹੀਂ ਆਉਂਦੀ ਕਿ ਗੋਲੀਆਂ ਹੀ ਹੁੰਦੀਆਂ ਨੇ, ਅਤੇ ਗੋਲੀਆਂ ਇੰਨੀਆਂ ਸਟਰੋਂਗ ਨਹੀਂ ਹੁੰਦੀਆਂ ਕਿ ਇੱਕਦਮ ਸ਼ੂਗਰ ਬੰਦੇ ਦੀ ਘਟਾ ਦੇਣ। ਘਟ ਜਾਂਦੀ ਉਹ 'ਚ ਵੀ ਜੇ ਬੰਦਾ ਬਹੁਤ ਹੀ ਲਾਪਰਵਾਹ ਹੋਵੇ ਤਾਂ। ਲੇਕਿਨ ਇਨਸੂਲਿਨ ਵਾਲੇ ਜਿਹੜੇ ਲੋਕ ਨੇ, IDDM ਵਾਲੇ ਹੈ, ਉਹਨਾਂ ਨੂੰ ਬਹੁਤ ਹੀ ਚਤਨ ਰਹਿਣਾ ਚਾਹੀਦਾ ਕਿ ਇਨਸੂਲਿਨ ਬਹੁਤ ਤੇਜ਼ ਹੁੰਦੀ ਹੈ। ਇਨਸੂਲਿਨ ਦੀ ਮਾੜੀ ਮੋਟੀ ਡੋਜ਼ ਅਪ ਡਾਊਨ ਕੀਤੀ ਜਾਂ ਉਹਦੇ ਹਿਸਾਬ ਨਾਲ ਖਾਣਾ ਨਹੀਂ ਖਾਧਾ ਤਾਂ ਉਹ ਇੱਕਦਮ ਸ਼ੂਗਰ ਨੂੰ ਥੱਲੇ ਮਾਰਦੀ ਚੱਕ ਕੇ। ਬਿਲਕੁਲ ਬਹੁਤ ਸਾਰੇ ਬੱਚੇ ਮਰਦੇ ਹੈ ਇਸ ਕਰਕੇ ਕਿ ਇਨਸੂਲਿਨ ਦੀ ਓਵਰਡੋਜ਼ ਲੱਗ ਗਈ, ਬੱਚੇ ਨੇ ਮੌਕੇ 'ਤੇ ਖਾਇਆ ਨਹੀਂ, ਜਾਂ ਗਲਤੀ ਨਾਲ ਓਵਰਡੋਜ਼ ਲੱਗ ਗਈ, ਬੱਚਾ ਜਿਹੜਾ ਉਹ ਜਾ ਕੇ ਐਮਰਜੈਂਸੀ ਰੂਮ 'ਚ ਜਾਂਦਾ। ਸੋ ਜਿੰਨੇ ਬੱਚੇ ਸ਼ੂਗਰ ਕਰਕੇ ਉਲਝ ਕੇ ਐਮਰਜੈਂਸੀ ਪਹੁੰਚਦੇ ਆ, ਉਦੋਂ ਕਿਤੇ ਵੱਧ ਬੱਚੇ ਲੋ ਸ਼ੂਗਰ ਕਰਕੇ ਐਮਰਜੈਂਸੀ ਪਹੁੰਚਦੇ ਆ ਜਿਹੜੇ ਇਨਸੂਲਿਨ 'ਤੇ ਹੁੰਦੇ ਆ। ਸੋ ਇਸ ਕਰਕੇ ਇਨਸੂਲਿਨ ਵਾਲੇ ਬੱਚਿਆਂ ਨੂੰ ਬਹੁਤ ਹੀ ਚਤਨ ਰਹਿਣਾ ਚਾਹੀਦਾ ਕਿ ਜਦੋਂ ਇਨਸੂਲਿਨ ਲੱਗ ਰਹੀ ਹੈ ਤਾਂ ਇਨਸੂਲਿਨ ਬਹੁਤ ਹੀ ਸੋਚ ਸਮਝ ਕੇ ਲਾਉਣੀ ਹੈ। ਜਿੱਥੇ ਸੋਚ ਸਮਝ ਕੇ ਘਟਾਉਣੀ ਹੈ, ਜੋ ਅਸੀਂ ਦੇ ਰਹੇ ਹਾਂ ਫੂਡ ਦਾ, ਡਾਈਟ ਦਾ, ਅਤੇ ਉਹਦੇ ਵਿੱਚ ਅਸੀਂ ਅਲਟੀਮੇਟਲੀ ਇਨਸੂਲਿਨ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹਦੇ ਵਿੱਚ ਵੀ ਅਸੀਂ ਅਲਰਟ ਕਰਦੇ ਹਾਂ ਕਿ ਉਹਨੂੰ ਇੰਨਾ ਕੈਲਕੂਲੇਟ ਢੰਗ ਨਾਲ ਘਟਾਉਣਾ ਹੈ ਕਿ ਉਹ ਨਾ ਹੋਵੇ ਕਿ ਤੁਸੀਂ ਜਿਹੜੀ ਹੈ ਜ਼ਿਆਦਾ ਘਟਾ ਦਿਓ ਅਤੇ ਉੱਪਰ ਚਲੀ ਜਾਵੇ, ਜਾਂ ਵੱਧ ਲਾ ਦਿਓ ਅਤੇ ਥੱਲੇ ਚਲ ਜਾਵੇ। ਤਾਂ ਦੋਨੋਂ ਪਾਸੇ ਖਤਰਾ ਹੁੰਦਾ। ਵਧਣ ਦਾ ਖਤਰਾ ਲੰਬੇ ਸਮੇਂ 'ਚ ਹੈ, ਫੌਰੀ ਇੱਕ ਦੀ ਰੀਡਿੰਗ ਵਧੀ ਕੁਛ ਨਹੀਂ ਕਹਿੰਦੀ। ਮੰਨ ਲਓ ਅੱਜ ਅਸੀਂ ਇਨਸੂਲਿਨ ਘੱਟ ਲਾਤੀ ਜਾਂ ਇਨਸੂਲਿਨ ਦੀ ਡੋਜ਼ ਮਿਸ ਕਰਤੀ, ਸ਼ੂਗਰ ਵੱਧ ਗਈ, ਉਹਦੇ ਨਾਲ ਫੌਰੀ ਕੋਈ ਖਤਰਾ ਨਹੀਂ ਹੈ। ਲੇਕਿਨ ਇਨਸੂਲਿਨ ਵੱਧ ਲਾਉਣ ਦਾ ਫੌਰੀ ਖਤਰਾ ਹੈ। ਫੌਰੀ ਖਤਰਾ ਕੀ ਹੋਏਗਾ? ਬੰਦਾ ਕਿਤੇ ਇਹੋ ਜਿਹੀ ਥਾਂ 'ਤੇ ਬੈਠਾ, ਉਹ ਮਾੜਾ ਮੋਟਾ ਬੇਸੁਰਤ ਹੋ ਗਿਆ, ਚੱਕਰ ਖਾ ਗਿਆ, ਡਿੱਗ ਗਿਆ, ਐਕਸੀਡੈਂਟ ਹੋ ਗਿਆ, ਪਾਣੀ 'ਚ ਗਿਆ ਬੰਦਾ, ਮਰ ਜਾਏਗਾ। ਰੋਡ ਡਰਾਈਵਿੰਗ ਕਰ ਰਿਹਾ, ਮਰ ਜਾਏਗਾ। ਸੜਕ 'ਤੇ ਆ ਗਿਆ, ਮਰ ਜਾਏਗਾ। ਕਿਤੇ ਅੱਗ ਦੇ ਨੇੜੇ ਬੈਠਾ, ਜਦੋਂ ਇਹਨੂੰ ਚੱਕਰ ਆ ਗਿਆ, ਉਹ ਅੱਗ ਲੱਗ ਜਾਏਗੀ, ਥੱਲੇ ਗਿਰ ਜਾਏਗਾ। ਤਾਂ ਉਹ ਜਿਹੜਾ ਘੱਟ ਵਾਲਾ ਮਸਲਾ, ਇਹਦੇ ਪ੍ਰਤੀ ਬਹੁਤ ਹੀ ਚਤਨ ਰਹਿਣਾ ਚਾਹੀਦਾ, ਬਹੁਤ ਜ਼ਿਆਦਾ ਚਤਨ ਰਹਿਣਾ ਚਾਹੀਦਾ। ਪੇਰੈਂਟਸ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਇਨਸੂਲਿਨ ਦੀ ਡੋਜ਼ ਜਿਹੜੀ ਹੈ ਉਹ ਬਹੁਤ ਹੀ ਸੋਚ ਸਮਝ ਕੇ ਲਾਉਣੀ ਹੈ, ਔਰ ਤਾਂ ਹੀ ਬਾਰ-ਬਾਰ 3-3 4-4 ਵਾਰੀ ਟੈਸਟ ਕਰਨ ਨੂੰ ਕਹਿੰਦੇ ਹਾਂ ਕਿ ਹਰ ਵਾਰੀ ਜਦੋਂ ਇਨਸੂਲਿਨ ਲਾਉਣੀ ਹੈ ਤਾਂ ਪਹਿਲਾਂ ਟੈਸਟ ਕਰੋ। ਕਿਉਂਕਿ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜਾ ਇਨਸੂਲਿਨ ਲੈਵਲ ਬਹੁਤ ਫਰਜਾਈਲ ਹੁੰਦਾ, ਕਿ ਫਰਜਾਈਲ ਦਾ ਮਤਲਬ ਕਿ ਉਹਦਾ ਪਤਾ ਨਹੀਂ ਲੱਗਦਾ ਕਿੱਦਾਂ ਬਿਹੇਵ ਕਰੇਗਾ ਬੱਚਾ, ਕਿਉਂਕਿ ਬੱਚੇ ਇਨਸੂਲਿਨ ਦਾ ਲੈਵਲ ਬਹੁਤ ਗੱਲਾਂ 'ਤੇ ਨਿਰਭਰ ਕਰਦਾ। ਲੇਕਿਨ ਕਿਉਂਕਿ ਜਿਹੜਾ ਇਹ IDDM ਵਾਲਾ ਬੱਚਾ ਹੁੰਦਾ, ਇਨਸੂਲਿਨ ਵਾਲਾ, ਇਹਦਾ ਆਪਣਾ ਅੰਦਰਲਾ ਸਿਸਟਮ ਜਿਹੜਾ ਰੈਗੂਲੇਸ਼ਨ ਵਾਲਾ ਬੜਾ ਵੀਕ ਹੁੰਦਾ। ਥੋੜ੍ਹਾ ਜਿਹਾ ਵੱਧ ਖਾ ਲੇ ਬਹੁਤ ਉੱਪਰ ਚਲੇ ਜਾਂਦੀ ਹੈ, ਥੋੜ੍ਹਾ ਜਿਹਾ ਘੱਟ ਖਾ ਲੇ ਬਿਲਕੁਲ ਥੱਲੇ ਆ ਜਾਂਦੀ ਹੈ। ਇਹ ਆਮ ਬੰਦੇ 'ਚ ਨਹੀਂ ਹੁੰਦਾ ਇੱਦਾਂ। ਆਮ ਬੰਦੇ 'ਚ ਇੱਕ ਸਿਸਟਮ ਹੈ ਕਿ ਬਾਡੀ ਆਪਣੇ ਆਪ ਰੈਗੂਲੇਟ ਕਰ ਲੈਂਦੀ ਹੈ। ਲੇਕਿਨ ਕਿਉਂਕਿ ਇਨਸੂਲਿਨ ਦਾ ਜਿਹੜਾ ਵੈਪਨ ਹੈ ਸਰੀਰ ਕੋਲੇ, ਉਹ ਨੌਕਡ ਆਊਟ ਹੈ, ਉਹ ਹੈ ਨਹੀਂ ਗਾ। ਇਸ ਕਰਕੇ ਉਹ ਜਿਹੜਾ ਸਿਸਟਮ ਵੀਕ ਹੋਣ ਕਰਕੇ ਜਿਹੜੇ ਬੱਚੇ ਹੁੰਦੇ ਆ ਇਹ ਜ਼ਿਆਦਾ ਖਤਰੇ 'ਚ ਹੁੰਦੇ ਆ। ਡਾਕਟਰ ਸਾਹਿਬ, ਇਹ ਤਾਂ ਬੜੀ ਖਤਰਨਾਕ ਚੀਜ਼ ਹੈ ਅਤੇ ਬੜੀ ਪੇਨਫੁਲ ਚੀਜ਼ ਹੈ ਵੀ ਹਰ ਇਨਸੂਲਿਨ ਦਾ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਜਿਹੜਾ ਉਸ ਬੱਚੇ ਦੀ ਇਨਸੂਲਿਨ ਚੈੱਕ ਕੀਤੀ ਜਾਵੇ ਜਾਂ ਸ਼ੂਗਰ ਲੈਵਲ ਚੈੱਕ ਕੀਤਾ ਜਾਵੇ, ਤਾਂ ਹਰ ਵਾਰ ਸੂਈ ਮਾਰ ਕੇ ਬਲੱਡ ਕੱਢ ਕੇ ਤੇ ਚੈੱਕ ਕਰਨਾ ਤਾਂ ਬੜਾ ਪੇਨਫੁਲ ਪ੍ਰੋਸੈਸ ਹੈਗਾ। ਪੇਨਫੁਲ ਵੀ ਹੈ, ਸਾਈਕੋਲੋਜੀਕਲੀ ਬਹੁਤ ਟਰਾਮੈਟਿਕ ਵੀ ਹੈ। ਬਹੁਤ ਪੇਰੈਂਟਸ ਔਰ ਬੱਚੇ ਜਿਹੜੇ ਨੇ ਉਹ ਜੀਵਨ ਭਰ ਦੀ ਮਾਯੂਸੀ 'ਚ ਆ ਜਾਂਦੇ ਆ। ਬਹੁਤ ਘੱਟ ਪੇਰੈਂਟਸ ਔਰ ਬਹੁਤ ਘੱਟ ਬੱਚੇ ਐਡਜਸਟ ਕਰਦੇ ਆ ਆਪਣੇ ਆਪ ਨੂੰ ਇਹ ਸਾਰੇ ਪ੍ਰਕਿਰਿਆ ਲਈ ਕਿ 3 ਵਾਰੀ 4 ਵਾਰੀ ਸੂਈ ਟੈਸਟ ਦੀ ਲੱਗੇ, 3 ਵਾਰੀ 4 ਵਾਰੀ ਸੂਈ ਟੀਕੇ ਦੀ ਲੱਗੇ। ਬਿਲਕੁਲ 4 ਵਾਰੀ ਹੋ ਗਿਆ, 4 ਵਾਰੀ ਟੀਕਾ ਲੱਗਦਾ ਅਤੇ 4 ਵਾਰੀ ਸ਼ੂਗਰ ਟੈਸਟ ਹੁੰਦੀ। 8 ਸੂਈਆਂ ਰੋਜ਼ ਦੀਆਂ। ਬੱਚੇ ਨੂੰ ਸਮਝਾਉਣਾ ਬੜਾ ਔਖਾ, ਬਹੁਤ ਔਖਾ ਹੈ। ਬੱਚੇ ਐਡਜਸਟ ਕਰ ਜਾਂਦੇ ਆ, ਕਾਫੀ ਐਡਜਸਟ ਕਰ ਜਾਂਦੇ ਆ। ਬੱਚਾ ਬੜਾ ਐਡਜਸਟਿੰਗ ਹੁੰਦਾ ਹੈ। ਜੇ ਪੇਰੈਂਟਸ ਥੋੜ੍ਹੇ ਸਿਆਣੇ ਹੋਣ, ਮੈਂ ਦੇਖਿਆ ਬੱਚਿਆਂ ਨੇ ਬਹੁਤ ਐਡਜਸਟ ਕਰ ਜਾਂਦੇ, ਪਰ ਫਿਰ ਵੀ ਹੈ ਬਹੁਤ ਟਰਾਮੈਟਿਕ ਹੈ। ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਉਹ ਨਾ ਪੇਰੈਂਟਸ ਦੀ ਲਾਈਫ ਜਿਹੜੀ ਹੈ ਉਹ ਮਤਲਬ ਨੋਰਮਲ ਲਾਈਫ ਨਹੀਂ ਰਹਿੰਦੀ। ਆਪਾਂ ਅਗਰ ਉਸ ਬੱਚੇ ਦੀ ਹਰ ਵੇਲੇ ਉਹਨਾਂ ਨੂੰ ਐਮਰਜੈਂਸੀ ਮੋਡ 'ਚ ਰਹਿਣਾ ਪੈਂਦਾ।
ਧਿਆਨ ਰੱਖਣਾ ਪੈਂਦਾ, ਅਲਰਟ ਰਹਿਣਾ ਪੈਂਦਾ। ਮਤਲਬ ਜਿਹਨੂੰ ਰਿਲੈਕਸ ਲਾਈਫ ਨਹੀਂ ਰਹਿ ਬੱਚੇ ਦੀ ਲਾਈਫ ਰਿਲੈਕਸਡ ਹੁੰਦੀ ਹੈ ਤੇ ਨਾ ਪੇਰੈਂਟਸ ਦੀ ਲਾਈਫ ਰਿਲੈਕਸ ਹੁੰਦੀ ਹੈ। ਮੈਂ ਤਾਂ ਇਹ ਸਮਝਦਾ ਵੀ ਮੈਂ ਅਗਰ ਬੱਚੇ ਦੀ ਔਰ ਮਾਂ-ਬਾਪ ਦੀ ਪੇਨ ਦੇ ਵਿੱਚ ਜਾ ਕੇ ਸੋਚੀਏ ਆਪਾਂ, ਤਾਂ ਕਿੰਨਾ ਪੇਨਫੁਲ ਪ੍ਰੋਸੈਸ ਹੋਣਾ ਜਦੋਂ ਆਪਣੇ ਬੱਚੇ ਨੂੰ ਵਾਰ-ਵਾਰ ਸੂਈ ਲਾਉਣਾ, ਦਿਨ ਦੇ ਵਿੱਚ 8 ਸੂਈਆਂ ਚਵਾਉਣੀਆਂ, ਬੱਚਾ ਤੁਹਾਡਾ ਰੋ ਰਿਹਾ, ਆਪ ਨੂੰ ਪੇਨ ਹੋ ਰਹੀ ਹੈ, ਬੜਾ ਪੇਨਫੁਲ ਪ੍ਰੋਸੈਸ ਹੈ। ਬਿਲਕੁਲ ਸਹੀ ਗੱਲ ਹੈ, ਸਹੀ ਗੱਲ। ਜੇ ਤੁਸੀਂ ਉਹਦੀ ਪੀੜਾ ਦੇਖੋ ਪੇਰੈਂਟਸ ਦੀ ਤੇ ਬੱਚੇ ਦੀ, ਤਾਂ ਵਾਕਈ ਬਹੁਤ ਬੜੀ ਪੀੜ ਹੈ। ਤੇ ਇਸੇ ਕਰਕੇ ਅਸੀਂ ਉਹ ਜਦੋਂ ਹੀ ਸਾਡੇ ਕੋਲ ਬੱਚਾ ਆ ਜਾਂਦਾ ਕੋਈ ਇੰਸੂਲਿਨ ਵਾਲਾ, ਸ਼ੂਗਰ ਵਾਲਾ, ਤਾਂ ਅਸੀਂ ਉੱਤੇ ਬਹੁਤ ਟਾਈਮ ਲਾਉਂਦੇ ਹਾਂ। ਫਿਰ ਅਸੀਂ ਤੁਲ ਜਾਂਦੇ ਹਾਂ ਵੀ ਇਹਨੂੰ ਚੰਗੀ ਤਰ੍ਹਾਂ ਗੱਲ ਐਕਸਪਲੇਨ ਕਰਕੇ ਭੇਜੀਏ ਤਾਂ ਕਿ ਕੋਈ ਗਲਤੀ ਨਾ ਕਰ ਸਕੇ ਇਹ, ਅਤੇ ਉਹਦੇ ਤੋਂ ਅਸੀਂ ਜਿਹੜੀ ਆ ਕੱਢੀਏ। ਔਰ ਬੜੀ ਤੁਸੀਂ ਇੱਕ ਖੁਸ਼ੀ ਦੀ ਖਬਰ ਹੈ ਕਿ ਜਿੰਨੇ ਬੱਚੇ ਅਸੀਂ ਦੇ ਰਹੇ ਹਾਂ ਉਹ 'ਚੋਂ ਲਗਭਗ 70% ਬੱਚੇ ਜਿਹੜੇ ਨੇ ਉਹ ਸਾਲ ਦੇ ਵਿੱਚ ਇੰਸੂਲਿਨ ਤੋਂ ਮੁਕਤ ਹੋ ਜਾਂਦੇ ਆ। ਹਾਂ, 30% ਬੱਚੇ ਜਿਹੜੇ ਨੇ ਉਹ ਅੜਦੇ ਆ, ਉਹ ਅੜ ਜਾਂਦੇ ਆ, ਉਹ ਲੰਬੇ ਹੋ ਰਹੇ ਆ, ਦੇਖਦੇ ਆ ਉਹ ਕਿੰਨਾ ਕੁ ਚਿਰ ਹੁੰਦੇ ਨੇ, ਲੇਕਿਨ ਉਹਨਾਂ 'ਚ ਵੀ ਡੋਜ਼ ਘੱਟ ਜਾਂਦੀ ਹੈ, ਇੰਸੂਲਿਨ ਦੀ ਡੋਜ਼ ਘੱਟ ਜਾਂਦੀ ਹੈ, ਹੈਲਥ ਬਹੁਤ ਅੱਛੀ ਹੋ ਜਾਂਦੀ ਹੈ। ਲੇਕਿਨ ਉਹ ਇੰਸੂਲਿਨ ਜਿਹੜੀ ਹੈ ਛੁੱਟਦੀ ਨਹੀਂ ਹੈ ਜਲਦੀ। ਉਹਦਾ ਕਾਰਨ ਕੀ ਹੈ ਕਿ ਜਿਹੜਾ ਪੈਂਕਰੀਆਜ਼ ਆਪਾਂ ਕਿਹਾ ਕੋਡ ਕਰਲੀਜੇਡ ਹੈ, ਵੱਡੀ ਕੋਡ ਕਰਲੀਜੇਡ ਹੈ। ਲੇਕਿਨ ਬੱਚੇ ਦਾ ਪੈਂਕਰੀਆ ਜਦੋਂ ਉਹਨੂੰ ਸ਼ੂਗਰ ਹੋਈ ਸੀ ਤਾਂ ਉਦੋਂ ਉਹ ਕੋਡ ਕਰਲੀ ਦੇ ਬੱਚੇ ਜਿਹੜਾ ਸੀਗਾ, ਹੁਣ ਬੱਚਾ ਤਾਂ ਵੱਡਾ ਹੋ ਗਿਆ ਲੇਕਿਨ ਉਹ ਪੈਂਕਰੀਆਜ਼ ਉੱਥੇ ਖੜ੍ਹ ਗਿਆ ਕਿਉਂਕਿ ਇੰਸੂਲਿਨ ਬਾਹਰੋਂ ਜਾ ਰਹੀ ਹੈ। ਜਦੋਂ ਇੰਸੂਲਿਨ ਤੁਸੀਂ ਬਾਹਰੋਂ ਦੇਣੀ ਸ਼ੁਰੂ ਕਰਤੀ ਤਾਂ ਪੈਂਕਰੀਆਜ਼ ਦੀ ਆਪਣੀ ਗਰੋਥ ਬੰਦ ਹੋ ਜਾਂਦੀ ਹੈ, ਤਾਂ ਪੈਂਕਰੀਆਜ਼ ਬਹੁਤ ਛੋਟਾ ਰਹਿ ਜਾਂਦਾ। ਬੱਚੇ ਦਾ ਸਰੀਰ ਤਾਂ ਵੱਡਾ ਹੋ ਗਿਆ, ਉਹਦੀ ਡਿਮਾਂਡ ਤਾਂ ਜ਼ਿਆਦਾ ਹੈ, ਲੇਕਿਨ ਉਹ ਪੈਂਕਰੀਆਜ਼ ਕੋਡ ਕਰਲੀ ਦੇ ਬੱਚੇ ਜਿਹੜਾ ਬੈਠਾ। ਹੁਣ ਜਦੋਂ ਉਹ ਇੰਸੂਲਿਨ ਘਟਾਵਾਂਗੇ ਅਸੀਂ ਸਿਸਟਮੈਟਿਕ ਢੰਗ ਨਾਲ, ਹੌਲੀ ਫਿਰ ਪੈਂਕਰੀਆਜ਼ ਨੂੰ ਸਟੀਮੂਲੇਸ਼ਨ ਹੁੰਦੀ ਹੈ ਅਤੇ ਫਿਰ ਉਹ ਗਰੋ ਕਰਦਾ। ਇਸ ਕਰਕੇ ਬਹੁਤ ਲੰਬਾ ਸਮਾਂ ਲੱਗਦਾ। ਅਤੇ 30% ਬੱਚੇ ਜਿਹੜੇ ਨੇ, ਹਰ 10 ਪਿੱਛੇ 3 ਬੱਚੇ ਜਿਹੜੇ ਨੇ ਉਹ ਅੜ ਜਾਂਦੇ ਆ। ਉਹ ਸਾਲ 'ਚ ਵੀ ਉਹਨਾਂ ਦਾ ਨਹੀਂ ਹੁੰਦਾ, ਲੇਕਿਨ ਬਾਕੀ ਬੱਚੇ 70% ਬੱਚੇ ਜਿਹੜੇ ਨੇ ਉਹ ਸਾਲ 'ਚ ਜਿਹੜੇ ਇੰਸੂਲਿਨ ਤੋਂ ਮੁਕਤ ਕਰਨ 'ਚ ਅਸੀਂ ਕਾਮਯਾਬ ਹੋ ਰਹੇ ਹਾਂ। ਅਤੇ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਬ੍ਰੇਕ ਥਰੂ ਹੈ, ਅਤੇ ਬਹੁਤ ਵੱਡੀ ਜਿਹੜੀ ਹੈ ਮਾਂ ਬਾਪ ਲਈ ਖੁਸ਼ਖਬਰੀ ਵੀ ਹੈ ਕਿ ਉਹਨਾਂ ਦਾ ਬੱਚੇ ਦੇ ਚਾਂਸਿਸ ਨੇ ਕਿ 10 ਚੋਂ 7 ਬੱਚੇ ਜਿਹੜੇ ਨੇ ਉਹ 1 ਸਾਲ ਦੇ ਵਿੱਚ ਇੰਸੂਲਿਨ ਤੋਂ ਮੁਕਤ ਹੋ ਸਕਦੇ ਆ। ਲੇਕਿਨ ਉਹਦੇ ਤੋਂ ਬਾਅਦ ਵੀ ਅਸੀਂ ਅਲਰਟ ਕਰਦੇ ਹਾਂ ਪੇਰੈਂਟਸ ਨੂੰ, ਕਿਉਂਕਿ ਜਦੋਂ ਮੁਕਤ ਹੋ ਵੀ ਜਾਂਦੇ ਆ ਤਾਂ ਇੰਸੂਲਿਨ ਦਾ ਜਿੰਨਾ ਕੁ ਲੈਵਲ ਉਹਨਾਂ ਦੇ ਸਰੀਰ 'ਚ ਬਣਦਾ ਹੈ ਉਹ ਉਹਨਾਂ ਦੇ ਰੂਟੀਨ ਵਾਸਤੇ ਤਾਂ ਠੀਕ ਹੈ, ਲੇਕਿਨ ਕਈ ਵਾਰੀ ਜੇ ਬੱਚੇ ਨੂੰ ਐਕਸਟਰਾਆਰਡਨਰੀ ਕੋਈ ਡਿਮਾਂਡ ਆ ਜਾਂਦੀ ਉਹਦੀ, ਮੰਨ ਲਓ ਬੱਚਾ ਬਿਮਾਰ ਹੋ ਗਿਆ, ਬੁਖਾਰ ਹੋ ਗਿਆ, ਉਹਨੂੰ ਕੋਈ ਸੱਟ ਫੇਟ ਲੱਗ ਗਈ, ਕੋਈ ਐਕਸੀਡੈਂਟ ਹੋ ਗਿਆ, ਕੋਈ ਹੋਰ ਉਹਨੂੰ ਕੋਈ ਦਵਾਈਆਂ ਖਾਣੀਆਂ ਪੈ ਗਈਆਂ, ਫਿਰ ਵੀ ਅਲਰਟ ਰਹਿਣਾ ਕਿ ਉਦੋਂ ਫਿਰ ਉਹ ਉਸੇ ਸਟੇਟ ਜਾ ਸਕਦਾ ਬੱਚਾ, ਅਤੇ ਟੈਂਪਰੇਰੀ ਬੱਚੇ ਨੂੰ ਥੋੜ੍ਹੀ ਬਹੁਤੀ ਇੰਸੂਲਿਨ ਦੀ ਲੋੜ ਪੈ ਸਕਦੀ ਹੈ। ਸੋ ਇਸ ਕਰਕੇ ਜਦੋਂ ਇੰਸੂਲਿਨ ਬੰਦ ਵੀ ਹੋ ਗਈ ਤਾਂ ਵੀ ਘੱਟੋ ਘੱਟ ਸਾਲ 2 ਸਾਲ ਅਲਰਟ ਰਹਿਣਾ ਕਿ ਬੱਚਾ ਜਦੋਂ ਐਸੇ ਐਮਰਜੈਂਸੀ ਮੋਡ 'ਚ ਹੈ, ਕੋਈ ਵੀ ਐਮਰਜੈਂਸੀ ਮੋਡ ਹੋ ਸਕਦਾ, ਉਹਦੇ ਲਈ ਬਿਮਾਰੀ ਹੋ ਸਕਦਾ, ਉਹਦੇ ਲਈ ਐਕਸੀਡੈਂਟ ਹੋ ਸਕਦਾ, ਉਹਦੇ ਲਈ ਕੋਈ ਮੈਂਟਲ ਸ਼ੌਕ ਹੋ ਸਕਦਾ, ਕੋਈ ਜਦੋਂ ਵੀ ਐਮਰਜੈਂਸੀ ਮੋਡ 'ਚ ਹੈ ਤਾਂ ਉਦੋਂ ਫਿਰ ਸ਼ੂਗਰ 'ਤੇ ਧਿਆਨ ਰੱਖਣਾ ਕਿ ਉਹ ਨਾ ਹੋਵੇ ਕਿ ਉਹਦੀ ਜਿਹੜੀ ਐਮਰਜੈਂਸੀ ਮੋਡ 'ਚ, ਕਿਉਂਕਿ ਡਿਮਾਂਡ ਵੱਧ ਜਾਂਦੀ ਬਾਡੀ ਦੀ, ਅਤੇ ਇਸ ਕਰਕੇ ਉਹ ਹੋ ਸਕਦਾ ਡਿਮਾਂਡ ਪੂਰੀ ਨਾ ਕਰ ਸਕੇ ਸ਼ੁਰੂ 'ਚ। ਤਾਂ ਸਾਲ 2 ਸਾਲ ਬਾਅਦ ਫਿਰ ਹੌਲੀ ਜਦੋਂ ਇੰਸੂਲਿਨ ਬਾਹਰੋਂ ਲਈ ਬੰਦ ਹੋ ਜਾਂਦੀ ਹੈ ਤਾਂ ਫਿਰ ਸਾਲ 2 ਸਾਲ ਦੇ ਵਿੱਚ ਜਦੋਂ ਇੰਸੂਲਿਨ ਬੰਦ ਹੋ ਗਿਆ ਉਸ ਤੋਂ ਸਾਲ 2 ਸਾਲ ਬਾਅਦ ਆਪਾਂ ਸੇਫ ਹਾਂ ਕਿ ਹੁਣ ਇਹ ਐਮਰਜੈਂਸੀ ਮੋਡ ਲਈ ਵੀ ਉਹਦਾ ਬੱਚੇ ਦਾ ਸਰੀਰ ਤਿਆਰ ਹੈ। ਡਾਕਟਰ ਸਾਹਿਬ, ਹੁਣ ਇਹ ਸਾਰਾ ਆਪਾਂ ਨੇ ਦੱਸਤਾ ਵੀ ਕਿੱਦਾਂ ਕਿਹੜੇ ਢੰਗ ਦੇ ਨਾਲ ਜਿਹੜਾ ਇੰਸੂਲਿਨ ਅਤੇ ਪਲੱਸ ਸ਼ੂਗਰ ਜਿਹੜੀ ਹੈ ਉਹ ਖਰਾਬੀਆਂ ਪੈਦਾ ਕਰ ਰਹੀ ਹੈ, ਬਿਮਾਰੀਆਂ ਵੀ ਦੱਸਦੀਆਂ ਵੀ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਅੱਗੇ ਚੱਲ ਕੇ ਖਰਾਬ ਕਰਦੀਆਂ ਨੇ। ਹੁਣ ਆਈਏ ਆਪਾਂ ਕਿ ਜਿਹੜਾ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਬੋਡੀ ਦੇ ਅੰਦਰ ਖਰਾਬੀ ਪੈਦਾ ਖਾਣੇ ਤਾਂ ਆਪਾਂ ਨੇ ਦੱਸਤਾ ਵੀ ਆਪਾਂ ਜੋ ਖਾਣਾ ਖਾਂਦੇ ਹਾਂ ਤਾਂ ਕਿਹੜੇ ਉਹ ਖਾਣੇ ਨੇ ਜਿਹੜੇ ਕਿ ਸ਼ੂਗਰ ਵਧਾਉਂਦੇ ਨੇ ਅਤੇ ਉਹਦੇ ਪਿੱਛੇ ਦੇ ਕਾਰਨ ਕੀ ਰਹਿੰਦੇ ਨੇ? ਉਹਦੇ 'ਚ ਜਿਹੜੀ ਆਪਾਂ ਜਿੱਦਾਂ ਗੱਲ ਕੀਤੀ ਹੈ ਸ਼ੂਗਰ ਵਧਣ ਦਾ ਜਿਹੜਾ ਕਾਰਨ, ਇੱਕ ਤਾਂ ਉਹ ਫੂਡਸ ਨੇ ਜਿਹੜੇ ਕਿ ਕੁਇਕਲੀ ਸ਼ੂਗਰ 'ਚ ਕਨਵਰਟ ਹੋ ਜਾਂਦੇ ਜਾਣ ਸਾਰੀ। ਉਹਦੇ 'ਚ ਆਪਾਂ ਚੀਨੀ ਜਿਹੜੀ ਹੈ, ਦਾਣੇਦਾਰ ਚੀਨੀ ਜਿਹੜੀ ਹੈ ਸਭ ਤੋਂ ਨੋਟੋਰੀਅਸ ਹੈ। ਨੰਬਰ 1 ਦਾਣੇਦਾਰ ਚੀਨੀ ਜਿਸ ਵੀ ਸ਼ਕਲ ਤੁਸੀਂ ਖਾ ਰਹੇ ਹੋ, ਚਾਹੇ ਉਹ ਕੋਲਡ ਡਰਿੰਕ ਦੀ ਸ਼ਕਲ 'ਚ ਲੈ ਰਹੇ ਹੋ, ਚਾਹੇ ਤੁਸੀਂ ਬਾਰ-ਬਾਰ ਚਾਹ ਪੀ ਜਾ ਰਹੇ ਹੋ ਜਾਂ ਕੌਫੀ ਪੀ ਜਾ ਰਹੇ ਹੋ ਜਾਂ ਸ਼ਿਕੰਜਵੀਆਂ ਬਣਾ ਕੇ ਪੀ ਜਾ ਰਹੇ ਹੋ, ਚਾਹੇ ਤੁਸੀਂ ਕੋਈ ਮਿੱਠਾ ਪਾਣੀ ਗਰਮੀਆਂ 'ਚ ਆਪਾਂ ਪੀਂਦੇ ਹਾਂ ਬਹੁਤ ਜ਼ਿਆਦਾ, ਸ਼ਰਬਤ ਬਣਾ ਕੇ ਉਹ ਪੀ ਰਹੇ ਹੋ, ਜਾਂ ਤੁਸੀਂ ਕੋਈ ਪੇਸਟਰੀਆਂ ਖਾਈ ਜਾ ਰਹੇ ਹੋ, ਮਠਿਆਈਆਂ ਖਾਈ ਜਾ ਰਹੇ ਹੋ, ਜਾਂ ਮਿੱਠੇ ਹੋਰ ਕੋਈ ਚੀਜ਼ਾਂ ਖਾਈ ਜਾ ਰਹੇ ਹੋ। ਚੀਨੀ ਨੰਬਰ 1 ਉਹਦੀ ਜਿਹੜੀ ਹੈਗੀ ਨੋਟੋਰੀਅਸ ਹੈ। ਨੰਬਰ 2 ਤੇ ਤੁਸੀਂ ਲਾ ਲਓ ਜਿਹੜੀਆਂ ਬ੍ਰੈਡਸ ਨੇ ਪਾਰਟੀਕੂਲਰਲੀ ਕਣਕ ਤੋਂ ਬਣੀ ਹੋਈਆਂ ਬ੍ਰੈਡਸ ਜਿਹੜੀਆਂ ਨੇ, ਫਰਮੈਂਟਡ ਕਣਕ ਜਿਹੜੀ ਆ ਉਹਦੇ ਬਾਰੇ ਇਹ ਪ੍ਰੂਵ ਹੋ ਗਿਆ ਬ੍ਰੈਡਸ ਬਾਰੇ ਕਿ ਇਹ ਚੀਨੀ ਵਾਂਗੂ ਹੀ ਸ਼ੂਗਰ ਉੱਪਰ ਕਰਦੀਆਂ ਨੇ, ਇਸ ਕਰਕੇ ਉਹ ਬ੍ਰੈਡਸ ਵੀ ਜਿਹੜੀਆਂ ਨੇ ਉਹ ਅਵਾਇਡ ਕਰਨੀਆਂ ਚਾਹੀਦੀਆਂ ਨੇ। ਨੰਬਰ 3 ਤੇ ਆ ਗਿਆ ਅੱਗੇ ਤੁਹਾਡੇ ਵਾਈਟ ਰਾਈਸ,
ਚਿੱਟੇ ਚੌਲ, ਕਿਉਂ ਚਿੱਟੇ ਚੌਲ ਸ਼ੁੱਧ ਸਟਾਰਚ ਨੇ, ਉਹਦੇ ਚੋਂ ਸਾਰਾ ਕੁਝ ਹੀ ਲਗਭਗ ਉੱਪਰੋਂ ਉਤਰ ਜਾਂਦਾ ਉਹਦਾ, ਤੇ ਇਸ ਕਰਕੇ ਉਹ ਸ਼ੁੱਧ ਸਟਾਰਚ ਜਿਹੜੀ ਜਾਨ ਸਾਰੀ ਸ਼ੂਗਰ 'ਚ ਕਨਵਰਟ ਹੋ ਜਾਂਦੀ ਹੈ। ਜਿਹੜੀ ਇਹ ਹਾਈਬ੍ਰਿਡ ਜੀ ਕਣਕ ਆਈ ਹੈ, ਇਹ ਵੀ ਇਸ ਗੱਲ ਲਈ ਬਹੁਤ ਨੋਟੋਰੀਅਸ ਹੈ ਕਿ ਇਹ ਵੀ ਬਹੁਤ ਕੁਇਕਲੀ ਵੈਸੇ ਵੀ ਵਧਾਉਂਦੀ ਹੈ, ਚਾਹੇ ਰੋਟੀ ਦੀ ਸ਼ਕਲ 'ਚ ਹੋਵੇ ਤਾਂ ਵੀ ਵਧਾਉਂਦੀ ਹੈ। ਤਾਂ ਇਹ ਕਿਤੇ ਨਾ ਕਿਤੇ ਜਿਹੜੇ ਇੱਦਾਂ ਦੇ ਖਾਣੇ ਨੇ ਜਿਹੜੇ ਜਾਂ ਕਿਸੇ ਹੱਦ ਤੱਕ ਤੁਸੀਂ ਆਲੂ ਕਹਿ ਸਕਦੇ ਹੋ, ਜੇ ਆਲੂ ਬਹੁਤ ਜ਼ਿਆਦਾ ਆਪਾਂ ਨਹੀਂ ਅਵੋਇਡ ਕਰਦੇ ਹਾਂ, ਤਾਂ ਉਹ ਫੂਡ ਜਿਹੜੇ ਫਾਸਟ ਫੂਡਸ ਨੇ, ਫਾਸਟ ਫੂਡ ਸਾਰੇ ਜਿਹੜੇ ਨੇ ਫਾਸਟ ਫੂਡ ਜਿਹੜੇ ਪ੍ਰੀ ਕੁਕਡ ਹੁੰਦੇ ਆ, ਅਤੇ ਪ੍ਰੀ ਪ੍ਰੋਸੈਸਡ ਹੁੰਦੇ ਆ ਕਿਤੇ ਨਾ ਕਿਤੇ, ਤਾਂ ਉਹ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਇੱਕਦਮ ਜਾ ਕੇ ਹਜਮ ਹੋ ਜਾਂਦੇ, ਅਤੇ ਇੱਕਦਮ ਹੀ ਸ਼ੂਗਰ ਚੱਕ ਦਿੰਦੇ ਆ। ਇਸ ਕਰਕੇ ਅਸੀਂ ਜਿਹੜੇ ਉਹਨਾਂ ਨੂੰ ਜਿਹੜੇ ਇੱਦਾਂ ਦੇ ਖਾਣੇ ਆ ਉਹਨਾਂ ਨੂੰ ਅਸੀਂ ਅਵੋਇਡ ਕਰਦੇ ਹਾਂ, ਯਾਨੀ ਕਿ ਸਿੰਪਲ ਕਾਰਬਸ, ਸ਼ੂਗਰੀ ਫੂਡਸ, ਸ਼ੂਗਰੀ ਡਰਿੰਕਸ, ਜਿਹੜੇ ਜੂਸਿਸ ਨੇ, ਜਿਹੜੇ ਡਿੱਬਾਬੰਦ ਜੂਸਿਸ, ਫਰੂਟਸ ਨਹੀਂ, ਫਲ ਜਿਹੜੇ ਨੇ ਉੱਥੇ ਡਿਫਰੈਂਟ ਸ਼ੂਗਰ ਹੈ। ਫਲਾਂ ਬਾਰੇ ਬਿਲਕੁਲ ਡਿਫਰੈਂਟਲੀ ਸੋਚਣਾ। ਜਿਹੜੇ ਫਲ ਤਾਜ਼ੇ ਖਾਂਦੇ ਅਸੀਂ, ਉਹਦੇ ਅੰਦਰ ਫਰਕਟੋਜ਼ ਹੁੰਦੀ ਹੈ, ਅਤੇ ਫਰਕਟੋਜ਼ ਨੂੰ ਬੋਡੀ ਰੋਕ ਲੈਂਦੀ ਇੱਕ ਵਾਰੀ, ਉਹਨੂੰ ਗਲੂਕੋਜ਼ ਕਨਵਰਟ ਨਹੀਂ ਹੋਣ ਦਿੰਦੀ ਜਲਦੀ। ਉਹਨੂੰ ਲਿਵਰ ਦੀ ਕੈਪੈਸਿਟੀ ਕਾਫੀ ਹੈਗੀ ਹੈ, ਅਤੇ ਉਹ ਲਿਵਰ ਫਰਕਟੋਜ਼ ਨੂੰ ਰੋਕ ਕੇ ਗਲੂਕੋਜ਼ ਕਨਵਰਟ ਹੋਣ ਤੋਂ ਫਿਰ ਹੌਲੀ ਹੌਲੀ ਕਰ ਲੈਂਦਾ ਉਹ ਫਰੈਸ਼ ਫਰੂਟਸ ਬਾਰੇ ਇਹ ਜ਼ਿਆਦਾ ਉਨੀ ਗੱਲ ਚਿੰਤਾ ਦੀ ਗੱਲ ਨਹੀਂ ਹੈ, ਜਿੰਨੀ ਕਿ ਜਿਹੜੇ ਆਰਟੀਫਿਸ਼ਲੀ ਮਿੱਠੇ ਕੀਤੀਆਂ ਚੀਜ਼ਾਂ ਉਹ ਨੇ। ਉਹ 'ਚ ਚੀਨੀ, ਦਾਣੇਦਾਰ ਚੀਨੀ ਸਭ ਤੋਂ ਜ਼ਿਆਦਾ ਖਰਾਬ ਹੈ। ਉਸ ਤੋਂ ਬਾਅਦ ਜਿਹੜੀ ਗੁੜ ਸ਼ੱਕਰ ਜਿਹੜੀ ਆ ਉਹ ਕੁਛ ਬੈਟਰ ਹੈ। ਗੁੜ ਸ਼ੱਕਰ ਕਿਉਂਕਿ ਕਰੂਡ ਹੁੰਦੀ ਹੈ, ਉਹ ਥੋੜ੍ਹਾ ਜਿਹਾ ਬੋਡੀ ਨੂੰ ਰੋਕਣ ਦੀ ਸਮਰੱਥਾ ਹੈਗੀ ਹੈ। ਔਰ ਜੇ ਖਾਣੇ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਖਾਏ, ਜਿਵੇਂ ਸਾਡੇ ਪੁਰਾਣੇ ਬਜ਼ੁਰਗ ਸੀਗੇ, ਤੁਹਾਨੂੰ ਯਾਦ ਹੋਣਾ, ਗੁੜ ਘਿਓ ਸ਼ੱਕਰ, ਮੂੰਹ 'ਚ ਘੀ ਸ਼ੱਕਰ, ਉਹ ਘੀ ਸ਼ੱਕਰ ਦਾ ਸਾਡੇ ਬਜ਼ੁਰਗਾਂ ਦੀ ਪਤਾ ਨਹੀਂ ਇਹ ਵਿਜ਼ਡਮ ਕਿੱਥੋਂ ਆਈ ਸੀ। ਮੈਂ ਕਈ ਵਾਰੀ ਤਾਂ ਨਾ ਬਹੁਤ ਹੈਰਾਨੀ ਹੁੰਦੀ ਹੈ ਕਿ ਬਜ਼ੁਰਗਾਂ ਨੂੰ ਇਹ ਚੀਜ਼ਾਂ ਖਾਣ ਦੀ ਵਿਜ਼ਡਮ ਆਈ ਕਿੱਥੋਂ। ਤਾਂ ਦੇਖੋ ਉਦੋਂ ਕੋਈ ਇਹੋ ਜਿਹਾ ਕੰਸੈਪਟ ਹੀ ਨਹੀਂ ਸੀਗਾ ਵੀ ਹਾਈ ਸ਼ੂਗਰ, ਲੋ ਸ਼ੂਗਰ, ਇਹ ਉਹ, ਲੇਕਿਨ ਉਹ ਸ਼ੱਕਰ ਦੇ ਨਾਲ ਘਿਓ ਰੱਖਦੇ ਸੀ। ਘਿਓ ਕੀ ਕਰਦਾ ਸੀਗਾ ਕਿ ਸ਼ੱਕਰ ਦੀ ਐਬਜ਼ੌਰਪਸ਼ਨ ਨੂੰ ਸਲੋ ਕਰ ਦਿੰਦਾ ਸੀਗਾ, ਅਤੇ ਘਿਓ ਕਿਉਂਕਿ ਉਹਨਾਂ ਲੋਕਾਂ 'ਚ ਘਿਓ ਪਹੁੰਚਾਉਣ ਦੀ ਸਮਰੱਥਾ ਵੀ ਸੀਗੀ, ਕਿਉਂਕਿ ਕੰਮ ਕਰਦੇ ਸੀਗੇ, ਅਤੇ ਘਿਓ ਅਤੇ ਸ਼ੱਕਰ ਜਿਹੜੀ ਸੀਗੀ ਰੋਟੀ ਦੇ ਪਿਛਲੀ ਸਵੀਟ ਡਿਸ਼ ਜਿਹੜੀ ਹੁੰਦੀ ਘਿਓ ਸ਼ੱਕਰ ਦੀ ਸੀਗੀ। ਰੋਟੀ ਦੇ ਨਾਲ ਘਿਓ ਸ਼ੱਕਰ ਰੱਖੀ ਹੁੰਦੀ ਸੀ ਕਿ ਅਖੀਰਲਾ ਇੱਕ ਫੁਲਕਾ ਜਾਂ ਇੱਕ ਰੋਟੀ ਜਾਂ ਅੱਧੀ ਰੋਟੀ ਘਿਓ ਨਾਲ ਅਤੇ ਸ਼ੱਕਰ ਨਾਲ ਖਾਣੀ ਹੈ। ਸੋ ਉਹ ਕਿਤੇ ਨਾ ਕਿਤੇ ਜਿਹੜਾ ਗੁੜ ਸ਼ੱਕਰ ਹੈ ਇਹ ਬੈਟਰ ਨੇ, ਤਾਂ ਹੀ ਤੁਸੀਂ ਹੁਣ ਪਾ ਰਹੇ ਹੋ ਕਿ ਮੁੜ ਕੇ ਫਿਰ ਇੱਕ ਵਾਰੀ ਇਹਨਾਂ ਦਾ ਝੂਠ ਇਹਨਾਂ ਦਾ ਬੋਲਿਆ ਸੀਗਾ, ਇਹਨਾਂ ਨੇ ਗੁੜ ਸ਼ੱਕਰ ਨੂੰ ਮਾਈਨਸ ਕਰਨ ਲਈ ਇਹ ਪ੍ਰਚਾਰ ਕੀਤਾ ਕਿ ਗੁੜ ਸ਼ੱਕਰ ਨੁਕਸਾਨ ਕਰਦੇ ਆ ਅਤੇ ਚੀਨੀ ਨੁਕਸਾਨ ਨਹੀਂ ਕਰਦੀ। ਅੱਜ ਉਹਦਾ ਬਿਲਕੁਲ ਉਲਟਾ ਹੋ ਗਿਆ ਕਿ ਚੀਨੀ ਨੁਕਸਾਨ ਕਰਦੀ ਹੈ, ਗੁੜ ਸ਼ੱਕਰ ਘੱਟ ਨੁਕਸਾਨ ਕਰਦੇ ਆ। ਅਤੇ ਅੱਜ ਕੱਲ੍ਹ ਫਿਰ ਤੁਸੀਂ ਦੇਖੋਗੇ ਬਾਹਰ ਬੋਰਡ ਪੜ੍ਹੋਗੇ ਸੜਕਾਂ 'ਤੇ, ਇਸ ਢਾਬੇ 'ਤੇ ਗੁੜ ਵਾਲੀ ਚਾਹ ਦੇ ਬੋਰਡ ਪੜ੍ਹੋਗੇ, ਅਤੇ ਗੁੜ ਦੀ ਡਿਮਾਂਡ ਇੰਨੀ ਜ਼ਿਆਦਾ ਹੋ ਗਈ ਹੈ ਕਿ ਕਿਸਾਨਾਂ ਤੋਂ ਪੂਰੀ ਨਹੀਂ ਹੋ ਰਹੀ ਹੁਣ, ਉਹ ਖਾਸ ਕਰਕੇ ਆਰਗੈਨਿਕ ਗੁੜ ਦੀ। ਅਤੇ ਕੀ ਮਤਲਬ ਫਿਰ ਤਾਂ ਗੰਨਾ ਵੀ ਵੱਧ ਲੱਗਣਾ ਸ਼ੁਰੂ ਹੋ ਜਾਏਗਾ? ਬਿਲਕੁਲ, ਗੰਨੇ ਦਾ ਚੱਲਣ ਫਿਰ ਸ਼ੁਰੂ ਹੋ ਰਿਹਾ ਪੰਜਾਬ 'ਚ, ਪਹਿਲਾਂ ਕਿ ਇੱਕ ਵਾਰੀ ਖਤਮ ਹੋ ਗਿਆ ਸੀਗਾ, ਕਿਉਂਕਿ ਇਕੱਲੇ ਜੇ ਉੱਥੇ ਲੱਗਦਾ ਸੀ ਜਿੱਥੇ ਸ਼ੂਗਰ ਮਿੱਲਾਂ ਸੀਗੀਆਂ, ਅਤੇ ਸ਼ੂਗਰ ਮਿੱਲਾਂ ਦਾ ਵੀ ਪਿਛਲੇ ਸਮੇਂ 'ਚ ਉਹ ਵਰਤਾਰਾ ਰਿਹਾ ਕਿਸਾਨਾਂ ਨੂੰ ਡਿਚ ਕਰਨ ਦਾ, ਤਾਂ ਉਹ ਲੋਕ ਤੁਹਾਡੇ ਡਿਮੋਰਲਾਈਜ਼ ਹੋ ਕੇ ਗੰਨਾ ਲਾਉਣਾ ਛੱਡ ਗਏ ਸੀਗੇ। ਅਤੇ ਲੇਕਿਨ ਹੁਣ ਫਿਰ ਗੰਨੇ ਦਾ ਕਲਚਰ ਆ ਰਿਹਾ, ਉਹ ਖਾਸ ਕਰਕੇ ਆਰਗੈਨਿਕ ਗੰਨਾ ਜਿਹੜਾ, ਔਰ ਕਮਾਲ ਦੀ ਗੱਲ ਹੈ ਕਿ ਆਰਗੈਨਿਕ ਗੰਨਾ ਬਹੁਤ ਵਧੀਆ ਹੁੰਦਾ। ਆਰਗੈਨਿਕ ਗੰਨਾ ਜਿਹੜਾ ਹੈ ਉਹ ਉਹਦੇ ਅੰਦਰ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਲੱਗਦੀ, ਅਤੇ ਉਹਦੇ ਆਰਗੈਨਿਕ ਗੰਨੇ ਨੂੰ ਤੁਸੀਂ ਜਦੋਂ ਪ੍ਰੋਸੈਸ ਕਰਕੇ ਆਰਗੈਨਿਕ ਗੁੜ ਬਣਾਉਂਦੇ ਹੋ ਤਾਂ ਉਹਦੀ ਬਹੁਤ ਜ਼ਿਆਦਾ ਡਿਮਾਂਡ ਹੈ, ਅਤੇ ਬਣਨ ਦੇ ਮੇਰੇ ਖਿਆਲ 'ਚ 2-3 ਮਹੀਨੇ 'ਚ ਹੀ ਉਹ ਖਤਮ ਹੋ ਜਾਂਦੀ ਹੈ। ਮੁੜ ਕੇ 7-8-9 ਮਹੀਨੇ ਦਾ ਲੱਭ ਕੇ ਲੱਭਣਾ ਪੈਂਦਾ ਵੀ ਕਿਤੇ ਮਿਲ ਜੇ, ਤਾਂ ਹਾਲੇ ਇਹ ਹਾਲਤ ਬਣੀ ਹੋਈ ਹੈ। ਤਾਂ ਉਹ ਗੁੜ ਸ਼ੱਕਰ ਦਾ ਵਰਤਾਰਾ ਕਿਤੇ ਨਾ ਕਿਤੇ ਆਪਾਂ ਨੂੰ ਫਿਰ ਰਿਵਾਈਵ ਕਰਨਾ ਚਾਹੀਦਾ ਕਿ ਜਿੰਨਾ ਕਿ ਮਿੱਠਾ ਖਾਣਾ ਵੀ ਹੈ ਥੋੜ੍ਹਾ ਬਹੁਤਾ, ਤਾਂ ਅਸੀਂ ਗੁੜ ਸ਼ੱਕਰ ਖਾਈਏ। ਉਹਦੇ ਨਾਲ ਪਾਮ ਜੈਗਰੀ ਆ ਗਈ ਜਿਹੜੀ ਹੈ, ਜਿਹੜਾ ਖਜੂਰ ਦਾ ਗੁੜ ਜਾਂ ਖਜੂਰ ਐਜ਼ ਮਿੱਠੇ ਦੇ ਤੌਰ 'ਤੇ ਅਸੀਂ ਵਰਤ ਸਕਦੇ ਹਾਂ। ਸੋ ਇਹ ਖਾਣੇ ਜਿਹੜੇ ਨੇ ਇਹ ਆਪਣੇ ਜਿਹੜੇ ਖਰਾਬ ਕਰਨ ਵਾਲੇ ਖਾਣੇ ਆ, ਅਤੇ ਉਹਦਾ ਜਿਹੜਾ ਬਦਲ ਹੈ ਆਪਾਂ ਜਿਹੜਾ ਦੇ ਰਹੇ ਹਾਂ, ਜਿਹੜਾ ਇਹਨਾਂ ਖਾਣਿਆਂ ਦਾ ਉਹ ਆਪਾਂ ਦੇ ਰਹੇ ਹਾਂ ਫਲ, ਸਲਾਦ, ਮਿਲਟਸ, ਡਰਾਈ ਫਰੂਟਸ, ਨਟਸ, ਸਪਰਾਊਟਸ। ਇਹ ਸਾਰੇ ਉਹ ਖਾਣੇ ਨੇ ਜਿਹੜੇ ਕਿ ਸ਼ੂਗਰ ਨੂੰ ਹੌਲੀ ਹੌਲੀ ਵਧਾਉਂਦੇ ਆ ਔਰ ਜੇ ਨਿਊਟ੍ਰੀਸ਼ਨ ਜਿਹੜੀ ਆ ਉਹਨਾਂ ਦੇ ਅੰਦਰ ਖੁਰਾਕੀ ਤੱਤ ਜਿਹੜੇ ਨੇ ਬਹੁਤ ਹੀ ਬੈਲੈਂਸ ਨੇ, ਬਹੁਤ ਸੰਤੁਲਿਤ ਨੇ। ਇਸੇ ਕਰਕੇ ਆਪਾਂ ਇਹਨਾਂ ਖਾਣਿਆਂ ਨੂੰ ਪ੍ਰਮੋਟ ਕਰ ਰਹੇ ਹਾਂ। ਸੋ ਇਹ ਖਾਣੇ ਜਿਹੜੇ ਨੇ ਇਹ ਸ਼ੂਗਰ ਕਰਨ ਵਾਲੇ ਅਵੋਇਡ ਕਰਨੇ ਚਾਹੀਦੇ ਆ, ਅਤੇ ਸ਼ੂਗਰ ਨੂੰ ਹੌਲੀ ਹੌਲੀ ਰਿਲੀਜ਼ ਕਰਨ ਵਾਲੇ ਖਾਣੇ ਸਾਨੂੰ ਪ੍ਰਮੋਟ ਕਰਨੇ ਚਾਹੀਦੇ ਆ। ਸਟ੍ਰੈਸ ਵੀ ਜਿਹੜਾ ਸ਼ੂਗਰ ਵਧਾਉਂਦਾ? ਹਾਂ, ਬਹੁਤ ਜ਼ਿਆਦਾ ਸਟ੍ਰੈਸ ਜਿਹੜਾ ਹੈ ਕੁਲਵੰਤ ਜੀ, ਸਟ੍ਰੈਸ ਦੇ ਬਾਰੇ ਤਾਂ ਲੇਟਲੀ ਜਿਹੜੀਆਂ ਸਟੱਡੀਜ਼ ਆ ਰਹੀਆਂ ਨੇ ਬਹੁਤ ਕਮਾਲ ਦੀਆਂ ਆ ਰਹੀਆਂ ਨੇ ਕਿ ਸਟ੍ਰੈਸ ਅਸਲ 'ਚ ਜ਼ਿੰਦਗੀ ਦਾ ਜਿਹੜਾ ਨਾ ਮਕਸਦ ਹੈ ਉਹ ਹੀ ਖੁਸ਼ੀ ਹੋਣਾ ਚਾਹੀਦਾ। ਜਦ ਤੱਕ ਸਮਾਜ ਆਪਣਾ ਜੀਵਨ ਦਾ ਮਕਸਦ ਖੁਸ਼ੀ ਨਹੀਂ ਬਣਾਉਂਦਾ, ਉਹਨਾਂ ਚਿਰ ਸਮਾਜ ਉਲਝਿਆ ਹੀ ਰਹੇਗਾ।
ਈਵਨ ਮੈਂ ਤਾਂ ਹੁਣ ਇੱਥੇ ਤੱਕ ਸੋਚ ਰਿਹਾ ਵੀ ਆਰਗੈਨਿਕ ਖੇਤੀ ਦੇ ਬਰਾਬਰ ਦਾ ਦਰਜਾ ਤਣਾਅ ਮੁਕਤੀ ਨੂੰ ਦੇਣਾ ਚਾਹੀਦਾ। ਜਿੱਥੇ ਅੱਜ ਲੋੜ ਹੈ ਸਾਨੂੰ ਜ਼ਹਿਰ ਮੁਕਤ ਖੇਤਾਂ 'ਚ ਪੈਦਾ ਕਰਨ ਦੀ, ਜਿਹੜੇ ਫੂਡ, ਉੱਥੇ ਲੋੜ ਹੈ ਕਿ ਅਸੀਂ ਆਪਣਾ ਜਿਹੜਾ ਜੀਵਨ ਜਾਂਚ ਹੈ, ਆਪਣਾ ਸਮਾਜ ਹੈ, ਉਹ ਇੱਦਾਂ ਦਾ ਬਣਾਈਏ ਜਿਹਦੇ ਅੰਦਰ ਕਿ ਹਰ ਪਲ ਕਿਤੇ ਨਾ ਕਿਤੇ ਸਾਨੂੰ ਸਾਡੇ ਮਨ 'ਚੋਂ ਵਿਸਰੇ ਨਾ ਕਿ ਖੁਸ਼ ਰਹਿਣਾ, ਤਣਾਅ ਮੁਕਤ ਰਹਿਣਾ, ਉਹ ਕਿੱਦਾਂ ਸੰਭਵ ਹੈ। ਉਹਦੇ ਪਰ ਮੇਰੇ ਖਿਆਲ ਆਪਾਂ ਸਪੈਸ਼ਲ ਵੀਡੀਓ ਕਰਾਂਗੇ ਕਿ ਤਣਾਅ ਮੁਕਤੀ ਦੇ ਅੰਦਰ ਤਣਾਅ ਕਿਉਂ ਹੈ ਅਤੇ ਤਣਾਅ ਮੁਕਤੀ ਕਿਉਂ ਜ਼ਰੂਰੀ ਹੈ। ਲੇਕਿਨ ਇੱਥੇ ਆਪਾਂ ਇੰਨੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਇੱਥੇ ਵੀ ਅਸੀਂ ਦੇਖਿਆ ਘੱਟੋ ਘੱਟ ਵੀ ਸਾਡੇ 80% ਮਰੀਜ਼ ਤਾਂ ਬਹੁਤ ਵਧੀਆ ਰਿਸਪੌਂਡ ਕਰਦੇ ਆ, ਲੇਕਿਨ ਸਾਡੇ ਕੋਲ ਅੱਜ ਵੀ 20% ਹਰ 10 ਪਿੱਛੇ 2 ਮਰੀਜ਼ ਇਹੋ ਜਿਹੇ ਆ ਜਾਂਦੇ ਆ ਕਿ ਈਵਨ ਸਾਡੀ ਡਾਈਟ ਜਿਹੜੀ ਹੈ ਉਹਨਾਂ 'ਤੇ ਬਹੁਤ ਵਧੀਆ ਅਸਰ ਨਹੀਂ ਕਰ ਰਹੀ। ਅਤੇ ਜਦੋਂ ਪਤਾ ਲੱਗਦਾ ਤਾਂ ਵਿੱਚੋਂ ਗੱਲ ਨਿਕਲ ਕੇ ਇਹ ਆਉਂਦੀ ਬਹੁਤੇ ਮਰੀਜ਼ਾਂ 'ਚ ਕਿ ਉਹਨਾਂ ਦੇ ਅੰਦਰ ਤਣਾਅ ਦਾ ਪੱਧਰ ਬਹੁਤ ਜ਼ਿਆਦਾ, ਸਟ੍ਰੈਸ ਬਹੁਤ ਜ਼ਿਆਦਾ, ਉਹ ਕਿਸੇ ਨਾ ਕਿਸੇ ਸ਼ਕਲ ਜ਼ਿਆਦਾ ਡਿਪਰੈਸ਼ਨ ਹੈ ਉਹਨਾਂ ਨੂੰ, ਜਾਂ ਐਂਗਜ਼ਾਇਟੀ ਹੈ, ਜਾਂ ਕੋਈ ਅਸੀਂ ਕੱਲ ਫੈਮਿਲੀ 'ਚ ਆਉਂਦੇ ਸਰਕਮਸਟੈਂਸ ਇੱਦਾਂ ਦੇ ਆ ਕਿ ਉਹ ਬਹੁਤ ਜ਼ਿਆਦਾ ਲਗਾਤਾਰ 24 ਘੰਟੇ ਤਣਾਅ 'ਚ ਰਹਿੰਦੇ ਆ। ਅਤੇ ਤਣਾਅ ਇੱਕ ਉਹ ਚੀਜ਼ ਹੈ ਜਿਹੜੀ ਤੁਹਾਨੂੰ ਬਰਨ ਆਊਟ ਕਰ ਦਿੰਦੀ ਆ। ਬਰਨ ਆਊਟ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਸਟ੍ਰੈਸ ਹਾਰਮੋਨਸ ਨੇ, ਉਹ ਸਟ੍ਰੈਸ ਦਾ ਮਤਲਬ ਕੀ ਹੁੰਦਾ ਹੈ ਕਿ ਸਟ੍ਰੈਸ 'ਚ ਬੰਦਾ ਆਲਵੇਜ਼ ਇਹ ਫੀਲ ਕਰਦਾ ਕਿ ਆਈ ਐਮ ਅੰਡਰ ਥ੍ਰੈਟ, ਮੈਂ ਕੁਛ ਨਾ ਕੁਛ ਤਣਾਅ 'ਚ ਇਸ ਕਰਕੇ ਆਉਣਾ ਕਿ ਮੈਨੂੰ ਲੱਗਦਾ ਕਿ ਮੇਰੇ ਦੇ ਉੱਪਰ ਜਿਹੜੇ ਮੈਨੂੰ ਨੁਕਸਾਨ ਹੋ ਸਕਦਾ ਕਿਸੇ ਤੋਂ। ਅਣਜਾਣ ਡਰ, ਹਾਂ, ਅਣਜਾਣ ਹੋਵੇ ਜਾਂ ਜਾਣਿਆ ਵੀ ਹੋਵੇ, ਕਈ ਵਾਰੀ ਜਾਣਿਆ ਵੀ ਹੁੰਦਾ, ਇਹ ਵੀ ਪਤਾ ਹੁੰਦਾ ਵੀ ਘਰ 'ਚ ਫਲਾਂ ਬੰਦਾ ਮੈਨੂੰ ਡਰ ਦੇ ਰਿਹਾ। ਕਈ ਵਾਰੀ ਜਾਣਿਆ ਪਛਾਣਿਆ ਹੁੰਦਾ ਡਰ, ਕਈ ਵਾਰੀ ਅਣਜਾਣ ਡਰ ਵੀ ਹੁੰਦਾ। ਉਹ ਕਈ ਵਾਰੀ ਜਾਣਿਆ ਪਛਾਣਿਆ ਡਰ ਹੀ ਅਣਜਾਣ 'ਚ ਬਦਲ ਜਾਂਦਾ, ਕਿਉਂਕਿ ਪਹਿਲਾਂ ਸ਼ੁਰੂ ਤੋਂ ਉਹ ਜਾਣੇ ਪਛਾਣੇ ਡਰ ਤੋਂ ਹੀ ਸ਼ੁਰੂ ਹੁੰਦਾ, ਉਹ ਬਚਪਨ 'ਚ ਹੋ ਜਾਂਦਾ ਜਾਂ ਕਿਤੇ ਹੋ ਜਾਂਦਾ, ਅਤੇ ਬਾਅਦ 'ਚ ਉਹ ਡਰ ਜਿਹੜਾ ਇੰਟਰਨਲਾਈਜ਼ ਹੋ ਜਾਂਦਾ। ਬਾਹਰਲਾ ਜੇ ਨਾ ਵੀ ਹੋਵੇ ਤਾਂ ਵੀ ਫਿਰ ਉਹ ਆਪਣੇ ਆਪ 'ਚ ਹੀ ਉੱਥੇ, ਜਿਹਨੂੰ ਕਹਿੰਦੇ ਜਿਵੇਂ ਨਾ ਚੱਲਦੇ ਪਾਣੀ 'ਚ ਇੱਕ ਘੁੰਮਣ ਘਰੀ ਬਣ ਜਾਂਦੀ, ਉੱਥੇ ਹੀ ਘੁੰਮੀ ਜਾਂਦੀ ਹੈ। ਉੱਦਾਂ ਹੀ ਉਹ ਵਿਚਾਰ ਜਿਹੜੇ ਨੇ, ਆਈਡੀਆਜ਼ ਹੁੰਦੇ ਜਿਹੜੇ ਉਹ ਟਰਾਮਾ ਦੇ ਆਈਡੀਆ ਜਿਹੜੇ ਨੇ, ਜੇ ਕੋਈ ਬਚਪਨ 'ਚ ਵੀ ਟਰਾਮਾ ਹੋ ਗਿਆ ਤੁਹਾਨੂੰ, ਟਰਾਮਾ ਸਾਈਕੋਲੋਜੀਕਲ ਟਰਾਮਾ ਦੀ ਗੱਲ ਕਰਦਾ ਮੈਂ, ਅਤੇ ਵੀ ਕੋਈ ਮਾੜੀ ਘਟਨਾ ਹੋ ਗਈ, ਕਿਸੇ ਨੇ ਤੁਹਾਨੂੰ ਮਾਰਤਾ, ਕਿਸੇ ਨੇ ਕੁੱਟਿਆ, ਕਿਸੇ ਨੇ ਕੁਝ ਲਗਾਤਾਰ ਤੁਹਾਨੂੰ ਗਾਲਾਂ ਕੱਢੀਆਂ ਜਾਂ ਝਿੜਕਿਆ, ਜਾਂ ਤੁਹਾਨੂੰ ਘਟੀਆ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਉਹ ਚਾਈਲਡ ਅਬਿਊਜ਼ ਦਾ, ਹਾਂ ਵੀ ਬਿਲਕੁਲ, ਕੋਈ ਨਸ਼ਾੜੀ ਬਾਪ ਹੈ ਉਹ ਬੱਚੇ ਨੂੰ ਮਾਰਦਾ, ਉਹ ਜਿਹੜਾ ਕਿਤੇ ਨਾ ਕਿਤੇ ਐਸਾ ਇੰਟਰਨਲਾਈਜ਼ ਹੁੰਦਾ ਕਿ ਜਦੋਂ ਉਹ ਠੀਕ ਵੀ ਹੋ ਜਾਂਦਾ, ਉਹ ਫਿਰ ਵੀ ਬੱਚਾ ਉਹ 'ਚੋਂ ਜਿਹੜਾ ਵੱਡਾ ਬੱਚਾ ਜਾਂ ਵੱਡਾ ਹੋ ਕੇ ਉਹ ਨਿਕਲ ਨਹੀਂ ਸਕਦਾ। ਤਾਂ ਉਹ ਸਾਰੇ ਦੇ ਸਾਰਾ ਸਮਾਜ ਦੇ ਅੰਦਰ। ਔਰ ਦੂਸਰੀ ਜਿਹੜੀ ਇਹ ਬਹੁਤ ਹੀ ਟ੍ਰੈਜਿਕ ਗੱਲ ਹੈ ਕਿ ਸਟ੍ਰੈਸ 'ਚੋਂ ਕੱਢਣ ਲਈ ਸਮਾਜ ਦੇ ਅੰਦਰ ਸੰਸਥਾਗਤ ਕੋਈ ਹੈ ਨਹੀਂ, ਉਪਲਬਧੀ ਨਹੀਂ ਹੈ। ਬਹੁਤ ਹੀ ਟ੍ਰੈਜਿਕ ਗੱਲ ਹੈ। ਅੱਜ ਮਾਨਸਿਕ ਰੋਗੀ, ਨਸ਼ਿਆਂ ਵਾਲੇ, ਉਹਨਾਂ ਨੂੰ ਵਿਚਾਰਿਆਂ ਨੂੰ ਜਿੰਨੀ ਹੈਲਪ ਦੀ ਲੋੜ ਹੈ ਉਹ ਹੈਲਪ ਹੀ ਅਵੇਲੇਬਲ ਨਹੀਂ ਹੈ। ਸੰਸਥਾਵਾਂ ਹੀ ਹੈ ਨਹੀਂ ਗੀਆਂ, ਕੋਈ ਧਿਆਨ ਹੀ ਨਹੀਂ ਕਿਸੇ ਦਾ। ਅਸੀਂ ਤਾਂ ਬਹੁਤ ਕਰੂਡ ਜਿਹੀਆਂ ਮੋਟੀਆਂ ਜਿਹੀਆਂ ਗੱਲਾਂ 'ਚ ਫਿਰਦੇ ਹਾਂ। ਕੋਈ ਬੰਦਾ ਆਪਣੇ ਪੈਸੇ ਪਿੱਛੇ ਭੱਜਿਆ ਫਿਰ ਰਿਹਾ, ਕੋਈ ਪਾਵਰ ਪਿੱਛੇ ਭੱਜਿਆ ਫਿਰ ਰਿਹਾ, ਕੋਈ ਆਪਣੀ ਪੋਲੀਟਿਕਸ ਕੁਰਸੀ ਪਿੱਛੇ ਭੱਜਿਆ ਫਿਰ ਰਿਹਾ। ਅਤੇ ਸਮਾਜ ਦੇ ਵਿੱਚ ਜਿਹੜੇ ਸੰਪੰਨ ਲੋਕ ਨੇ ਉਹਨਾਂ ਨੂੰ ਆਪਣੀ ਇਹੋ ਜਿਹੀਆਂ ਗੱਲਾਂ ਤੋਂ ਵੇਲ ਨਹੀਂ ਹੈ ਕਿ ਉਹ ਇਹਨਾਂ ਜਿਹੜੇ ਇਹ ਵਿਚਾਰੇ ਪੀੜਤ ਨੇ ਤਣਾਅ ਦੇ, ਇਹਨਾਂ ਵੱਲ ਧਿਆਨ ਦੇ ਸਕੇ। ਸੋ ਉੱਧਰ ਬਹੁਤ ਕੰਮ ਕਰਨ ਦੀ ਲੋੜ ਹੈ। ਤਣਾਅ ਤਾਂ ਵਾਕਿਆ ਤੁਸੀਂ ਠੀਕ ਪੁਆਇੰਟ ਆਊਟ ਕੀਤਾ ਕਿ ਤਣਾਅ ਜਿਹੜਾ ਇਹ ਬਹੁਤ ਇੱਕ ਉਲਝਣ ਪੈਦਾ ਕਰਦਾ। ਔਰ ਸ਼ੂਗਰ ਦੇ ਮਾਮਲੇ 'ਚ ਵੀ ਤਣਾਅ ਜਿਹੜਾ ਉਹ ਸ਼ੂਗਰ ਪੈਦਾ ਕਰਨ 'ਚ ਅਤੇ ਸ਼ੂਗਰ ਨੂੰ ਠੀਕ ਨਾ ਹੋਣ ਦੇਣ 'ਚ ਬਹੁਤ ਵੱਡਾ ਰੋਲ ਪਲੇ ਕਰਦਾ। ਅਤੇ ਹੁਣ ਆਈਏ, ਤੁਸੀਂ ਐਕਸਰਸਾਈਜ਼ ਦੀ ਵੀ ਗੱਲ ਕਰਤੀ ਵੀ ਐਕਸਰਸਾਈਜ਼ ਦੇ ਨਾਲ ਜਿਹੜਾ ਬੰਦੇ ਜਿਹੜੇ ਨੇ ਉਹ ਜਿਹੜੇ ਸਿਸਟਮ ਦੇ ਨਾਲ ਉਹ ਕਰ ਲੈਂਦੇ ਨੇ ਵੀ ਅੰਦਰ ਬਰਨ ਆਊਟ ਕਰਕੇ ਉਹਨੂੰ ਸਾਰੀ ਸ਼ੂਗਰ ਨੂੰ, ਅਤੇ ਆਪਣਾ ਲੈਵਲ ਜਿਹੜਾ ਉਹ ਸਹੀ ਹੋ ਜਾਂਦਾ। ਜੇਕਰ ਕਿਸੇ ਪੱਧਤੀ ਦੀ ਲੋੜ ਪਵੇ, ਮੰਨ ਲਓ ਵੀ ਆਪਾਂ ਸ਼ੂਗਰ ਦੇ ਵਿੱਚ ਕਿਤੇ ਬਹੁਤ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਆਪਾਂ ਉਹਦੇ ਵਾਸਤੇ ਵੀ ਤੁਸੀਂ ਅਕਸਰ ਗੱਲ ਕਰਦੇ ਹੋ ਨੈਚੁਰੋਪੈਥੀ ਦੀ। ਨੈਚੁਰੋਪੈਥੀ ਦੇ ਵਿੱਚ ਕੁਝ ਕਾੜੇ, ਕੁਝ ਇਸ ਤਰ੍ਹਾਂ ਦੀਆਂ ਮੈਡੀਸਨ ਜਾਂ ਕੁਝ ਇਸ ਤਰ੍ਹਾਂ ਦੇ ਹਰਬਸ ਜਿਹੜੇ ਹੈਗੇ ਨੇ ਵੀ ਜਿਹਦੇ ਨਾਲ ਆਪਾਂ ਸ਼ੂਗਰ ਕੰਟਰੋਲ ਕਰ ਸਕਦੇ। ਮੇਰੇ ਖਿਆਲ ਉਸ ਤੋਂ ਪਹਿਲਾਂ ਆਪਾਂ ਨੂੰ ਗੱਲ ਕਰ ਲਈ ਆਪਾਂ ਵੀ ਆਪਾਂ ਸਾਡੇ ਕੋਲ 2 ਤਰ੍ਹਾਂ ਦੇ ਮਰੀਜ਼ ਆ ਰਹੇ ਆ। ਇੱਕ ਤਾਂ ਉਹ ਮਰੀਜ਼ ਆ ਰਹੇ ਆ ਜਿਹੜੇ, ਬਹੁਤੇ ਮਰੀਜ਼ ਉਹ ਨੇ ਜਿਹੜੇ ਆਲਰੇਡੀ ਦਵਾਈਆਂ 'ਤੇ ਨੇ। ਦਵਾਈਆਂ ਵੀ ਸ਼ੂਗਰ ਵਧਾਉਂਦੀਆਂ ਨੇ, ਕੁਛ ਦਵਾਈਆਂ ਵੀ ਸ਼ੂਗਰ ਵਧਾਉਂਦੀਆਂ ਨੇ, ਲੇਕਿਨ ਉਹ ਅਕਸਰ ਦੇਖਿਆ ਹੈਗਾ ਕਿ ਜਦੋਂ ਕੋਈ ਬੰਦਾ ਚੰਗਾ ਭਲਾ ਹੁੰਦਾ ਘਰੇ, ਜਦੋਂ ਹਸਪਤਾਲ ਜਾਂਦਾ ਤਾਂ ਉਹਨੂੰ ਸ਼ੂਗਰ ਹੋ ਜਾਂਦੀ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ। ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਨੇ ਉਹ ਪੈਂਕਰੀਆਜ਼ ਨੂੰ ਵੀ ਡੈਮੇਜ ਕਰਦੀਆਂ ਨੇ, ਜਾਂ ਬੋਡੀ ਨੂੰ ਡੈਮੇਜ ਕਰਦੀਆਂ ਨੇ, ਜਾਂ ਸਾਡਾ ਗੱਟ ਫਲੋਰਾ ਨੂੰ ਮਾਰ ਦਿੰਦੀਆਂ ਨੇ। ਗੱਟ ਫਲੋਰਾ ਦੀ ਗੱਲ ਵੀ ਆਪਾਂ ਗੱਟ ਫਲੋਰਾ 'ਤੇ ਵੀ ਇੱਕ ਸਪੈਸ਼ਲ ਵੀ ਇੱਕ ਐਪੀਸੋਡ ਬਣਾਵਾਂਗੇ ਕਿ ਗੱਟ ਫਲੋਰਾ ਦੀ ਅੱਜ ਜਿਹੜੀ ਲੇਟਲੀ ਮੈਡੀਸਨ, ਹੁਣ ਤੱਕ ਤਾਂ ਮੈਡੀਕਲ ਪ੍ਰੋਫੈਸ਼ਨ ਨੇ ਗੱਟ ਫਲੋਰਾ 'ਤੇ ਕੋਈ ਸਮੱਤਾ ਨਹੀਂ ਦਿੱਤੀ, ਲੇਕਿਨ ਗੱਟ ਫਲੋਰਾ ਨੂੰ ਸਟਰੋਂਗ ਰੱਖਣਾ ਕਿਉਂ ਜ਼ਰੂਰੀ ਹੈ? ਕਿਉਂਕਿ ਗੱਟ ਫਲੋਰਾ ਜਿਹੜਾ ਸਾਡਾ ਦੋਸਤ ਹੈ
ਸਾਡੇ ਅੰਦਰ ਇੱਕ ਜਿਹੜਾ 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 1 ਕਰੋੜ ਸਾਡੇ ਸੈੱਲ ਨੇ, ਤੇ 10 ਕਰੋੜ ਸਾਡੇ ਗਟ ਫਲੋਰਾ ਹੈ, ਸਾਡੇ 10 ਗੁਣਾ ਜ਼ਿਆਦਾ। ਤਾਂ ਉਹ ਜਿਹੜਾ ਗਟ ਫਲੋਰਾ ਹੈ ਉਹ ਕੀ ਕੰਮ ਕਰਦਾ ਤੇ ਉਹ ਕਿਵੇਂ ਹੈ। ਤਾਂ ਉਹ ਦਵਾਈਆਂ ਜਿਹੜੀਆਂ ਨੇ, ਉਹ ਜਿਹੜੇ ਤੁਸੀਂ ਠੀਕ ਕਿਹਾ ਵੀ ਦਵਾਈਆਂ ਮਤਲਬ ਐਂਟੀਬਾਇਓਟਿਕ ਬਹੁਤ ਲੰਬਾ ਸਮਾਂ ਵਰਤੀ ਜਾਂਦੇ ਤੁਸੀਂ, ਗਟ ਫਲੋਰਾ ਤੁਹਾਡਾ ਡੈਮੇਜ ਹੋ ਗਿਆ, ਗਟ ਫਲੋਰਾ ਡੈਮੇਜ ਨਾਲ ਬਹੁਤ ਸਾਰਾ ਇੱਕ ਚੇਨ ਰਿਐਕਸ਼ਨ ਬਣ ਜਾਂਦਾ ਬਾਡੀ ਦੇ ਅੰਦਰ, ਉਹ ਵੀ ਕਿਤੇ ਨਾ ਕਿਤੇ ਸਾਨੂੰ ਡੈਮੇਜ ਕਰਦਾ। ਲੇਕਿਨ ਆਪਾਂ ਜਿਹੜੀ ਕਰ ਰਹੇ ਸੀਗੇ ਕਿ 2 ਤਰ੍ਹਾਂ ਦੇ ਮਰੀਜ਼ ਨੇ। ਇੱਕ ਉਹ ਮਰੀਜ਼ ਨੇ ਜਿਹੜੇ ਕਿ ਜ਼ਿਆਦਾ ਮਰੀਜ਼ ਉਹ ਨੇ ਜਿਹੜੇ ਦਵਾਈਆਂ ਤੇ ਪਹਿਲਾਂ ਹੀ ਨੇ, ਕਿ ਉਹ ਡਾਕਟਰਾਂ ਤੋਂ ਦਵਾਈਆਂ ਖਾ ਰਹੇ ਨੇ, ਅਤੇ ਹੁਣ ਉਹ ਦਵਾਈਆਂ ਖਾਂਦੇ ਉਹਨੂੰ ਛੱਡਣਾ ਚਾਹੁੰਦੇ ਆ ਕਿਉਂਕਿ ਉਹਨੂੰ ਸਾਡੀ ਦਵਾਈਆਂ ਦੇ ਸਾਈਡ ਇਫੈਕਟ ਆ ਰਹੇ ਹੈ, ਜਾਂ ਦਵਾਈਆਂ ਤੋਂ ਸੈਟਿਸਫਾਈਡ ਨਹੀਂ ਹੈ, ਜਾਂ ਉਹਨੂੰ ਵੈਸੇ ਚੇਤਨਾ ਅੱਜ ਕੱਲ੍ਹ ਬਹੁਤ ਫੈਲ ਰਹੀ ਹੈ ਕਿ ਦਵਾਈਆਂ ਜਿਹੜੀਆਂ ਨੁਕਸਾਨ ਕਰਦੀਆਂ ਨੇ। ਹੁਣ ਕਰੋਨਾ ਨੇ ਜ਼ਿਆਦਾ ਚੇਤਨਾ ਫੈਲਾਤੀ ਕਿ ਜਿੰਨੇ ਬੰਦੇ ਬਿਮਾਰ ਹੋਣਗੇ ਉਹ ਜ਼ਿਆਦਾ ਮਾਰਚ ਆਉਣਗੇ ਮਹਾਂਮਾਰੀਆਂ ਦੇ, ਜਿਹੜੇ ਬੰਦੇ ਤੰਦਰੁਸਤ ਹੋਣਗੇ ਉਹ ਨਹੀਂ ਮਾਰਚ ਆਉਣਗੇ। ਤਾਂ ਉਹਦੇ 'ਚ ਕੀ ਲੋਕ ਹੁਣ ਛੱਡਣਾ ਚਾਹੁੰਦੇ ਆ ਦਵਾਈ। ਇੱਕ ਤਾਂ ਉਹ ਮਰੀਜ਼ ਆ ਰਹੇ ਆ, ਦੂਜੇ ਮਰੀਜ਼ ਉਹ ਆ ਰਹੇ ਜਿਨ੍ਹਾਂ ਨੇ ਜਿਹਨਾਂ ਨੂੰ ਪਤਾ ਲੱਗ ਗਿਆ, ਜਿਹਨਾਂ ਨੂੰ ਡਾਕਟਰ ਨੇ ਕਹਿ ਦਿੱਤਾ ਕਿ ਤੈਨੂੰ ਸ਼ੂਗਰ ਹੈ, ਪਰ ਉਹ ਸਿੱਧੇ ਹੀ ਸਾਡੇ ਆਪਣੇ ਕੋਲ ਆ ਗਏ ਕਿ ਵੀ ਨਹੀਂ ਅਸੀਂ ਤਾਂ ਦਵਾਈ ਨਹੀਂ ਖਾਣਾ ਚਾਹੁੰਦੇ, ਸਾਨੂੰ ਤੁਸੀਂ ਐਸਰਾ ਪਾਓ। ਸੋ ਆਪਾਂ ਦੋਨਾਂ ਵਾਸਤੇ ਕੁਛ ਪੈਰਾਮੀਟਰ ਜਿਹੜੇ ਨੇ ਉਹ ਡਿਸਾਈਡ ਕਰਨੇ ਬਹੁਤ ਜ਼ਰੂਰੀ ਨੇ ਕਿ ਕਿਹੜੇ ਮਰੀਜ਼ ਨੂੰ ਆਪਾਂ ਦਵਾਈ ਛਡਵਾਉਣੀ ਹੈ ਜਾਂ ਉਹਨੂੰ ਦਵਾਈ ਤਾਂ ਨਹੀਂ ਪੈਣ ਦੇਣਾ। ਉਹ 'ਚ ਕਲਵੰਤ ਜੀ ਅਸੀਂ ਇੱਕ ਲੈਵਲ ਜਿਹੜਾ ਸਾਰੀਆਂ ਖੋਜਾਂ ਨੂੰ ਦਾ ਨਿਚੋੜ ਕੱਢਿਆ ਹੈ ਕਿ ਖਾਲੀ ਪੇਟ ਸ਼ੂਗਰ 150 ਅਤੇ PP ਯਾਨੀ ਕਿ ਖਾਣੇ ਤੋਂ 2 ਘੰਟੇ ਬਾਅਦ 250। ਨਾ ਰੈਂਡਮ ਹੋਰ ਚੀਜ਼ ਹੋ ਗਈ, ਰੈਂਡਮ ਤਾਂ ਜਦੋਂ ਮਰਜ਼ੀ ਕਰਾ ਲਓ ਨਾ। ਰੈਂਡਮ ਨਾਲ ਥੋੜ੍ਹੀ ਜਿਹੀ ਜ਼ਿਆਦਾ ਸਪੈਸੀਫਿਕ ਹੁੰਦੀ ਹੈ PP, ਪੋਸਟ ਪ੍ਰੈਂਡੀਅਲ ਸ਼ੂਗਰ, ਯਾਨੀ ਕਿ ਖਾਣੇ ਤੋਂ 2 ਘੰਟੇ ਬਾਅਦ ਦੀ ਸ਼ੂਗਰ, ਉਹ ਐਗਜ਼ੈਕਟ ਹੁੰਦੀ ਹੈ ਔਰ ਸਭ ਤੋਂ ਜ਼ਿਆਦਾ ਡਿਪੈਂਡੇਬਲ ਉਹ ਹੈ। ਈਵਨ ਫਾਸਟਿੰਗ ਨਾਲੋਂ ਵੀ, ਫਾਸਟਿੰਗ ਸ਼ੂਗਰ ਵੀ ਜਿਹੜੀ ਹੈ ਉਹ ਡਿਪੈਂਡੇਬਲ ਨਹੀਂ ਹੈ। ਇੱਥੇ ਅਲਰਟ ਕਰ ਦੇਣਾ ਬਹੁਤ ਜ਼ਰੂਰੀ ਹੈ ਸਰੋਤਿਆਂ ਨੂੰ ਕਿ ਜਿਹੜੀ ਫਾਸਟਿੰਗ ਬਲੱਡ ਸ਼ੂਗਰ ਹੈ, ਲਗਭਗ 40-45% ਲੋਕਾਂ ਦੇ ਅੰਦਰ ਫਾਸਟਿੰਗ ਬਲੱਡ ਸ਼ੂਗਰ PP ਤੋਂ ਵੀ ਜ਼ਿਆਦਾ ਹੁੰਦੀ ਹੈ। ਕਿਉਂ? ਜਿਹੜੇ ਐਂਗਜ਼ਾਈਟੀ ਟਾਈਪ ਲੋਕ ਨੇ, ਜਿਹੜੇ ਅੱਜ ਕੱਲ੍ਹ ਦੇ ਪ੍ਰੋਫੈਸ਼ਨਲ ਨੇ, ਜਿਹੜੇ ਉੱਠਦੇ ਹੀ ਜਿਹਨਾਂ ਦਾ ਦਿਮਾਗ ਸਮਾਨੇ ਚੜ੍ਹ ਜਾਂਦਾ ਵੀ ਮੈਂ ਹੁਣ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ, ਉਹ ਮਤਲਬ ਉਹਨਾਂ ਦੀ ਦਿਮਾਗ ਜਿਹੜਾ ਫਿਰ ਫੰਕਸ਼ਨਿੰਗ ਸ਼ੁਰੂ ਕਰ ਦਿੰਦਾ। ਸੌਂ ਤਾਂ ਜਾਂਦੇ ਹੋ ਗੋਲੀ ਗਾਲੀ ਖਾ ਕੇ, ਨੀਂਦ ਦੀ ਜਾਂ ਦਾਰੂ ਪੀ ਕੇ, ਤੇ ਜਦੋਂ ਉੱਠਦੇ ਆ ਤਾਂ ਉਹਨਾਂ ਦਾ ਦਿਮਾਗ ਫਿਰ ਪਿੱਛੋਂ ਸ਼ੁਰੂ ਕਰ ਲੈਂਦਾ, ਜਿੱਥੋਂ ਪਿਛਲੀ ਰਾਤ ਖਤਮ ਕੀਤਾ ਸੀ, ਅਤੇ ਉਹਨਾਂ ਨੂੰ ਫਿਰ ਯਾਦ ਆ ਜਾਂਦਾ ਵੀ ਮੈਂ ਆਹ ਕੰਮ ਵੀ ਕਰਨਾ, ਮੈਂ ਆਹ ਵੀ ਕਰਨਾ, ਮੈਂ ਆਹ ਵੀ ਕਰਨਾ, ਆਹ ਵੀ ਕਰਨਾ। ਉਹ ਇੱਕਦਮ ਹਾਈਪਰ ਹੋ ਜਾਂਦਾ ਉਹਨਾਂ ਦਾ ਦਿਮਾਗ। ਹੋਰ ਕੀ ਬਾਡੀ ਕੀ ਕਰਦੀ ਹੈ, ਉਹਦੀ ਤਿਆਰੀ ਕਰਦੀ ਹੈ ਵੀ ਇਹ ਤਾਂ ਬੰਦਾ ਹੁਣੇ ਹੀ ਸਿੱਧਾ ਹੀ ਜਾਊ ਖਾਏ ਪੀਏ ਬਿਨਾਂ, ਜਿਵੇਂ ਕੁਝ ਭੱਜੂਗਾ, ਤਾਂ ਉਹ ਉਹਨੂੰ ਬਾਡੀ ਨੂੰ ਫਿਰ ਬਾਡੀ ਰਿਲੀਜ਼ ਕਰਨਾ ਸ਼ੁਰੂ ਕਰ ਦਿੰਦੀ ਫਟਾਫਟ ਰਿਜ਼ਰਵ। ਲਿਵਰ ਨੂੰ ਕਹਿੰਦੀ ਵੀ ਉਹਨੂੰ ਰਿਜ਼ਰਵ ਕਰੇ ਤਾਂ ਬੰਦਾ ਹੁਣੇ ਹੀ ਕੁਛ ਖਾਏ ਪੀਏ ਬਿਨਾਂ ਵੀ ਜਾ ਸਕਦਾ। ਤਾਂ ਉਹ ਬਾਡੀ ਤਿਆਰੀ ਕਰ ਲੈਂਦੀ ਹੈ, ਤਾਂ ਬਾਡੀ ਬਸਟ ਮਾਰਦੀ ਹੈ ਫਿਰ ਉਹਦੇ 'ਚ ਸ਼ੂਗਰ ਦਾ ਜਿਹੜਾ ਰਿਜ਼ਰਵ 'ਚੋਂ। ਤਾਂ ਉਹ ਤਾਂ ਕੀ ਹੁੰਦਾ ਕਿ ਫਾਸਟਿੰਗ ਬਲੱਡ ਸ਼ੂਗਰ ਉਹਨਾਂ ਦੀ ਹਾਈ ਆ ਜਾਂਦੀ ਹੈ। ਸੋ ਇਸ ਕਰਕੇ ਡਿਪੈਂਡੇਬਲ ਨਹੀਂ ਹੈ ਫਾਸਟਿੰਗ ਬਲੱਡ ਸ਼ੂਗਰ, ਡਿਪੈਂਡੇਬਲ ਨਹੀਂ ਹੈ। ਆਮ ਲੋਕਾਂ ਦੇ ਫਾਸਟਿੰਗ ਬਲੱਡ ਸ਼ੂਗਰ ਥੋੜ੍ਹੀ ਹੁੰਦੀ ਹੈ ਅਤੇ ਜਿਹੜੀ ਹੈ PP ਜ਼ਿਆਦਾ ਹੁੰਦੀ ਹੈ। ਲੇਕਿਨ ਕੁਛ ਲੋਕਾਂ 'ਚ ਇਸ ਤੋਂ ਬਿਲਕੁਲ ਉਲਟਾ ਹੁੰਦਾ। ਉਹ ਕੁਛ ਲੋਕਾਂ ਦਾ ਨੰਬਰ ਕਿੰਨਾ 40%, ਮਤਲਬ ਹਰ 100 ਪਿੱਛੇ 40 ਬੰਦਿਆਂ ਦਾ ਜਿਹੜਾ ਫਾਸਟਿੰਗ ਬਲੱਡ ਸ਼ੂਗਰ ਹੈ ਕਈ ਵਾਰੀ ਹਾਈ ਹੁੰਦਾ। ਸੋ ਇਸ ਕਰਕੇ ਫਾਸਟਿੰਗ ਬਲੱਡ ਸ਼ੂਗਰ ਇਕੱਲੀ 'ਤੇ ਡਿਪੈਂਡ ਨਹੀਂ ਕਰਨਾ, ਉਹ ਡਿਪੈਂਡ ਕਰਦਾ ਤੁਹਾਡੀ ਪਰਸਨੈਲਿਟੀ 'ਤੇ। ਜੇ ਤੁਸੀਂ ਕੂਲ ਮਾਈਂਡ ਹੋ ਤਾਂ ਤੁਹਾਡੀ ਫਾਸਟਿੰਗ ਬਲੱਡ ਸ਼ੂਗਰ ਲੋ ਰਹੇਗੀ। ਜੇ ਤੁਸੀਂ ਬਹੁਤ ਹਾਈਪਰ ਟਾਈਪ ਹੋ ਅਤੇ ਤੁਹਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਉਛਲ ਕੂਦ ਹੈ, ਤਾਂ ਤੁਸੀਂ ਨਾਲ ਦੀ ਨਾਲ ਤੁਹਾਡਾ ਮਾਈਂਡ ਜਦੋਂ ਐਕਟਿਵ ਹੋਇਆ ਤਾਂ ਨਾਲ ਦੀ ਨਾਲ ਬਾਡੀ ਤੁਹਾਨੂੰ ਫਾਸਟਿੰਗ ਬਲੱਡ ਸ਼ੂਗਰ ਵਧਾ ਦਿੰਦੀ ਤੁਹਾਡਾ। ਸੋ ਇਸ ਕਰਕੇ ਦੋਨੋਂ ਸ਼ੂਗਰ ਨੂੰ ਟੈਸਟ ਕਰਨਾ ਬਹੁਤ ਜ਼ਰੂਰੀ ਹੈ। ਔਰ ਦੋਨਾਂ ਦਾ ਜਿਹੜਾ ਸੇਫ ਲਿਮਿਟ ਹੈ, ਜਿਹੜੇ ਡਾਕਟਰਾਂ ਨੇ 100 ਕਿਹਾ ਹੋਇਆ, 100 ਅਤੇ 150 ਦੇ ਰਾਊਂਡ ਬਟ ਰੱਖਦੇ ਆ 140 ਜੁੜੀ, ਤਾਂ ਉਹਦੇ ਤੋਂ ਥੋੜ੍ਹਾ ਜਿਹਾ ਉੱਪਰ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਬਿਨਾਂ ਤੁਸੀਂ ਦਵਾਈਆਂ ਛੁਡਾ ਨਹੀਂ ਸਕਦੇ। ਜੇ ਤੁਸੀਂ ਉਸ ਲੈਵਲ 'ਤੇ ਰੱਖੋਗੇ ਫਿਰ ਤਾਂ ਦਵਾਈ ਕਦੇ ਵੀ ਨਹੀਂ ਛੁੱਟਣੀ। ਤਾਂ ਉਹਦੇ 'ਚ ਸੇਫ ਲਿਮਿਟ ਫਿਰ ਸਟੱਡੀਜ਼ ਨੇ ਡਿਫਾਈਨ ਕਰਤੀ ਕਿ ਦਵਾਈਆਂ ਖਾਣ ਵਾਸਤੇ ਸੇਫ ਲਿਮਿਟ ਕੀ ਹੈ, ਫਾਸਟਿੰਗ 150 ਅਤੇ PP 250। ਅਤੇ ਈਵਨ ਜੇ ਦੋਨਾਂ ਦੀ ਐਵਰੇਜ ਵੀ ਕੱਢ ਲਈਏ ਤਾਂ ਵੀ ਅਗਰ 250 ਤੱਕ ਆਪਾਂ ਦਵਾਈ ਨਾ ਖਾਈਏ, ਸਿਰਫ ਲਾਈਫ ਸਟਾਈਲ 'ਤੇ ਡਿਪੈਂਡ ਕਰ ਜਾਈਏ, ਤਾਂ ਕੋਈ ਰਿਸਕ ਨਹੀਂ ਹੈ। ਜਿਹੜਾ ਔਰਗਨ ਡੈਮੇਜ ਹੈ, ਔਰਗਨ ਡੈਮੇਜ 250 ਤੋਂ ਉੱਪਰ ਹੁੰਦਾ। ਇਸ ਕਰਕੇ ਦਵਾਈਆਂ ਖਾਣ ਵਾਸਤੇ ਜਿਹੜਾ ਨਾਰਮਲ ਲੈਵਲ ਹੈ ਉਹ 100, 120, 140 ਰੱਖਣ ਦੀ ਲੋੜ ਨਹੀਂ ਹੈ। ਉਹ 150 ਫਾਸਟਿੰਗ ਦਾ, 250 PP ਦਾ, ਅਤੇ ਈਵਨ ਐਵਰੇਜ ਵੀ 250 ਰੱਖ ਲਈਏ ਤਾਂ ਆਪਾਂ ਤਾਂ ਵੀ ਕੋਈ ਹਰਜ ਨਹੀਂ ਹੈ। ਇਹਦਾ ਮਤਲਬ ਦਵਾਈ ਉਸ ਲੈਵਲ ਨੂੰ ਰੱਖ ਕੇ ਫਿਰ ਦਵਾਈ ਹੌਲੀ ਹੌਲੀ ਘਟਾਈ ਜਾਣੀ ਹੈ। ਹੁਣ ਗੋਲੀਆਂ ਜਿਹੜੀਆਂ ਅਸੀਂ ਘਟਾਉਂਦੇ ਹਾਂ, ਉਹ ਘਟਾਉਂਦੇ ਹਾਂ ਸਾਲਟ ਵਾਈਜ਼, ਕਿ ਅਸੀਂ ਫਿਰ ਕੱਲੀ ਨੂੰ ਲੇਬਲ ਕਰ ਦਿੰਦੇ ਹਾਂ ਕਿ ਹੁਣ ਤੂੰ ਆਹ ਸਾਲਟ ਮਾਈਨਸ ਕਰਦੀ, ਹੁਣ ਤੂੰ ਆਹ ਸਾਲਟ ਮਾਈਨਸ ਕਰਦੀ, ਫਿਰ ਆਹ ਕਰਦੀ। 1 2 ਦਿਨ 3 ਦਿਨ 4 ਦਿਨ ਜੇ ਸ਼ੂਗਰ ਉਸ ਲੈਵਲ ਤੋਂ ਘੱਟ ਆ ਰਹੀ ਹੈ ਤਾਂ ਅਗਲਾ ਸਟੈਪ ਚੱਲ ਜਾਣਾ। ਤਾਂ ਉਹ ਬਹੁਤ ਕਾਮਯਾਬੀ ਦੇ ਨਾਲ ਸਾਡੇ ਬਹੁਤੇ ਮਰੀਜ਼ ਜਿਹੜੇ ਨੇ, 100 ਚੋਂ 80 ਮਰੀਜ਼ ਜਿਹੜੇ ਨੇ, ਉਹ ਬਹੁਤ ਕਾਮਯਾਬੀ ਦੇ ਨਾਲ ਜਿਹੜੀ ਹੈ 3 ਮਹੀਨੇ ਦੇ ਵਿੱਚ ਦਵਾਈਆਂ ਮੁਕਤ ਹੋ ਜਾਂਦੇ ਆ, ਗੋਲੀਆਂ ਵਾਲੇ।
20% ਮਰੀਜ਼ ਥੋੜ੍ਹੇ ਜਿਹੇ ਲੰਬੇ ਹੋ ਜਾਂਦੇ ਆ। ਉਹ 'ਚ ਕੁਛ ਮਰੀਜ਼ ਉਹ ਹੁੰਦੇ ਆ ਜਿਨ੍ਹਾਂ ਨੇ ਡਾਈਟ ਪ੍ਰੋਪਰਲੀ ਫੋਲੋ ਨਹੀਂ ਕੀਤੀ ਹੁੰਦੀ, ਕੁਛ ਉਹ ਹੁੰਦੇ ਜਿਹੜੇ ਤਣਾਅ ਬਹੁਤ ਜ਼ਿਆਦਾ, ਜਾਂ ਕੁਛ 'ਚ ਹੋਰ ਕੋਈ ਨਾ ਕੋਈ ਕਾਰਨ ਹੁੰਦਾ, ਕੋਈ ਨਾ ਕੋਈ ਕਾਰਨ ਹੁੰਦਾ। ਤਾਂ ਇਸ ਕਰਕੇ 80% ਪੇਸ਼ੈਂਟ ਜਿਹੜੇ ਨੇ ਉਹ 3 ਮਹੀਨੇ ਦੇ ਵਿੱਚ ਦਵਾ ਮੁਕਤ ਹੋ ਜਾਂਦੇ ਆ। ਇਹ ਬੜੀ ਖੁਸ਼ੀ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਜਦੋਂ ਦਵਾ ਮੁਕਤ ਹੋ ਜਾਂਦੇ ਆ ਉਹ ਰੀਅਲ ਹੈਲਥ ਹੈ। ਕਿਉਂਕਿ ਗੋਲੀਆਂ ਦੇ ਨਾਲ ਰੀਡਿੰਗ ਲੋ ਰੱਖ ਲੈਣ ਨਾਲ, ਕੁਲਵੰਤ ਜੀ ਇਹ ਗੱਲ ਜਿਹੜੀ ਹੈ ਸਰੋਤਿਆਂ ਨੂੰ ਬਹੁਤ ਹੀ ਸਮਝ ਲੈਣੀ ਚਾਹੀਦੀ ਹੈ ਕਿ ਦਵਾਈਆਂ ਖਾਂਦੇ ਹੋਏ ਸ਼ੂਗਰ ਦਾ ਲੈਵਲ ਜੇ ਨਾਰਮਲ ਵੀ ਹੈ ਤਾਂ ਅੰਦਰ ਜਿਹੜੀਆਂ ਕੰਪਲਿਕੇਸ਼ਨਸ ਹੋ ਰਹੀਆਂ ਨੇ ਉਹ ਚੱਲ ਰਹੀਆਂ ਨੇ। ਗੁਰਦੇ ਥੋੜ੍ਹੇ ਡੈਮੇਜ ਹੋ ਰਹੇ ਆ, ਥੋੜ੍ਹਾ ਜਿਹਾ ਰੇਟ ਘਟ ਜਾਏਗਾ, ਥੋੜ੍ਹਾ ਜਿਹਾ ਲੈਵਲ ਹੋ ਸਕਦਾ ਘਟ ਜਾਵੇ, ਲੇਕਿਨ ਗੁਰਦੇ ਡੈਮੇਜ ਹੋਣਾ ਬੰਦ ਨਹੀਂ ਹੁੰਦੇ। ਕਿਉਂਕਿ ਸ਼ੂਗਰ ਨੂੰ ਤੁਸੀਂ ਧੱਕੇ ਨਾਲ ਖਿੱਚ ਕੇ ਥੱਲੇ ਤਾਂ ਲੈ ਆਂਦਾ, ਲੇਕਿਨ ਸ਼ੂਗਰ ਹੈ ਤਾਂ ਉੱਥੇ ਹੀ ਹੈ ਨਾ। ਅਤੇ ਉਹ ਦਵਾਈਆਂ, ਬਾਕੀ ਦਵਾਈਆਂ ਦੇ ਸਾਈਡ ਇਫੈਕਟ ਆ ਗਏ ਨਾਲ। ਤਾਂ ਉਹ ਕੀ ਹੁੰਦਾ ਹੈ ਕਿ ਦਵਾਈਆਂ ਖਾਂਦੇ ਹੋਏ ਵੀ ਤੁਹਾਡੇ ਗੁਰਦੇ ਡੈਮੇਜ ਹੋ ਰਹੇ ਆ, ਤੁਹਾਡਾ ਹਾਰਟ ਡੈਮੇਜ ਹੋ ਰਿਹਾ, ਤੁਹਾਡੀਆਂ ਖੂਨ ਦੀਆਂ ਨਾੜਾਂ ਡੈਮੇਜ ਹੋ ਰਹੀਆਂ ਨੇ, ਤੁਹਾਡੀਆਂ ਨਰਵਸ ਡੈਮੇਜ ਹੋ ਰਹੀਆਂ ਨੇ, ਤੁਹਾਡਾ ਜ਼ਖਮ ਹੋ ਰਹੇ ਆ, ਅੱਖਾਂ 'ਤੇ ਪੈ ਰਿਹਾ, ਸਿਰ ਗੁਰਦੇ 'ਤੇ ਪੈ ਰਿਹਾ, ਲਿਵਰ 'ਤੇ ਪੈ ਰਿਹਾ, ਹਰ ਬੋਡੀ ਦੇ ਹਰ ਅੰਗ 'ਤੇ, ਬ੍ਰੇਨ 'ਤੇ ਪੈ ਰਿਹਾ, ਉਹ ਪਈ ਜਾਣਾ। ਇਸ ਕਰਕੇ ਗੋਲੀਆਂ ਖਾਂਦੇ ਹੋਏ ਸ਼ੂਗਰ ਠੀਕ ਰੱਖ ਲੈਣੀ ਕੋਈ ਬਹਾਦਰੀ ਨਹੀਂ ਹੈ, ਕੋਈ ਅਚੀਵਮੈਂਟ ਨਹੀਂ ਹੈ। ਹੁਣ ਤਾਂ ਇੱਥੋਂ ਤੱਕ ਆ ਗਿਆ ਕਿ ਜੇ ਤੁਸੀਂ ਬਿਨਾਂ ਵਜ੍ਹਾ ਗੋਲੀਆਂ ਖਾ ਕੇ ਰੱਖ ਰਹੇ ਹੋ ਤਾਂ ਉਲਟਾ ਆਪਣੇ ਆਪ ਨੂੰ ਨੁਕਸਾਨ ਕਰ ਰਹੇ ਹੋ ਨਾ ਖਾਣ ਦੇ ਮੁਕਾਬਲੇ ਵੀ, ਅਤੇ ਲੌਂਗੇਵਿਟੀ ਆਫ ਲਾਈਫ ਵੀ ਤੁਹਾਡੀ ਜ਼ਿਆਦਾ ਘੱਟ ਰਹੀ ਹੈ। ਸੋ ਗੋਲੀਆਂ ਖਾ ਕੇ ਸ਼ੂਗਰ ਠੀਕ ਕਰਨਾ ਜਿਹੜਾ ਇਹ ਬਹੁਤ ਹੀ ਨਿਖਿੱਧ ਤਰੀਕਾ ਹੈ। ਇਸ ਕਰਕੇ ਹਰ ਸ਼ੂਗਰ ਦੇ ਮਰੀਜ਼ ਨੂੰ ਇਹ ਬੇਨਤੀ ਹੈ ਕਿ ਬਿਨਾਂ ਦਵਾਈਆਂ ਖਾਏ ਸ਼ੂਗਰ ਠੀਕ ਕਰਨੀ ਤੁਹਾਡੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ, ਦਵਾਈਆਂ ਛੱਡ ਕੇ। ਸੋ ਇਹ ਜਿਹੜਾ ਲੈਵਲ ਹੈ 150 ਤੇ 250, ਇਹ ਜਿਹੜਾ ਅਸੀਂ ਸਾਲਟ ਵਾਈਜ਼ ਫਿਰ ਹੌਲੀ ਘਟਾਈ ਜਾਂਦੇ ਹਾਂ। ਅਤੇ ਬਹੁਤ ਸਾਰੇ ਮਰੀਜ਼ ਤਾਂ ਬਹੁਤ ਜਲਦੀ ਛੱਡ ਜਾਂਦੇ ਆ, ਮਹੀਨੇ ਦੇ ਵਿੱਚ ਵੀ ਛੱਡ ਜਾਂਦੇ ਆ, ਲੇਕਿਨ 80% ਲੋਕ ਜਿਹੜੇ ਨੇ 3 ਮਹੀਨੇ ਦੇ ਵਿੱਚ ਅਸੀਂ ਹੌਲੀ ਕਰਕੇ ਉਹਨਾਂ ਦੀ ਜਿਹੜੀ ਦਵਾਈਆਂ ਜਿਹੜੀਆਂ ਨੇ ਆਫ ਕਰਾ ਦਿੰਦੇ ਹਾਂ। ਜਿੱਥੋਂ ਤੱਕ ਸਵਾਲ ਇਨਸੂਲਿਨ ਦਾ, ਇਨਸੂਲਿਨ ਵਾਲਿਆਂ ਵਾਸਤੇ ਵੀ ਲੈਵਲ ਇਹੀ ਹੈ 150 250 ਅਤੇ ਐਵਰੇਜ 250। ਐਵਰੇਜ ਦਾ ਕੀ ਮਤਲਬ ਹੈ? ਫਾਸਟਿੰਗ ਬਲੱਡ ਸ਼ੂਗਰ ਜਮਾ PP ਡਿਵਾਈਡਡ ਬਾਈ 2, ਉਹ ਆ ਗਈ ਐਵਰੇਜ। ਐਵਰੇਜ ਅਗਰ ਤੁਹਾਡੀ 250 ਤੋਂ ਘੱਟ ਹੈ ਤਾਂ ਵੀ ਇਨਸੂਲਿਨ ਘਟਾਈ ਜਾਣੀ ਹੈ। ਕਿੰਨੀ ਘਟਾਉਣੀ ਹੈ? ਇਨਸੂਲਿਨ 'ਚ ਬਹੁਤ ਹੀ ਪਰਟੀਕੂਲਰ ਰਹਿਣਾ, ਇਨਸੂਲਿਨ ਜ਼ਿਆਦਾ ਵੀ ਨਹੀਂ ਘਟਾਉਣੀ ਅਤੇ ਘੱਟ ਵੀ ਨਹੀਂ ਘਟਾਉਣੀ। ਜ਼ਿਆਦਾ ਘਟਾਵਾਂਗੇ ਸ਼ੂਗਰ ਇੱਕਦਮ ਉੱਪਰ ਨੂੰ ਜਾਏਗੀ, ਘੱਟ ਘਟਾਵਾਂਗੇ ਤਾਂ ਸ਼ੂਗਰ ਥੱਲੇ ਨੂੰ ਚਲ ਜਾਏਗੀ ਡਾਈਟ ਦੇ ਨਾਲ, ਇਸ ਡਾਈਟ ਨਾਲ। ਪਰ ਨਾ ਤਾਂ ਥੱਲੇ ਜਾਣ ਦੇਣੀ ਨਾ ਉੱਪਰ ਜਾਣ ਦੇਣੀ ਹੈ, ਇਸ ਲੈਵਲ 'ਤੇ ਰੱਖਣੀ 150 250 ਦੇ ਵਿਚਾਲੇ। 150 250 ਤਾਂ ਉਹਦਾ 150 250 ਦਾ ਇੱਕ ਸੇਫ ਲਿਮਿਟ ਵੀ ਆ ਗਈ ਕਿ ਜਿਹੜਾ ਉਹ ਕਈ ਵਾਰੀ 50 60 ਤੇ ਪਹੁੰਚ ਕੇ 40 ਤੇ ਪਹੁੰਚ ਕੇ ਬੰਦਾ ਐਮਰਜੈਂਸੀ ਲੈਂਡ ਕਰ ਜਾਂਦਾ, ਉਹ ਨਹੀਂ ਹੋਏਗਾ। ਜੇ ਆਪਾਂ 100 ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ 40-50 ਵਾਲੇ ਐਕਸੀਡੈਂਟ ਰੋਜ਼ ਹੋਣਗੇ ਤੁਹਾਡੇ ਨਾਲ। ਅਤੇ ਇਸ ਕਰਕੇ ਇਸ ਗੱਲ ਦਾ ਬਹੁਤ ਚਿੰਤਾ। ਅਤੇ ਕਿੰਨੀ ਘਟਾਉਣੀ ਹੈ? ਹਰ 25 ਮਿਲੀਗ੍ਰਾਮ ਪਿੱਛੇ 1 ਜਾਂ 2 ਯੂਨਿਟ। ਇਸ ਕਰਕੇ ਕਿ ਡਿਪੈਂਡ ਕਰਦਾ ਕਿ ਇਨਸੂਲਿਨ ਲੱਗ ਕਿੰਨੀ ਰਹੀ ਹੈ। ਜੇ ਥੋੜ੍ਹੀ ਲੱਗ ਰਹੀ ਤਾਂ 1 ਯੂਨਿਟ ਘਟਾਓ, ਜੇ ਜ਼ਿਆਦਾ ਲੱਗ ਰਹੀ ਤਾਂ 2 ਯੂਨਿਟ ਵੀ ਘਟਾ ਸਕਦੇ ਆਪਾਂ ਸਾਰੀਆਂ ਡੋਜ਼ਿਸ ਚੋਂ ਅਤੇ ਜਾਂ ਟੈਸਟ ਕਰਨ ਦੇ ਹਿਸਾਬ ਨਾਲ। ਸੋ 25 ਮਿਲੀਗ੍ਰਾਮ ਪਿੱਛੇ 1 ਜਾਂ 2 ਯੂਨਿਟ, ਯਾਨੀ ਕਿ ਮੰਨ ਲਓ 250 ਦੀ ਬਜਾਏ 250 ਆ ਰਹੀ ਹੈ, 1 ਜਾਂ 2 ਯੂਨਿਟ ਥੱਲੇ ਲਿਆਓ। ਜੇ 50 ਥੱਲੇ ਆ ਰਹੀ ਤਾਂ 2 ਜਾਂ 3 ਯੂਨਿਟ ਥੱਲੇ ਲਿਆਓ। ਹੌਲੀ ਬੰਦ ਕਰਦੇ ਇਨਸੂਲਿਨ ਦੇ ਵੀ ਜਿਹੜੇ ਤਾਂ ਅਡਲਟਸ ਨੇ ਜਿਹੜੇ ਬਾਅਦ 'ਚ ਇਨਸੂਲਿਨ ਡਿਪੈਂਡੈਂਟ ਹੋਏ ਆ ਗੋਲੀਆਂ ਖਾ ਕੇ, ਉਹ ਤਾਂ ਛੱਡ ਹੀ ਜਾਂਦੇ ਮੋਸਟਲੀ 3-4 ਮਹੀਨਿਆਂ 'ਚ। ਲੇਕਿਨ ਜਿਹੜੇ ਬੱਚੇ ਆ ਜਿਹਨਾਂ ਦੀ ਸ਼ੁਰੂ ਤੋਂ ਹੀ ਇਨਸੂਲਿਨ ਲੱਗ ਗਈ ਸੀਗੀ, ਉਹਨਾਂ 'ਚ ਕੁਛ ਤਾਂ ਜਲਦੀ ਹੋ ਜਾਂਦੇ ਆ, ਲੇਕਿਨ ਕੁਛ ਕੁ ਜਿਹੜੇ ਨੇ ਉਹ 6 ਮਹੀਨੇ 7 ਮਹੀਨੇ 8 ਮਹੀਨੇ ਸਾਲ ਤੱਕ ਲੈ ਜਾਂਦੇ ਆ। ਲੇਕਿਨ 30% ਬੱਚੇ ਜਿਹੜੇ ਨੇ ਉਹ 60% ਉੱਥੋਂ ਵੀ ਅੜ ਜਾਂਦੇ ਆ। ਉਹਨਾਂ ਦੀ ਇਨਸੂਲਿਨ ਦੀ ਡੋਜ਼ ਤਾਂ ਘੱਟ ਜਾਂਦੀ ਹੈ, ਸਿਹਤ ਵੀ ਵਧੀਆ ਰਹਿਣ ਲੱਗ ਜਾਂਦੀ ਹੈ, ਅਪ ਡਾਊਨ ਫਲਕਚੁਏਸ਼ਨ ਵੀ ਘੱਟ ਜਾਂਦੀਆਂ ਨੇ, ਅਤੇ ਚਿੰਤਾ ਵੀ ਉਹਨਾਂ ਦੀ ਘੱਟ ਜਾਂਦੀ ਹੈ। ਜਿਹੜੇ ਆ ਲੂ ਜਾਣ ਵਾਲੇ ਐਕਸੀਡੈਂਟਸ ਵੀ ਘੱਟ ਜਾਂਦੇ ਆ। ਲੇਕਿਨ ਉਹਦੀ ਇਨਸੂਲਿਨ ਬੰਦ ਸਾਲ ਵਿੱਚ ਵੀ ਹੋ ਸਕਦਾ ਨਾ ਹੋਵੇ, ਫਿਰ ਵੀ ਉਹਨਾਂ ਨੂੰ ਕੋਸ਼ਿਸ਼ ਜਾਰੀ ਰੱਖਣੀ ਹੈ, ਕਿਉਂਕਿ ਲੰਬਾ ਐਕਸਪੀਰੀਅੰਸ ਅਜੇ ਹੈ ਨਹੀਂ ਗਾ ਕਿ ਲੰਬੇ ਸਮੇਂ 'ਚ ਕਿੰਨੇ ਚਿਰ 'ਚ ਉਹ ਆਫ ਹੋ ਜਾਣਗੇ। ਲੇਕਿਨ ਕਾਫੀ ਹੋਪਫੁਲ ਹੈ ਕਿ ਉਹਨਾਂ ਦਾ ਪੈਂਕਰੀਆ ਜਿਵੇਂ ਉਹ ਸਾਈਜ਼ ਵਧੇਗਾ ਉਹਦਾ, ਕਿਉਂਕਿ ਪੈਂਕਰੀਆ ਨੇ ਰੀਗਰੋ ਕਰਨਾ ਹੈ, ਜਿਵੇਂ ਇਨਸੂਲਿਨ ਅੰਦਰਲੀ ਜਿਹੜੀ ਇਨਸੂਲਿਨ ਹੈ ਉਹ ਜ਼ਿਆਦਾ ਬਣੇਗੀ ਅਤੇ ਬਾਹਰਲੀ ਘਟੇਗੀ, ਉਵੇਂ ਹੀ ਉਹ ਪੈਂਕਰੀਆਸ ਗਰੋ ਕਰੇਗਾ। ਅਤੇ ਪੈਂਕਰੀਆਸ ਜੋ ਗਰੋ ਕਰਦਾ ਗਿਆ ਜਿਵੇਂ ਤਾਂ ਉਹ ਟੇਕ ਓਵਰ ਕਰ ਜਾਏਗਾ ਹੌਲੀ। ਅਤੇ ਉਹਦੇ 'ਚ ਜੇ ਡੋਜ਼ ਘੱਟ ਵੀ ਰਹੇ ਤਾਂ ਵੀ ਕੋਈ ਛੋਟੀ ਅਚੀਵਮੈਂਟ ਨਹੀਂ ਹੈ, ਕਿਉਂਕਿ ਜਿੰਨੀ ਡੋਜ਼ ਵਧੀ ਜਾਂਦੀ ਹੈ ਬਾਡੀ ਜਿਹੜੀ ਇਨਸੂਲਿਨ ਨੂੰ ਡਿਸਟਰੋਏ ਕਰਨ ਲੱਗ ਜਾਂਦੀ, ਅਤੇ ਇਨਸੂਲਿਨ ਦੀ ਡੋਜ਼ ਫਿਰ ਲਗਾਤਾਰ ਵਧੀ ਜਾਣੀ ਆ। ਉਹ ਇੱਧਰ ਅਸੀਂ ਘਟਾ ਰਹੇ ਹਾਂ ਇਨਸੂਲਿਨ ਦੀ ਡੋਜ਼, ਸੋ ਬਿਲਕੁਲ ਉਲਟਾ ਹੋ ਗਿਆ। ਸੋ ਉਹਦੇ 'ਚ ਜੇ ਮੇਰੀ ਇਹ ਬੇਨਤੀ ਹੈ ਕਿ ਜਿਹੜੇ ਬੱਚੇ ਜੇ ਮੰਨ ਲਓ ਘੱਟ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ 'ਚ ਘੱਟ ਅਸਰ ਆ ਰਿਹਾ, ਤਾਂ ਵੀ ਹੌਸਲਾ ਨਹੀਂ ਛੱਡਣਾ।
ਤੇ ਹਰ 10 ਚੋਂ 7 ਬੱਚੇ ਜਿਹੜੇ ਨੇ ਉਹ ਤਾਂ ਸਾਲ 'ਚ ਦੇ ਵਿੱਚ ਬੰਦ ਹੋ ਜਾਏਗੀ ਇਨਸੂਲਿਨ, ਤੇ ਜਿਹੜੇ 3 ਬੱਚੇ ਰਹਿ ਜਾਣਗੇ ਉਹ ਹੋ ਸਕਦਾ ਥੋੜ੍ਹਾ ਜਿਹਾ ਲੰਬਾ ਲੈ ਜਾਣ, ਲੇਕਿਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਹੌਸਲਾ ਨਹੀਂ ਛੱਡਣਾ, ਲੱਗੇ ਰਹਿਣਾ। ਤੇ ਉਹਦੇ 'ਚ ਵੀ ਕੁਛ ਉਮੀਦ ਹੈ ਕਿ ਅੱਗੇ ਜਿਵੇਂ ਜਿਵੇਂ ਪੈਂਕਰੀਆਸ ਜਿਹੜਾ ਪਿਕਅਪ ਕਰੇਗਾ ਉਵੇਂ ਉਹ ਇਨਸੂਲਿਨ ਜਿਹੜੀ ਆ ਉਹ ਬੰਦ ਹੋ ਜਾਏਗੀ। ਹੁਣ ਆਈਏ ਇੱਕ ਵਾਰੀ ਜਾਂਦੇ ਤੁਸੀਂ ਥੋੜ੍ਹਾ ਜਿਹਾ ਸ਼ਾਰਟਕਟ 'ਚ ਇਹ ਵੀ ਦੱਸ ਦਿਓ ਕਿ ਜੇਕਰ ਲੋੜ ਪੈਂਦੀ ਹੈ, ਕੋਈ ਹਰਬ, ਕੋਈ ਘਰ ਰਸੋਈ ਦੇ ਵਿੱਚ ਕੁਛ ਪਿਆ ਐਸਾ ਜਿਹਦੇ ਨਾਲ ਆਪਾਂ ਆਪਣੀ ਸ਼ੂਗਰ ਨੂੰ ਕੰਟਰੋਲ 'ਚ ਕਰ ਸਕੀਏ। ਬਿਲਕੁਲ ਸਾਡੇ ਜਿਹੜੇ ਸਾਡੇ ਭੋਜਨ ਦੇ ਵਿੱਚ ਤਾਂ ਆਪਾਂ ਕਰਦੇ ਹਾਂ, ਗੱਲ ਕਰ ਹੀ ਦਿੱਤੀ। ਜਿਹੜੀਆਂ ਹਰਬਸ ਨੇ ਉਹਦੇ ਅੰਦਰ ਦੇਖੋ, ਜਿਹੜੀਆਂ ਥੋੜ੍ਹਾ ਅਸੀਂ ਕਾੜੇ ਦਿੰਦੇ ਹਾਂ, ਜਿਹੜੇ ਹੁਣ ਕਾੜਾ ਕਾਹਦਾ ਦੇ ਰਹੇ ਹਾਂ, ਅਸੀਂ ਜਾਮਣ ਦਾ ਕਾੜਾ ਦੇ ਰਹੇ ਹਾਂ, ਉਸ ਤੋਂ ਬਾਅਦ ਗਲੋ ਦਾ ਦੇ ਰਹੇ ਹਾਂ, ਮੇਥੀ ਦਾ ਦੇ ਰਹੇ ਹਾਂ, ਤੁਹਾਡਾ ਪੁਦੀਨੇ ਦਾ ਦੇ ਰਹੇ ਹਾਂ, ਪਾਨ ਪੱਤੇ ਦਾ ਦੇ ਰਹੇ ਹਾਂ, ਸੁਹੰਜਣੇ ਦਾ ਦੇ ਰਹੇ ਹਾਂ। ਫਿਰ ਥੋੜ੍ਹੀ ਜਿੰਨੀਆਂ ਜਿਹੜੀਆਂ ਤੁਹਾਡੀਆਂ ਘਰ 'ਚ ਹਰਬਸ ਪਈਆਂ ਨੇ ਸਾਰੀਆਂ ਸ਼ੂਗਰ ਘਟਾਉਂਦੀਆਂ ਨੇ, ਲੈ ਕੇ ਜੀਰੇ ਤੋਂ ਲੈ ਕੇ ਅਜਵਾਇਣ ਤੋਂ ਲੈ ਕੇ ਹਲਦੀ ਤੋਂ ਲੈ ਕੇ ਧਨੀਆ, ਇਹ ਸਾਰੇ ਜਿਹੜੇ ਕਿਤੇ ਨਾ ਕਿਤੇ ਸ਼ੂਗਰ ਨੂੰ ਘਟਾਉਣ 'ਚ ਮਦਦ ਕਰਦੇ ਆ। ਕਰੇਲਾ ਕਰਦਾ ਹੈ, ਤੁਹਾਡਾ ਗੁੜਮਾਰ ਬੂਟੀ ਹੈ, ਗੁੜਮਾਰ ਕਰਦੀ ਹੈ। ਇਨਸੂਲਿਨ ਪਲਾਂਟ ਆ ਗਿਆ, ਉਹ ਕਰਦਾ ਹੈ, ਪੱਤਾ ਖਾ ਲੈਂਦੇ ਆ ਲੋਕ। ਤੋ ਇਹ ਸਾਰੇ ਜਿਹੜੀਆਂ ਬੂਟੀਆਂ ਆਪਣਾ ਰੋਲ ਪਲੇ ਕਰਦੀਆਂ, ਇਸੇ ਕਰਕੇ ਅਸੀਂ ਜਿਹੜੀਆਂ ਬੂਟੀਆਂ ਨੂੰ ਆਪਣੇ ਟਰੀਟਮੈਂਟ ਦਾ ਇੱਕ ਪ੍ਰੋਟੋਕੋਲ ਦਾ ਬਹੁਤ ਵੱਡਾ ਹਿੱਸਾ ਬਣਾਇਆ। ਉਹਦਾ ਡਾਈਟ ਤੋਂ ਬਾਅਦ 2 ਨੰਬਰ ਅਸੀਂ ਇਹਨਾਂ ਦਾ ਰੱਖਿਆ ਕਿ ਫੂਡ ਆ ਖਾਣਾ ਅਤੇ ਮੈਡੀਸਨਲ ਪਲਾਂਟਸ ਆ ਖਾਣੇ ਆ, ਦੋਨੋਂ ਰਲ ਕੇ ਇੱਕ ਦੂਜੇ ਨੂੰ 1+1 11 ਕਰ ਦਿੰਦੇ ਆ। ਸਭ ਤੋਂ ਜ਼ਿਆਦਾ ਤੁਹਾਨੂੰ ਭਰੋਸਾ ਕਿਹੜੇ ਮੈਡੀਸਨਲ ਪਲਾਂਟਸ ਦੇ ਉੱਤੇ ਵੀ ਇਹ ਤਾਂ ਮਤਲਬ ਜਿਹਦੇ ਤੁਸੀਂ ਹਰ ਵਾਰੀ ਤੁਸੀਂ ਕਹਿ ਦਿੰਦੇ ਵੀ ਆਹ ਲੈ ਲੈ, ਆਹ ਲੈ ਲੈ, ਆਹ ਲੈ ਲੈ? ਜਾਮਣ ਕਿਸੇ ਵੀ ਸ਼ਕਲ, ਜਾਮਣ ਦੀਆਂ ਗਿੜਕਾਂ ਦਾ ਪਾਊਡਰ ਮਿਲਦਾ ਹੈ, ਫੱਕੀ ਦੀ ਸ਼ਕਲ 'ਚ। ਸ਼ੂਗਰ ਦੀ ਫੱਕੀ ਵੀ ਅਸੀਂ ਬਣਵਾਈ ਹੈ, ਇਹਨਾਂ ਸਾਰੀਆਂ ਜਿਹੜੀ ਬੂਟੀਆਂ ਨੂੰ ਮਿਲਾ ਕੇ ਸ਼ੂਗਰ ਦੀ ਫੱਕੀ ਬਣਵਾਈ ਹੋਈ ਹੈ। ਗੋਲੀਆਂ ਦੀ ਸ਼ਕਲ ਵੀ, ਹਰਬਲ ਮੈਡੀਸਨਸ ਵੀ ਅਵੇਲੇਬਲ ਨੇ, ਉਹ ਵੀ ਇਹਨਾਂ ਹੀ ਮੈਡੀਸਨਲ ਪਲਾਂਟਸ ਦੀਆਂ ਨੇ। ਉਹ 'ਚ ਥੋੜ੍ਹਾ ਜਾਮਣ ਬਹੁਤ ਵਧੀਆ ਹੈ, ਜਿਹੜਾ ਤੁਹਾਡਾ ਪੱਤਿਆਂ ਦਾ ਕਾੜਾ ਪੀਂਦੇ ਹਾਂ, ਅਤੇ ਗਿਟਕਾਂ ਦਾ ਜਿਹੜਾ ਪਾਊਡਰ ਹੈ, ਅਤੇ ਜੂਸ ਦੇ ਵਿੱਚ ਕਰੇਲਾ ਪਾਉਂਦੇ ਹਾਂ। ਕਰੇਲਾ ਕਿਤੇ ਨਾ ਕਿਤੇ ਜਿਹੜਾ ਹੈ ਉਹ ਬਹੁਤ ਵਧੀਆ ਹੈ। ਗ੍ਰੀਨ ਜੂਸ ਦਾ ਪਾਰਟ ਕਰੇਲਾ ਬਣਾ ਲੈਂਦੇ ਲੋਕ। ਤੋਂ ਕਿਤੇ ਨਾ ਕਿਤੇ ਪਨੀਰ ਡੋਡੀ ਹੈ, ਪਨੀਰ ਡੋਡੀ ਨਾਂ ਦੀ ਇੱਕ ਬੂਟੀ ਹੈ, ਉਹ ਪਨੀਰ ਡੋਡੀ ਦਾ ਪਾਣੀ ਪਿਆਉਂਦੇ ਅਸੀਂ। ਮੇਥੀ ਦਾ ਪਾਣੀ, ਗਲੋ ਦਾ ਪਾਣੀ ਅਤੇ ਪਨੀਰ ਡੋਡੀ ਦਾ ਪਾਣੀ, 3 ਪਾਣੀ ਹਫ਼ਤਾ ਰੋਟੇਟ ਕਰਦੇ ਹਾਂ, ਹਫ਼ਤੇ ਬਾਅਦ। ਕਿੰਨਾ ਕੁ ਲੈਣਾ ਹੁੰਦਾ? ਉਹ ਜਿਹੜਾ ਮੈਡੀਕਲ ਵਾਟਰ ਬਣਾਉਣ ਦਾ ਤਾਂ ਸਟੈਂਡਰਡ ਤਰੀਕਾ ਕਿ ਇੱਕ ਗਲਾਸ ਗਰਮ ਪਾਣੀ 'ਚ ਉਹ ਪਰਟੀਕੂਲਰ ਜੜੀ ਬੂਟੀ ਪਾ ਦਿਓ, ਸਵੇਰੇ ਤਿਆਰ ਮਿਲਦਾ ਉਹਨੂੰ। ਉਹ ਹਰ ਬੂਟੀ ਅਲੱਗ ਹੈ। ਪਨੀਰ ਡੋਡੀ 1 ਚਮਚਾ ਹੈ, ਗਲੋ ਦੀ ਟਹਿਣੀ 4 ਇੰਚ ਦੀ ਹੈ, ਮੇਥੀ 1 ਚਮਚਾ ਹੈ। ਗਲੋ ਵੀ ਸ਼ੂਗਰ ਘਟਾਉਂਦਾ। ਗਲੋ ਤਾਂ ਐਸੋ ਜੀ, ਉਹ ਗਲੋ ਤਾਂ ਜਿਹਨੂੰ ਕਹਿੰਦੇ ਅੰਮ੍ਰਿਤ ਹੈ। ਗਲੋ ਮੈਂ ਕੋਈ ਇਹੋ ਜਿਹੀ ਸਰੀਰ ਨੂੰ ਬਿਮਾਰੀ ਨਹੀਂ ਹੈ ਜਿਸ 'ਚ ਗਲੋ ਇਫੈਕਟਿਵ ਨਹੀਂ ਹੈ। ਸੇਮ ਹਲਦੀ ਬਾਰੇ ਆ, ਹਲਦੀ ਵੀ ਬੜੀ ਵੰਡਰਫੁਲ ਹੈ ਇਸ ਮਾਮਲੇ 'ਚ। ਤਾਂ ਕੁਛ ਸਾਡੀ ਜਿਹੜੀਆਂ ਬੂਟੀਆਂ ਤਾਂ ਜਿਹੜੀਆਂ ਨੇ ਉਹ ਪਨੇਸ਼ੀਆ ਨੇ ਨਾ, ਉਹ ਲਗਭਗ ਕੋਈ ਬਿਮਾਰੀ ਤੁਸੀਂ ਲੈ ਲਓ। ਅਸਲ ਵਿੱਚ ਜਿਹੜਾ ਬਿਮਾਰੀਆਂ ਨਾਲ ਜਿਹੜੀਆਂ ਬੂਟੀਆਂ ਜੋੜਿਆ ਨਾ, ਇਹ ਸਾਡੀ ਸਮਝ ਦੇ ਹਿਸਾਬ ਨਾਲ ਜੁੜੀਆਂ ਨੇ। ਐਕਚੁਅਲੀ ਉਹ ਸਿਹਤ ਨੂੰ ਠੀਕ ਕਰਦੀਆਂ ਨੇ, ਉਹ ਪ੍ਰੋ ਹੈਲਥ ਨੇ। ਯਾਨੀ ਗਲੋ ਅਤੇ ਹਲਦੀ ਅਤੇ ਆਹ ਜਿਹੜੀ ਤੁਸੀਂ ਦੱਸ ਰਹੇ ਹੋ, ਇਹ ਤਾਂ ਬੰਦਾ ਨੋਰਮਲ ਵੀ ਬੰਦਾ ਲਈ ਜਾਵੇ ਤਾਂ ਉਹਨੂੰ ਪ੍ਰੋਬਲਮ? ਨੋਰਮਲ ਤਾਂ ਹੀ ਸਾਡੇ ਪੁਰਖਿਆਂ ਨੇ ਇਹਨੂੰ ਆਪਣੇ ਜੀਵਨ 'ਚ ਲਿਤਾਰਿਆ ਨਾ। ਉਹ ਸਾਡੇ ਬਜ਼ੁਰਗਾਂ ਦੀ ਹੈ ਜਿਹੜੀ ਸਾਰੀ ਜਿਹੜੀ ਵਿਜ਼ਡਮ ਆਪਾਂ ਬੋਲ ਰਹੇ ਹਾਂ, ਇਹ ਕੋਈ ਸਾਡੀ ਥੋੜ੍ਹਾ ਹੈ, ਮੈਂ ਥੋੜ੍ਹਾ ਪੈਦਾ ਕੀਤੀ ਹੈ। ਉਹ ਤਾਂ ਸਾਡੇ ਪੁਰਖਿਆਂ ਦੀ ਜਿਹਨੂੰ ਕਹਿੰਦੇ ਆ, ਉਹ ਸਾਡੀ ਸੱਭਿਅਤਾ ਦਾ ਉਹ ਵਿਰਸਾ ਸਾਡੇ ਕੋਲ। ਅਤੇ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਮਨੁੱਖ ਵਰਤਦਾ ਰਿਹਾ, ਅਤੇ ਬੜੇ ਕਮਾਲ ਦੇ ਢੰਗ ਨਾਲ ਵਰਤਦਾ ਰਿਹਾ। ਜਿਹੜਾ ਕਾਲੀ ਮਿਰਚ ਹੈ, ਦਾਲਚੀਨੀ ਹੈ, ਵੱਡੀ ਇਲਾਚੀ ਹੈ, ਛੋਟੀ ਇਲਾਚੀ ਹੈ, ਇਹ ਸਾਰੇ ਜਿਹੜੇ ਨੇ ਇਹ ਬੜੇ ਕਮਾਲ ਦੇ ਟੂਲਸ ਨੇ ਸਾਡੇ ਕੋਲ। ਔਰ ਇਹਨੂੰ ਆਪਾਂ ਕੜੀ ਪੱਤਾ ਹੈ, ਤਾਂ ਇਹਨੂੰ ਕਿਤੇ ਨਾ ਕਿਤੇ ਇਹ ਸਾਰੇ ਪੌਦਿਆਂ ਨੂੰ ਆਪਣੇ ਜੀਵਨ 'ਚ ਕਿਤੇ ਨਾ ਕਿਤੇ ਆਨੇ ਬਾਨੇ ਐਸੇ ਤਰੀਕੇ ਨਾਲ ਲੈ ਕੇ ਆਉਣਾ ਚਾਹੀਦਾ ਹੈ ਕਿ ਉਹ ਰੋਜ਼ ਸਾਡੀ ਡਾਈਟ 'ਚ ਰਹਿਣ। ਇਹ ਨਾ ਹੋਵੇ ਵੀ ਇੱਕ ਦਿਨ ਅਸੀਂ 2 ਦਿਨ 4 ਦਿਨ ਖਾ ਲਿਆ, ਮੁੜ ਕੇ ਅਸੀਂ ਸਪੈਸ਼ਲ ਜਿਹਾ ਬਣਾ ਕੇ ਖਾਇਆ, ਅਤੇ ਉਹ ਫਿਰ ਉਹ ਜਦੋਂ ਭੁੱਲ ਗਏ ਫਿਰ ਉਹਨੂੰ। ਤਾਂ ਉਹ ਇੱਦਾਂ ਦਾ ਅਡੋਪਟ ਕਰਨਾ ਚਾਹੀਦਾ ਕਿ ਇਹ ਸਾਡੀ ਡਾਈਟ 'ਚ ਦਾ ਹਿੱਸਾ ਬਣੇ ਰਹਿਣ। ਤਾਂ ਹੀ ਸਾਡੇ ਪੁਰਖਿਆਂ ਨੇ ਉਹਨੂੰ ਭੋਜਨ ਦਾ ਪਾਰਟ ਬਣਾ ਦਿੱਤਾ। ਉਹਦੇ ਹਲਦੀ ਪੱਕਾ ਹੀ ਕਰਤਾ ਵੀ ਹਲਦੀ ਪਾਉਣੀ। ਵੈਸਟਰਨ ਕੰਟਰੀ ਦਾ ਕੋਈ ਹਲਦੀ ਨਹੀਂ ਪਾਉਂਦਾ। ਹੁਣ ਉਹਨਾਂ ਦੇ ਖਾਣੇ 'ਚ ਕੋਈ ਹਲਦੀ ਨਹੀਂ ਹੁੰਦੀ, ਲੇਕਿਨ ਸਾਡੇ ਖਾਣੇ 'ਚ ਹਲਦੀ ਆ। ਸਾਡੇ ਖਾਣੇ ਧਨੀਆ ਵੀ ਹੈ, ਸਾਡੇ ਖਾਣੇ ਜੀਰਾ ਵੀ ਹੈ। ਅਸੀਂ ਜਿਹੜਾ ਮਰਜ਼ੀ ਖਾਣਾ ਬਣਾਉਣਾ ਹੋਵੇ ਜੀਰਾ ਪਾਉਣਾ ਹੀ ਪਾਉਣਾ, ਹਿੰਗ ਪਾਉਣੀ ਹੈ।
ਤਾਂ ਇਹ ਸਾਡੇ ਪੁਰਖਿਆਂ ਨੇ ਉਹਨੂੰ ਭੋਜਨ ਨਾਲ ਜੋੜਤਾ। ਮਤਲਬ ਸਾਡੀ ਸੱਭਿਅਤਾ ਇਸ ਮਾਮਲੇ 'ਚ ਬਹੁਤ ਅਮੀਰ ਹੈ, ਲੇਕਿਨ ਸਾਡੀ ਜਿਹੜੀ ਬਦਕਿਸਮਤੀ ਹੈ ਕਿ ਅਸੀਂ ਉਸ ਅਮੀਰੀ ਨੂੰ ਭੁੱਲ ਕੇ ਇੱਕ ਬੜੀ ਹੀ ਸਤਹੀ ਜਿਹੀ ਵੈਸਟਰਨ ਸੱਭਿਅਤਾ ਦੇ ਵਿੱਚ ਜਿਹੜੀ ਵੈਸਟਰਨ ਸੱਭਿਅਤਾ ਦੀ ਫੂੰ ਫਾਂ ਜੀ ਹੈਗੀ ਹੈ, ਫੁਕਰਾਪੰਥੀ ਹੈ, ਉਹਦੇ 'ਚ ਵੜ ਗਏ ਅਤੇ ਉਹਨਾਂ ਦੇ ਖਾਣੇ ਅਸੀਂ ਅਡੋਪਟ ਕਰ ਲਏ। ਅਤੇ ਅੱਜ ਜਿਹੜੇ ਬੱਚੇ ਨੇ ਉਹ ਸਾਡਾ ਮਜ਼ਾਕ ਉਡਾਉਂਦੇ ਆ, ਉਹ ਖਾਣੇ ਖਾਂਦੇ ਆ ਅਤੇ ਮੁੜ ਕੇ ਬਿਮਾਰ ਹੁੰਦੇ ਆ। ਲੇਕਿਨ ਉਹ ਫਿਰ ਵੀ ਉਹਨਾਂ ਨੂੰ ਮਤਲਬ ਇਹ ਗੱਲ ਸਮਝ ਨਹੀਂ ਪੈਂਦੀ ਕਿ ਜਿਹੜੇ ਸਾਡੇ ਪੁਰਖੇ ਸੀਗੇ ਜੋ ਦੇ ਕੇ ਗਏ ਆ, ਉਹ ਬੜੇ ਉਹਦੇ ਪਿੱਛੇ ਬਹੁਤ ਗਹਿਰੀ ਵਿਜ਼ਡਮ ਹੈ, ਬਹੁਤ ਗਹਿਰੀ ਸਮਝ ਹੈ ਇਹਦੇ। ਮੇਰੇ ਖਿਆਲ 'ਚ ਉਹਨਾਂ ਪੁਰਖਿਆਂ ਨੂੰ ਯਾਦ ਕਰਦੇ ਹੋਏ ਅਤੇ ਉਹਨਾਂ ਦੇ ਖਾਣਿਆਂ ਨੂੰ ਯਾਦ ਕਰਦੇ ਹੋਏ ਆਪਾਂ ਨੂੰ ਜੀਵਨ 'ਚ ਇਹ ਸਾਰਾ ਕੁਛ ਮੁੜ ਕੇ ਰਿਵਾਈਵ ਕਰਨਾ ਚਾਹੀਦਾ ਔਰ ਆਪਣੇ ਰੂਟੀਨ ਦਾ ਭੋਜਨ ਦਾ ਪਾਰਟ ਬਣਾਉਣਾ ਚਾਹੀਦਾ। ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ 1-2 ਦਹਾਕਿਆਂ 'ਚ ਜਿਹੜੀ ਹੈ ਐਟਲੀਸਟ ਸਾਡਾ ਮੁਲਕ ਜਿਹੜਾ ਵੈਸੇ ਤਾਂ ਪੂਰੀ ਮਨੁੱਖਤਾ ਹੀ ਹੋਏਗੀ, ਕਿਉਂਕਿ ਅੱਜ ਦੇ ਯੁੱਗ ਜਿਹੜਾ ਕਮਿਊਨੀਕੇਸ਼ਨ ਦਾ ਯੁੱਗ ਹੈ, ਜੋ ਹਿੰਦੁਸਤਾਨ 'ਚ ਹੁੰਦਾ, ਜੋ ਅਸੀਂ ਕਰਦੇ ਹਾਂ, ਜੋ ਅੱਜ ਕਰ ਰਹੇ ਹਾਂ, ਉਹ ਸਾਰੀ ਦੁਨੀਆ 'ਚ ਪਹੁੰਚਦਾ। ਅਤੇ ਜੋ ਆਪਾਂ ਅੱਜ ਰਿਕਾਰਡ ਕਰ ਰਹੇ ਹਾਂ ਇਹਨੇ ਵੀ ਸਾਰੀ ਦੁਨੀਆ 'ਚ ਪਹੁੰਚਣਾ, ਤਾਂ ਕਿਤੇ ਨਾ ਕਿਤੇ ਸਾਰੀ ਦੁਨੀਆ ਬੈਨੀਫਿਟ ਕਰੇਗੀ ਇਹ 'ਚੋਂ। ਅਤੇ ਇਹੀ ਸਾਡਾ ਮਕਸਦ ਹੈ ਕਿ ਮੂਵਮੈਂਟ ਬਣੇ, ਲਹਿਰ ਬਣੇ। ਅਤੇ ਮੈਨੂੰ ਪੱਕਾ ਯਕੀਨ ਹੈ ਕਿ 1-2 ਦਹਾਕੇ ਬਾਅਦ ਜਿਹੜਾ ਸ਼ੂਗਰ ਤੋਂ ਸਾਨੂੰ ਡਰਾਇਆ ਜਾ ਰਿਹਾ ਕਿ ਅਸੀਂ ਵਰਲਡ ਕੈਪੀਟਲ ਬਣ ਜਾਵਾਂਗੇ ਅਤੇ ਉਹ ਆ ਜਾਏਗਾ ਅਤੇ ਆਹ ਆ ਜਾਏਗਾ, ਸਾਰਾ ਇਹ ਕਿਤੇ ਨਾ ਕਿਤੇ ਕੰਪਨੀਆਂ ਜਿਹੜੀਆਂ ਨੇ, ਫਾਰਮਾ ਕੰਪਨੀਆਂ ਨੇ, ਕਿ ਉਹਨਾਂ ਦੀ ਜਿਹੜੀ ਸਾਰੀ ਬਣਾਈ ਹੋਈ ਹੈ ਕਿ ਸਿਰਫ ਦਵਾਈਆਂ ਹੀ ਇੱਕ ਹੱਲ ਨੇ, ਅਤੇ ਉਸ ਤੋਂ ਬਿਨਾਂ ਤਾਂ ਤੁਸੀਂ ਹੁਣ ਬਿਮਾਰ ਤੋਂ ਹੋਰ ਬਿਮਾਰ ਹੋਈ ਜਾਣਾ। ਐਸਾ ਕੁਛ ਵੀ ਨਹੀਂ ਹੈ। ਸਾਡੇ ਕੋਲ ਐਸੇ ਟੂਲ ਹੈਗੇ ਨੇ, ਸਾਡੇ ਪੁਰਖਿਆਂ ਦੇ ਦਿੱਤੇ ਹੋਏ, ਆਯੁਰਵੇਦ ਦੇ ਦਿੱਤੇ ਹੋਏ। ਆਯੁਰਵੇਦ ਸਾਡਾ ਛਤਰ ਹੈ, ਉਹਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਹਨੂੰ ਸਾਨੂੰ ਮੁੜ ਕੇ ਰਿਵਾਈਵ ਕਰਦੇ ਹੋਏ ਅਸੀਂ 1-2 ਦਹਾਕਿਆਂ 'ਚ ਹੀ ਇਹਨਾਂ ਬਿਮਾਰੀਆਂ ਦੇ ਉੱਪਰ ਵੱਡੇ ਪੱਧਰ 'ਤੇ ਕਾਬੂ ਪਾਵਾਂਗੇ। ਔਰ ਜਿਹੜੀ ਇੱਕ ਤੰਦਰੁਸਤ ਸਿਹਤਮੰਦ ਮਨੁੱਖਤਾ ਜਿਹੜੀ ਹੈ ਅਤੇ ਖੁਸ਼ੀਆਂ ਖੇੜਿਆਂ ਨਾਲ ਭਰੇ ਜਿਹੜੇ ਸਮਾਜ ਨੇ, ਉਹ ਕੋਈ ਮੇਰੇ ਖਿਆਲ 'ਚ ਭਵਿੱਖ 'ਚ ਬਹੁਤ ਜਲਦੀ ਆਪਾਂ ਆਸ ਕਰ ਸਕਦੇ ਹਾਂ ਕਿ ਆਪਾਂ ਉੱਧਰ ਨੂੰ ਵੱਧ ਰਹੇ ਹਾਂ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਹੈ ਸ਼ੂਗਰ ਦਾ ਇਹ ਚੈਪਟਰ ਜਿਹੜਾ ਇਹ ਇੱਕ ਅਜਿਹੀ ਆਪਣੀ ਵੀਡੀਓ ਬਣੀ ਹੈ ਜਿਸ ਨੂੰ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ, ਅਤੇ ਉਹ ਰੱਖਣਗੇ ਵੀ ਸੰਭਾਲ ਕੇ, ਅਤੇ ਜਿਹਨੂੰ ਵੀ ਕੋਈ ਪ੍ਰੋਬਲਮ ਹੋਏਗੀ ਉਹਨੂੰ ਜ਼ਰੂਰ ਅੱਗੇ ਸ਼ੇਅਰ ਕਰਨਗੇ। ਬਹੁਤ ਧੰਨਵਾਦ। ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਕਿ ਸਾਰੀਆਂ ਬਿਮਾਰੀਆਂ ਤੋਂ ਖਤਰਨਾਕ ਮੰਨੀ ਜਾਂਦੀ ਹੈ। ਕਿਉਂ ਮੰਨੀ ਜਾਂਦੀ ਹੈ? ਸ਼ੁਰੂਆਤ ਜਿਵੇਂ ਮੈਂ ਕਿਹਾ ਸੀਗਾ ਵੀ ਸਭ ਤੋਂ ਖਤਰਨਾਕ, ਜੇ ਡਾਕਟਰ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਖਤਰਨਾਕ ਜੇ ਕੋਈ ਬਿਮਾਰੀ ਦੇਖੀ ਹੈ ਤਾਂ ਉਹ ਸ਼ੂਗਰ ਹੈ। ਇਹ ਪੂਰੀ ਗੱਲਬਾਤ ਤੋਂ ਬਾਅਦ ਤੁਹਾਨੂੰ ਇਹ ਸਾਬਤ ਹੋ ਗਿਆ, ਕਿਉਂਕਿ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਦੂਜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਕੋਈ ਅੰਗ ਦੇ ਉੱਤੇ ਮਾੜਾ ਮੋਟਾ ਅਸਰ ਹੁੰਦਾ, ਲੇਕਿਨ ਇਹ ਇੱਕ ਐਸੀ ਬਿਮਾਰੀ ਹੈ ਕਿ ਜਿਹੜੇ ਸਾਰੇ ਔਰਗਨਸ ਦੇ ਉੱਤੇ ਜਿਹੜਾ ਉਹ ਹਮਲਾ ਕਰਦੀ ਹੈ। ਇੱਕ ਖਰਾਬ ਹੋ ਗਿਆ ਤਾਂ ਦੂਜੇ ਕਨੀ ਚਲੀ ਜਾਊਗੀ, ਦੂਜਾ ਖਰਾਬ ਹੋ ਗਿਆ ਤਾਂ ਤੀਜੇ ਕਨੀ ਚਲੀ ਜਾਊਗੀ। ਇਹ ਅਲੱਗ-ਅਲੱਗ ਅੰਗਾਂ ਦੇ ਉੱਤੇ ਹਮਲਾ ਕਰਦੀ ਰਹਿੰਦੀ ਹੈ ਅਤੇ ਅੰਤ ਦੇ ਵਿੱਚ ਬੰਦੇ ਦੀ ਜਾਨ ਲੈ ਲੈਂਦੀ ਹੈ। ਅਤੇ ਮੈਨੂੰ ਲੱਗਦਾ ਕਿ ਇਹ ਪੂਰੇ ਵਿਸਥਾਰ ਦੇ ਨਾਲ ਜਿਹੜੀ ਦੱਸੀ ਜਾਣਕਾਰੀ ਤੁਹਾਨੂੰ ਪੂਰੀ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਸਾਡੇ ਉੱਤੇ ਇੱਕ ਧੱਬਾ ਲਗਾਇਆ ਜਾ ਰਿਹਾ ਕਿ ਹਿੰਦੁਸਤਾਨ ਆਉਣ ਵਾਲੇ 10 ਸਾਲਾਂ ਜਾਂ 20 ਸਾਲਾਂ ਦੇ ਵਿੱਚ ਸ਼ੂਗਰ ਦੀ ਕੈਪੀਟਲ ਬਣਨ ਜਾ ਰਹੀ ਹੈ। ਅਤੇ ਇਹਨੂੰ ਗਲਤ ਸਾਬਤ ਕਰਨਾ ਹੈ, ਕਿਉਂਕਿ ਆਉਣ ਵਾਲੇ 10-20 ਸਾਲਾਂ ਦੇ ਵਿੱਚ ਸਾਡਾ ਕੰਟਰੀ ਜਿਹੜਾ ਉਹ ਡਾਕਟਰ ਅਮਰ ਸਿੰਘ ਆਜ਼ਾਦ ਅਤੇ ਇਹਨਾਂ ਦੇ ਲਾਈਕ ਮਾਈਂਡਡ ਜਿੰਨੇ ਵੀ ਡਾਕਟਰਸ ਹੈਗੇ ਨੇ, ਇਹਨਾਂ ਦੀ ਸੋਚ ਅਤੇ ਇਹਨਾਂ ਵੱਲੋਂ ਸਿਖਾਏ ਗਏ ਜਿਹੜੇ ਤਰੀਕਿਆਂ ਦੇ ਅਨੁਸਾਰ ਘਰ ਦੇ ਵਿੱਚ ਬੀ ਯੋਰ ਓਨ ਡਾਕਟਰ ਦਾ ਜਿਹੜਾ ਇਹ ਅਸੀਂ ਕੰਸੈਪਟ ਸ਼ੁਰੂ ਕੀਤਾ, ਇਹਦੇ ਨਾਲ ਅਸੀਂ ਸ਼ੂਗਰ ਨੂੰ ਆਉਣ ਵਾਲੇ 10-20 ਸਾਲਾਂ ਦੇ ਵਿੱਚ ਖਤਮ ਕਰਕੇ ਰਹਾਂਗੇ। ਇਹ ਸਾਡਾ ਤਹਈਆ ਹੈਗਾ, ਅਤੇ ਇਹਦੇ ਵਿੱਚ ਸਾਡਾ ਸਾਥ ਤੁਸੀਂ ਦੇ ਸਕਦੇ ਹੋ ਇਹੋ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ, ਤਾਂ ਕਿ ਹਰ ਘਰ ਦੇ ਵਿੱਚ ਜਾਣਕਾਰੀ ਪਹੁੰਚੇ, ਅਤੇ ਜਾਣਕਾਰੀ ਪਹੁੰਚ ਕੇ ਉਹ ਆਪਣੇ ਘਰ ਦੇ ਵਿੱਚ ਬੈਠੇ ਆਪ ਹੀ ਆਪਣੇ ਲੈਵਲ ਦੇ ਉੱਤੇ ਜਿਹੜਾ ਐਫਰਟਸ ਕਰਕੇ ਠੀਕ ਹੋ ਜਾਣ। ਅਤੇ ਜੇਕਰ ਕਿਤੇ ਕੁਝ ਗੜਬੜ ਰਹਿੰਦੀ ਹੈ, ਕੁਝ ਪ੍ਰੋਬਲਮ ਰਹਿੰਦੀ ਹੈ, ਤਾਂ ਉਹ ਡਾਕਟਰ ਅਮਰ ਸਿੰਘ ਆਜ਼ਾਦ ਨਾਲ ਸੰਪਰਕ ਕਰਕੇ ਆਪਣਾ ਇਲਾਜ ਕਰਵਾ ਸਕਦੇ ਨੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।